हाँ जी, गुड मॉर्निंग जी साਰਿਆਂ ਨੂੰ। मॉर्निंग जी, गुड मॉर्निंग सर। गुड मॉर्निंग, गुड मॉर्निंग, गुड मॉर्निंग, गुड मॉर्निंग सर। गुड मॉर्निंग। टुडे वी विल स्टडी पेपर नंबर 6। ਇਹ ਜਿਹੜਾ ਪੇਪਰ ਨੰਬਰ 6 ਹੈ ਜੀ, ਇਹ ਆਪਾਂ ਪਹਿਲੀ ਵਾਰ ਸ਼ੁਰੂ ਕਰਨ ਲੱਗੇ ਹਾਂ ਅੱਜ। ਫਸਟ ਲੈਕਚਰ ਆਫ ਦਾ CPC। ਆਪਣੀ ਜਿਹੜੀ ਕੰਸਰਨ ਬੁੱਕ ਹੈ ਇਹਦੇ ਨਾਲ ਉਹ ਹੈਗੀ ਹੈ ਕੋਡ ਆਫ ਸਿਵਲ ਪ੍ਰੋਸੀਜਰ। ਕੋਡ ਆਫ ਸਿਵਲ ਪ੍ਰੋਸੀਜਰ 1998 ਇਹ ਬੁੱਕ ਹੈ ਜੀ। ਇਹ ਸਾਰੇ ਆਪਣੀ ਇਹ ਵਾਲੀ ਬੁੱਕ ਨਿਕਾਲ ਲਓ, ਕੋਡ ਆਫ ਸਿਵਲ ਪ੍ਰੋਸੀਜਰ 1908। ਕੋਡ ਆਫ ਸਿਵਲ ਪ੍ਰੋਸੀਜਰ 1908। ਕਈਆਂ ਦੀ ਇਹ ਜਿਹੜੀ ਬੁੱਕ ਹੈਗੀ ਹੈ 2-3 ਬੁੱਕਸ ਦੇ ਵਿੱਚ ਹੀ ਇਨਕਲੂਡਡ ਹੈਗੀ ਹੈ। ਜਿਹੜਾ ਧਿਆਨ ਨਾਲ ਦੇਖ ਲਓ, ਜਿਹੜੀਆਂ ਕਈ ਵੱਡੀਆਂ ਬੁੱਕਸ ਹੈਗੀਆਂ ਨੇ ਨਾ, ਉਹਦੇ ਵਿੱਚ ਕਈਆਂ ਦੇ ਵਿੱਚ ਇਕੱਠੀਆਂ ਬੁੱਕਸ ਕੀਤੀਆਂ ਹੋਈਆਂ ਨੇ। 2-3 ਬੁੱਕਸ ਹੈਗੀਆਂ ਨੇ। ਐਵੀਡੈਂਸ ਐਕਟ ਵੀ ਵਿੱਚ ਹੀ ਹੈ ਤੇ ਇਹ ਸਿਵਲ ਪ੍ਰੋਸੀਜਰ ਕੋਡ ਵੀ ਵਿੱਚ ਹੀ ਹੈ। ਤੁਸੀਂ ਦੇਖ ਲਓ, ਇਹ ਵਾਲਾ ਜਿਹੜਾ ਆਪਾਂ ਪਾਰਟ ਹੈ ਕੋਡ ਆਫ ਸਿਵਲ ਪ੍ਰੋਸੀਜਰ ਪੜ੍ਹਨਾ ਆਪਾਂ ਨੇ CPC, ਜਿਹਨੂੰ ਆਪਾਂ ਸ਼ਾਰਟ ਕਹਿੰਦੇ ਹਾਂ CPC, ਸਿਵਲ ਪ੍ਰੋਸੀਜਰ ਕੋਡ 1908। ਅੱਜ ਦਾ ਅਸੀਂ ਜਸਟ ਇੰਟਰੋਡਕਸ਼ਨ ਦੈਨ ਡੈਫੀਨੇਸ਼ਨਸ ਅਸੀਂ ਡਿਸਕਸ ਕਰਾਂਗੇ। ਇਹ ਜਿਹੜਾ ਸਿਵਲ ਪ੍ਰੋਸੀਜਰ ਕੋਡ ਹੈ 1908 ਹੈ, ਇਹ ਕਦੋਂ ਬਣਿਆ, ਕਿਵੇਂ ਬਣਿਆ, ਇਹ ਐਕਟ ਬਣਾਉਣ ਦੇ ਪਿੱਛੇ ਕੀ ਰੀਜ਼ਨ ਸੀਗੇ, ਕੀ ਮਨਸ਼ਾ ਸੀਗੀ ਗਵਰਨਮੈਂਟ ਦੀ। ਸਰ ਜੀ ਸਰ, ਇੱਕ ਪੰਜਾਬ ਰਜਿਸਟ੍ਰੇਸ਼ਨ ਐਕਟ 1908 ਹੈ ਉਹ ਨਹੀਂ, ਉਹ ਤਾਂ ਰਜਿਸਟ੍ਰੇਸ਼ਨ ਐਕਟ ਦਾ ਉਹਦਾ ਜਿਹੜਾ ਪੇਪਰ ਹੈਗਾ ਥਰਡ ਪੇਪਰ ਦਾ ਹੈਗਾ ਪਾਰਟ, 4 ਦਾ ਹੈਗਾ, 4 ਦਾ ਹੈਗਾ। ਆਪਾਂ ਅੱਜ ਪੇਪਰ ਨੰਬਰ 6 ਪੜ੍ਹ ਰਹੇ ਹਾਂ। ਕੋਈ ਗੱਲ ਨਹੀਂ, ਨਹੀਂ ਪਤਾ ਹੁੰਦਾ। ਆਹ ਵਾਲੀ ਬੁੱਕ ਹੈਗੀ, ਦੇਖੋ ਪੜੋ ਧਿਆਨ ਨਾਲ, ਦੇਖੋ ਮੈਂ ਬੁੱਕ ਦੁਆਰਾ ਦਿਖਾ ਰਿਹਾ। ਸਿਵਲ ਪ੍ਰੋਸੀਜਰ ਕੋਡ 1908 ਯਾਨੀ ਕਿ CPC, ਜਿਹਦੇ ਤਹਿਤ ਆਪਾਂ ਕਬਜ਼ੇ ਕਰਦੇ ਆ, ਵਾਰੰਟ ਅਟੈਚਮੈਂਟ ਆਪਣੇ ਕੋਲੇ ਆਉਂਦੇ ਆ ਹਰ ਰੋਜ਼ ਆਪਾਂ ਇਸ ਐਕਟ ਦੇ ਤਹਿਤ ਪੜਾਂਗੇ ਤੇ ਤੁਹਾਨੂੰ ਸਮਝ ਆਏਗਾ। ਕੋਸ਼ਿਸ਼ ਕਰਿਓ ਤੁਸੀਂ ਸਾਰਿਆਂ ਕੋਲੇ ਹੀ ਕੋਈ ਨਾ ਕੋਈ ਵਾਰੰਟ ਕਬਜ਼ਾ ਪਿਆ ਹੋਏਗਾ। ਤੁਹਾਡੇ ਆਫਿਸ ਦੇ ਵਿੱਚ ਬੋਲੀ ਦਾ ਕਬਜ਼ਾ ਪਿਆ ਹੋਏਗਾ, ਬੋਲੀ ਦਾ ਵਾਰੰਟ ਪਿਆ ਹੋਏਗਾ, ਰਿਕਵਰੀ ਵਾਰੰਟ ਪਿਆ ਹੋਏਗਾ। ਤੁਸੀਂ ਜਿਹੜਾ ਧਿਆਨ ਮਾਰਿਓ, ਉਹਦੀ ਫੋਟੋ ਖਿੱਚ ਕੇ ਤੁਸੀਂ ਦੇਖਿਓ ਵੀ ਉਹ ਕਿਹੜੀ ਸੈਕਸ਼ਨ ਦੇ ਤਹਿਤ, ਕਿਹੜੇ ਐਕਟ ਦੇ ਤਹਿਤ, ਕਿਹਦੇ ਤਹਿਤ ਤੁਹਾਡੇ ਕੋਲੇ ਕੋਰਟ ਨੇ ਭੇਜਿਆ ਹੋਇਆ ਹੈ। ਠੀਕ ਹੈ, ਉਹ ਤੁਹਾਨੂੰ ਸਾਰਾ ਚਾਨਣਾ ਹੋਏਗਾ ਜਦੋਂ ਤੁਸੀਂ ਇਹ ਬੁੱਕ ਪੜਾਂਗੇ। ਤੁਸੀਂ ਨਾਲ ਆਪਣੇ ਜਿੰਨੇ ਵੀ ਤੁਹਾਡੇ ਕੋਲੇ ਆਫਿਸ ਦੇ ਵਿੱਚ ਸਿਵਲ ਕੋਰਟਾਂ ਤੋਂ ਜਿਹੜੇ ਆਏ ਹੋਏ ਨੇ, ਵਾਰੰਟ ਆਏ ਹੋਏ ਹੁੰਦੇ ਆ, ਤੁਸੀਂ ਉਹਨਾਂ ਨੂੰ ਵੀ ਦੇਖਣਾ, ਧਿਆਨ ਦੇ ਨਾਲ ਪੜ੍ਹਨਾ ਹੈ। ਉਹਦੇ ਉੱਪਰਲਾ ਜਿਹੜਾ ਸੈਕਸ਼ਨ ਹੈਗਾ ਕਿਹੜੇ ਐਕਟ ਦੇ ਤਹਿਤ ਜਿਹੜਾ ਇਹ ਵਾਰੰਟ ਹੈ ਜਾਰੀ ਕੀਤਾ ਗਿਆ ਕੋਰਟ ਵੱਲੋਂ। ਠੀਕ ਹੈ, ਉਹ ਸਾਰੇ ਅਸੀਂ ਦੇਖਾਂਗੇ। ਉਹ ਇਸ ਬੁੱਕ ਦੇ ਤਹਿਤ ਅਸੀਂ ਕਾਰਵਾਈਆਂ ਕਰਾਂਦੇ ਆ। ਠੀਕ ਹੈ ਜੀ। ਆਪਾਂ ਜਸਟ ਇਹਦੇ ਵਿੱਚ ਆਪਾਂ ਅੱਜ ਇਹ ਸ਼ੁਰੂ ਕਰਾਂਗੇ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਵਿੱਚ ਜਿਹੜੇ ਚੈਪਟਰ ਸਾਡੇ ਨਾਟ ਇਨਕਲੂਡਡ ਹੈਗੇ ਆ, ਜਿਹੜੇ ਸਾਡੇ ਸਿਲੇਬਸ ਵਿੱਚ ਸ਼ਾਮਲ ਨਹੀਂ ਹੈਗੇ, ਮੂਹਰਲੇ ਪੇਜ ਤੇ ਤੁਸੀਂ ਫਰੰਟ ਪੇਜ ਤੇ ਇੱਕ ਸਾਈਡ ਤੇ ਨੋਟ ਕਰ ਲਓ। ਸਰ ਹੈਲੋ। ਹਾਂਜੀ ਸਰ, ਇੱਕ ਪੇਜ ਨੰਬਰ ਦੱਸੋ ਮੇਰਾ ਨਾ, ਉਹ ਜਿਹੜਾ ਪੇਜ ਆ ਉਹ ਹੈ ਨਹੀਂ ਆਪਣੇ ਸੈਕਸ਼ਨ ਇੰਡੈਕਸ ਹੈ ਨਹੀਂ, ਆਪਣੇ ਇੰਡੈਕਸ ਹੈ ਨਹੀਂ। ਕਿਤਾਬ ਦਾ ਪੇਜ ਨੰਬਰ ਦੱਸਿਓ ਸਰ। ਆਪਾਂ ਕਿਹੜਾ ਪੇਜ ਦੱਸੀਏ, ਤਾਂ ਆਪਾਂ ਸ਼ੁਰੂ ਨਹੀਂ ਕੀਤੀ ਬੁੱਕ, ਇਹ ਸ਼ੁਰੂ ਕਰਾਂਗੇ ਅੱਜ। ਅੱਜ ਫਸਟ ਡੇ ਹੈ ਜੀ ਆਪਣਾ ਇਸ ਪੇਪਰ ਨੰਬਰ 6 ਦਾ ਪਹਿਲਾ ਲੈਕਚਰ ਹੈ। ਫਸਟ ਡੇ ਹੈ, ਇੰਟਰੋਡਕਸ਼ਨ ਸ਼ੁਰੂ ਕਰਾਂਗੇ। ਪਹਿਲਾਂ ਇਹਦੀ ਬੁੱਕ ਦੀ ਇੰਟਰੋਡਕਸ਼ਨ ਕਰਾਂਗੇ, ਫਿਰ ਆਪਾਂ ਡੈਫੀਨੇਸ਼ਨ ਕਲਾਸ ਪੜਾਂਗੇ। ਤੇ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਵੀ ਇਸ ਬੁੱਕ ਦੇ ਵਿੱਚ ਕਿਹੜੇ ਜਿਹੜੇ ਸੈਕਸ਼ਨਸ ਨੇ ਆਪਣੀ ਸਿਲੇਬਸ ਦੇ ਵਿੱਚ ਨਹੀਂ ਹੈਗੇ, ਉਹ ਤੁਸੀਂ ਉੱਪਰ ਲਿਖ ਲਓ ਆਪਣੀ ਬੁੱਕ ਦੇ। ਅੱਜ ਮੈਂ ਫਸਟ ਹੈਗਾ, ਐਦਾਂ ਖੋਲ ਕੇ ਤੁਸੀਂ ਬੁੱਕ ਤੇ ਲਿਖ ਲਓ ਸਾਈਡ ਤੇ, ਫਰੰਟ ਦੇ ਵਿੱਚ ਹੀ। ਫਰੰਟ ਦੇ ਵਿੱਚ ਤੁਸੀਂ ਨੋਟ ਕਰ ਲਓ CPC ਨਾਟ ਇਨ ਸਿਲੇਬਸ। ਇਹ ਲਿਖ ਕੇ ਮੈਂ ਤੁਹਾਨੂੰ ਅੱਗੇ ਲਿਖਾਣਾ ਵੀ ਕਿਹੜੇ ਸੈਕਸ਼ਨਸ ਨੇ, ਕਿਹੜੇ ਪਾਰਟ ਨੇ ਜਿਹੜੇ ਆਪਣੇ ਇਸ ਸਿਲੇਬਸ ਦੇ ਵਿੱਚ ਸ਼ਾਮਲ ਨਹੀਂ ਹੈਗੇ। ਸੈਕਸ਼ਨ 8893 ਤੁਸੀਂ ਉੱਪਰ ਲਿਖੋ ਨਾਟ ਇਨ ਸਿਲੇਬਸ। ਇਹ ਲਿਖ ਕੇ ਥੱਲੇ ਸੈਕਸ਼ਨ ਲਿਖੋ 8893, ਸੈਕਸ਼ਨ 88,93 ਫਿਰ ਕੌਮਾ। ਇਸ ਬੁੱਕ ਦਾ ਜਿਹੜਾ ਪਾਰਟ ਹੈ, ਪਾਰਟ 7, ਪਾਰਟ 8 ਤੇ ਪਾਰਟ 9। ਪਾਰਟ 7, ਪਾਰਟ 8, ਪਾਰਟ 9। ਪਾਰਟ 7 7 ਆ ਪੇਜ ਹੈ ਸਰ। ਪਾਰਟ 7 की मैं ਦੱਸਦਾ ਜੀ।
ਪਾਰਟ 7 ਚ ਹੈਗਾ ਅਪੀਲਸ, ਮੈਂ ਬੋਲਦਾ ਜੀ ਇੱਕ ਮਿੰਟ। ਪਾਰਟ 7 ਹੈਗਾ ਜੀ ਅਪੀਲਸ ਦਾ ਇਹ ਸੈਕਸ਼ਨ 96 ਤੋਂ ਲੈ ਕੇ 112 ਤੱਕ ਜਾਂਦਾ ਹੈ, ਇਹ ਸਿਲੇਬਸ 'ਚ ਨਹੀਂ ਹੈਗਾ। ਫਿਰ ਪਾਰਟ 8 ਹੈਗਾ ਰੈਫਰੈਂਸ ਰਿਵਿਊ ਐਂਡ ਰਿਵੀਜ਼ਨ, ਸੈਕਸ਼ਨ 113 114 115 ਇਹ ਵੀ ਸਿਲੇਬਸ 'ਚ ਨਹੀਂ ਹੈਗੀਆਂ। ਵੈਸੇ ਇਹ ਬਹੁਤ ਇੰਪੋਰਟੈਂਟ ਪਾਰਟ ਸੀਗਾ ਰਿਵਿਊ ਰਿਵੀਜ਼ਨ। ਦੈਨ ਹੈਗਾ ਪਾਰਟ 9 ਦੇ ਸੈਕਸ਼ਨਸ ਨੇ 116 ਤੋਂ 120 ਇਹ ਹੈਗੀਆਂ ਨੇ ਸਪੈਸ਼ਲ ਪ੍ਰੋਵੀਜ਼ਨ ਰਿਲੇਟਿੰਗ ਟੂ ਦਾ। ਬਸ ਤੁਸੀਂ ਇੰਨਾ ਲਿਖਣ ਦੀ ਲੋੜ ਨਹੀਂ ਹੈ, ਤੁਸੀਂ ਪਾਰਟ ਲਿਖ ਲਓ ਕੱਲਾ, ਆਪਣੀ ਬੁੱਕ ਦਾ ਜਿਹੜਾ ਇੰਡੈਕਸ ਹੈ ਉੱਤੇ ਕਾਲੀ ਮਾਰ ਲਓ। ਇੰਡੈਕਸ ਦੇ ਵਿੱਚ ਪਾਰਟ 9 ਸਪੈਸ਼ਲ ਪ੍ਰੋਵੀਜ਼ਨ ਰਿਲੇਟਿੰਗ ਟੂ ਦਾ ਹਾਈ ਕੋਰਟਸ ਨਾਟ ਬੀਇੰਗ ਦਾ ਕੋਰਟ ਆਫ ਏ ਜੁਡੀਸ਼ੀਅਲ ਕਮਿਸ਼ਨਰ। ਠੀਕ ਹੈ ਜੀ, ਮਤਲਬ ਕਹਿਣ ਦਾ ਸਿੰਪਲ ਜੀ ਗੱਲ ਇਹ ਆ ਗਈ, ਸੈਕਸ਼ਨ 96 ਤੋਂ ਲੈ ਕੇ ਸੈਕਸ਼ਨ 120 ਤੱਕ ਇਹ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈਗੇ। ਜਿਹੜੇ 25 ਸੈਕਸ਼ਨਸ ਬਣਦੀਆਂ ਨੇ ਸੈਕਸ਼ਨ 96 ਤੋਂ ਲੈ ਕੇ ਸੈਕਸ਼ਨ 120 ਤੱਕ ਇਹ ਆਪਣੇ ਸਿਲੇਬਸ 'ਚ ਨਹੀਂ ਆਉਂਦੀਆਂ। ਇਸ ਦਾ ਜਿਹੜਾ ਸੈਕਸ਼ਨ 88 ਹੈ ਤੇ ਸੈਕਸ਼ਨ 93 ਹੈ, ਇਹ ਵੀ ਸਿਲੇਬਸ 'ਚ ਨਹੀਂ ਹੈਗੇ। ਦੈਨ ਇਹਦੇ ਨਾਲ ਹੀ ਆਰਡਰਸ, ਇਹ ਸੈਕਸ਼ਨ ਦੀ ਗੱਲ ਸੀਗੀ, ਇਹਦੇ ਨਾਲ ਹੀ ਆਰਡਰ ਦੀ ਗੱਲ ਹੈ ਵੀ ਕਿਹੜੇ ਕਿਹੜੇ ਆਰਡਰ ਤੁਹਾਡੀ ਸਿਲੇਬਸ 'ਚ ਨਹੀਂ ਹੈਗੇ। ਆਰਡਰ 29 ਇਹ ਮੈਂ ਡਿਟੇਲ ਨਹੀਂ ਬੋਲਾਂਗਾ, ਕੱਲਾ ਤੁਸੀਂ ਆਰਡਰ ਨੰਬਰ ਲਿਖ ਲਓ। ਆਰਡਰ 29, ਆਰਡਰ 30, 31, 36, 40, 44, 45, 46, 47, 49। ਦੁਬਾਰਾ ਫਿਰ ਆਰਡਰ ਇੱਕ ਵਾਰੀ ਰਿਪੀਟ ਕਰਾਂਗਾ ਜੀ, ਜਿਹੜੇ ਸਿਲੇਬਸ 'ਚ ਨਹੀਂ ਸਾਡੇ ਹੈਗੇ। ਆਰਡਰ ਚਲੋ ਇਕੱਲੇ ਤੁਸੀਂ ਮੂਹਰੇ ਆਰਡਰ ਨੰਬਰ ਲਿਖ ਲਓ, ਫਿਰ ਤੁਸੀਂ ਜਿਹੜਾ ਇੰਡੈਕਸ ਦੇ ਵਿੱਚ ਨਾ ਆਪਾਂ ਉੱਥੇ ਪੈਨਸਲ ਦੇ ਨਾਲ ਕ੍ਰਾਸ ਮਾਰ ਲੈਣਾ। ਆਰਡਰ 29, ਆਰਡਰ 30, 31 ਹਾਂਜੀ है जी। ऑर्डर 29, 30 बस ऑर्डर तो एक बार लिख लो, अगे नंबर पा लो कल्ले 29 30 ਤੁਸੀਂ पेज ਦੇ ना एक पेज ਤੇ लिख लो, फिर ਤੁਸੀਂ इंडेक्स ਦੇ ਵਿੱਚ ਬਾਅਦ ਚ ਰੈਫਰੈਂਸ ਦੇ ਲੈਣਾ ਆਪਣੇ। ठीक है, एक पेज ਤੇ लिख लो, बुक ਦੇ फर्स्ट पेज ਦੇ ਉੱਪਰ ਜਿੱਥੇ ਖਾਲੀ ਜਗ੍ਹਾ ਮਿਲਦੀ ਹੈ ਤੁਸੀਂ ਉੱਥੇ ਲਿਖ ਲਓ ਆਰਡਰ 29, 30, 31, 36, then 40, फिर 44, फिर 45, 46, 47 and 49 है जी। हाँ चलो कोई बार किसी को डेट शीट नहीं होगी, ये ऑर्डर ने ਜਿਹੜੇ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈਗੇ। ਇਸ ਬੁੱਕ ਦਾ ਮੈਕੈਨਿਜ਼ਮ ਕੀ ਹੈ, ਕਿਤੇ ਤੁਸੀਂ ਦੇਖਦੇ ਹੋ ਕਿਤੇ ਸੈਕਸ਼ਨਸ ਨੇ, ਕਿਤੇ ਆਰਡਰਸ ਨੇ, ਕਿਤੇ ਰੂਲਸ ਨੇ। ਇਹ ਬੁੱਕ ਦਾ ਮੈਕੈਨਿਜ਼ਮ ਕੀ ਹੈ, ਸਿਸਟਮ ਕੀ ਹੈ ਇਸ ਬੁੱਕ ਦੇ ਵਿੱਚ, ਸੈਕਸ਼ਨ ਕਿਉਂ ਨੇ, ਆਰਡਰਸ ਕਿਉਂ ਨੇ, ਰੂਲਸ ਕਿਉਂ ਨੇ। ਮਾਈਕ ਬੰਦ ਕਰ ਲਓ ਜੀ ਪਲੀਜ਼ ਆਪਣਾ, ਇਹ ਤਾਂ ਖੁੱਲਾ ਮਾਈਕ, हाँ बंद कर दो, इतनी बंद कर दो बेटे। ठीक है हाँ जी, ये बुक का मैं दसन लगा सी मैकेनिज्म की है। मैंने भी बहुत समा पहला इस बुक की मैकेनिज्म की समझ नहीं सी आ रही, जो ਅਸੀਂ ਲੌਕ ਕਰਦੇ ਸੀਗੇ ਉਦੋਂ ਪਤਾ ਨਹੀਂ ਸੀ ਲੱਗਦਾ ਵੀ ਬੁੱਕ ਦਾ ਕੀ ਹੈ, ਕਿਤੇ ਸੈਕਸ਼ਨਸ ਨੇ, ਕਿਤੇ ਉਦੋਂ ਐਕਸਪੀਰੀਅੰਸ ਨਹੀਂ ਸੀ ਹੁੰਦਾ ਲਾਈਫ ਦਾ, ਤੇ ਸਰਵਿਸ ਦਾ ਵੀ ਸਮਾਂ ਘੱਟ ਸੀਗਾ। ਕਿਤੇ ਸੈਕਸ਼ਨਸ ਨੇ, ਕਿਤੇ ਅਪੀਲਸ ਨੇ, ਸੌਰੀ ਆਰਡਰਸ ਨੇ, ਕਿਤੇ ਰੂਲਸ ਨੇ। देखो जिवें ਅਸੀਂ पढ़ के हटे पहला, इस बुक ਦੇ ਵੀ ਸੈਕਸ਼ਨ 158 ਸੈਕਸ਼ਨਸ ਨੇ, ਜਿਵੇਂ ਸਾਡੇ ਲੈਂਡ ਰੈਵਨਿਊ ਐਕਟ ਦੇ ਵੀ ਸੈਕਸ਼ਨ 158 ਨੇ। ਸੀਪੀਸੀ ਹੈ, ਇਹਦੇ 158 ਸੈਕਸ਼ਨਸ ਨੇ। ਇਹ ਸੈਕਸ਼ਨਸ ਨੂੰ ਲਾਗੂ ਕਰਨ ਦੀ ਖਾਤਰ, ਜਿਵੇਂ ਆਪਾਂ ਲੈਂਡ ਰਿਕਾਰਡ ਮੈਨੂਅਲ ਹੈ, ਲੈਂਡ ਰੈਵਨਿਊ ਐਕਟ ਨੂੰ ਲਾਗੂ ਕਰਨ ਦੀ ਖਾਤਰ ਲੈਂਡ ਰਿਕਾਰਡ ਮੈਨੂਅਲ ਸਾਡਾ ਬਣਿਆ ਪਿਆ ਹੈਗਾ। ਠੀਕ ਹੈ, ਇਹ ਸੈਕਸ਼ਨਸ ਨੂੰ ਲਾਗੂ ਕਰਨ ਦੇ ਲਈ ਅੱਗੇ ਸਾਡੇ ਆਰਡਰਸ ਨੇ, ਸਮੇਂ-ਸਮੇਂ ਤੇ ਜਿਹੜੇ ਆਰਡਰ ਜਾਰੀ ਹੋਏ ਹੋਏ, ਉਹ ਸਾਰੇ ਇਹ ਬੁੱਕ ਦੇ ਵਿੱਚ ਆਰਡਰਸ ਦੈਨ ਆਰਡਰ ਦੇ ਰੂਲ ਨੇ। ਕਿਵੇਂ ਅਸੀਂ ਪ੍ਰੋਸੀਜਰ ਨੂੰ ਅਡਾਪਟ ਕਰਨਾ ਹੈ,
कोई केस कोई मुकदमा दीवानी अदालत ਦੇ ਵਿੱਚ ਚੱਲ ਰਿਹਾ ਹੈ, ਠੀਕ ਹੈ, ਉਹਦੀ ਪ੍ਰੋਸੀਜਿੰਗ ਕਿਵੇਂ ਕਰਨੀਆਂ ਨੇ, ਸੈਕਸ਼ਨ ਤੱਕ ਕਾਨੂੰਨ ਹੈ, ਅੱਗੇ ਕਾਨੂੰਨ ਨੂੰ ਲਾਗੂ ਕਿਵੇਂ ਕਰਨਾ ਹੈ, ਦੈਨ ਆਰਡਰਸ ਤੇ ਰੂਲਸ ਆ ਜਾਂਦੇ ਨੇ। ਇਸ ਜਿਹੜੀ ਬੁੱਕ ਹੈ ਸਾਡੀ, ਇਹ ਬੁੱਕ ਦੇ ਵਿੱਚ 51 ਰੂਲਸ ਨੇ, ਆਰਡਰਸ ਨੇ, ਸੌਰੀ 51 ਆਰਡਰਸ ਨੇ। ਉਹਨਾਂ ਆਰਡਰ ਦੇ ਅਗੇਂਸਟ, ਕਿਸੇ ਆਰਡਰ ਦੇ ਅਗੇਂਸਟ 10 ਰੂਲ ਨੇ, ਕਿਸੇ ਦੇ 20 ਰੂਲ ਨੇ, ਕਿਸੇ ਦੇ 5 ਰੂਲ ਨੇ, ਡਿਫਰੈਂਟ ਮਤਲਬ ਕਿ ਨੰਬਰ ਆਫ ਰੂਲਸ ਹੈਗੇ ਆ। ਹਰ ਇੱਕ ਜਿਹੜਾ ਸਾਡਾ ਆਰਡਰ ਹੈਗਾ, ਹਰ ਇੱਕ ਆਰਡਰ ਦੇ ਵੱਖਰੇ ਵੱਖਰੇ ਰੂਲ ਨੇ। ਜਿਵੇਂ ਪਾਰਟੀਕੂਲਰ ਵਿਸ਼ੇ ਨੂੰ ਲੈ ਕੇ ਕੋਈ ਆਰਡਰ ਜਾਰੀ ਕੀਤਾ ਜਾਂਦਾ ਹੈ, ਉਹ ਆਰਡਰ ਦੀਆਂ ਕੀ ਇਨਸਟਰਕਸ਼ਨਸ ਹੋ ਸਕਦੀਆਂ ਨੇ, ਕੀ ਪ੍ਰੋਸੀਜਰ ਹੋ ਸਕਦਾ ਹੈ, ਉਹ ਜਿਹੜਾ ਸੈਕਸ਼ਨਸ ਨੂੰ ਲਾਗੂ ਕਰਨ ਦੇ ਲਈ ਕਿਵੇਂ ਕਿਵੇਂ ਅਸੀਂ ਫੋਲੋ ਪ੍ਰੋਸੀਜਰ ਅਡਾਪਟ ਕਰਨਾ ਹੈਗਾ, ਉਹ ਰੂਲ ਦੇ ਵਿੱਚ ਸਾਨੂੰ ਦਿੱਤਾ ਗਿਆ ਹੈ। ਠੀਕ ਹੈ ਜੀ, ਆਰਡਰ ਦੇ ਅਗੇਂਸਟ ਜਿਹੜੇ ਰੂਲ ਬਣਾਏ ਗਏ ਨੇ। ਹੁਣ ਆਪਾਂ ਪਹਿਲਾਂ ਦੇਖਾਂਗੇ ਵੀ ਇਹ ਜਿਹੜੀ ਬੁੱਕ ਹੈ, ਇਹਦੀ ਇੰਟਰੋਡਕਸ਼ਨ ਪਾਰਟ ਕੱਢ ਲਓ। ਦਾ ਕੋਡ ਆਫ ਸਿਵਲ ਪ੍ਰੋਸੀਜਰ 1908 ਇੰਟਰੋਡਕਸ਼ਨ। ਜਦੋਂ ਤੁਹਾਨੂੰ ਕਿਸੇ ਬੁੱਕ ਦੀ ਇੰਟਰੋਡਕਸ਼ਨ ਹੋਵੇ, ਜਾਣਕਾਰੀ ਹੋਵੇ, ਤਾਂ ਤੁਹਾਨੂੰ ਉਸ ਬੁੱਕ ਦੇ ਪੜ੍ਹਨ ਦੇ ਵਿੱਚ ਇੰਟਰਸਟ ਵੀ ਬਣਦਾ ਹੈ ਤੇ ਸਮਝ ਵੀ ਬੁੱਕ ਆਉਂਦੀ ਹੈ। ਰਾਈਟਰ ਜਿਹੜਾ ਬੁੱਕ ਦਾ ਹੈਗਾ ਕੌਣ ਸੀਗਾ, ਕਿਵੇਂ ਬੁੱਕ ਲਿਖੀ ਗਈ, ਸਰਕਾਰ ਵੱਲੋਂ ਲਿਖੀ ਗਈ, ਕਿਸ ਤਰ੍ਹਾਂ ਲਿਖੀ ਗਈ, ਕਾਰਨ ਕੀ ਸੀਗੇ, ਰੀਜ਼ਨ ਕੀ ਸੀਗੇ, ਸਮੇਂ ਸਮੇਂ ਤੇ ਕੀ ਪ੍ਰੋਬਲਮ ਆਈ, ਕਿਉਂ ਬੁੱਕ ਲਿਖਣੀ ਪਈ। ਠੀਕ ਹੈ, ਇਹ ਸਾਰਾ ਇੰਟਰੋਡਕਸ਼ਨ ਦੇ ਵਿੱਚ ਦਿੱਤਾ ਜਾਂਦਾ ਹੈ। ਜਾਂ ਜਿਵੇਂ ਕਿ ਰਾਈਟਰਸ ਆਪਣੀ ਰਾਈਟਰਸ ਵੱਲੋਂ ਫਾਰਵਰਡ ਲਗਾਇਆ ਜਾਂਦਾ ਹੈ, ਉਹ ਬੁੱਕ ਦੇ ਫਾਰਵਰਡ 'ਚ ਵੀ ਰਾਈਟਰਸ ਵੱਲੋਂ ਵੀ ਕੁਛ ਆਪਦੇ ਕਮੈਂਟਸ ਦਿੱਤੇ ਜਾਂਦੇ ਹੁੰਦੇ ਆ ਵੀ ਇਹ ਮੈਂ ਬੁੱਕ ਕਿਉਂ ਲਿਖ ਰਿਹਾ, ਕੀ ਇਹਦਾ ਕਾਰਨ ਹੈ, ਕੀ ਇਹਦੇ ਵਿੱਚ ਉਹਦੀ ਲਿਖਣ ਦੀ ਮਨਸ਼ਾ ਕੀ ਹੈ ਰਾਈਟਰ ਦੀ। ਇਸ ਕਰਕੇ ਕੋਈ ਬੁੱਕ ਲਿਖਣ ਤੋਂ ਪਹਿਲਾਂ, ਕੋਈ ਬੁੱਕ ਪੜ੍ਹਨ ਤੋਂ ਪਹਿਲਾਂ ਸਾਨੂੰ ਉਹਦੀ ਜਿਹੜੀ ਜਾਣਕਾਰੀ ਹੈਗੀ ਹੈ, ਜਨਰਲ ਨੌਲੇਜ ਹੋਣੀ ਚਾਹੀਦੀ, ਜ਼ਰੂਰੀ ਹੁੰਦੀ ਹੈ, ਤਾਂ ਕਿ ਸਾਨੂੰ ਜਿਹੜੀ ਬੁੱਕ ਦੇ ਵਿੱਚ ਫਿਰ ਦਿੱਕਤ ਨਹੀਂ ਆਉਂਦੀ ਪੜ੍ਹਨ ਦੇ ਵਿੱਚ, ਸਮਝਣ ਦੇ ਵਿੱਚ ਵੀ। ਇਹ ਵਾਲਾ ਕੱਢ ਲਓ ਜੀ ਤੁਸੀਂ, ਇੰਟਰੋਡਕਸ਼ਨ ਫਸਟ ਪੇਜ। ਜੋ ਹੀ ਸਾਡਾ ਇੰਡੈਕਸ ਖਤਮ ਹੁੰਦਾ ਹੈ, ਇੰਡੈਕਸ ਖਤਮ ਹੋਣ ਤੋਂ ਬਾਅਦ, ਜੋ ਹੀ ਸਾਡਾ ਇੰਡੈਕਸ ਤੇ ਆਰਡਰ, ਲਾਸਟ ਵਾਲਾ ਆਰਡਰ ਖਤਮ ਹੁੰਦਾ ਹੈ, ਇਸ ਖਤਮ ਹੋਣ ਤੋਂ ਬਾਅਦ ਸਾਡਾ ਜਿਹੜਾ ਪਹਿਲਾ ਪੇਜ ਹੈਗਾ, ਇਹ ਹੈਗਾ ਇੰਟਰੋਡਕਸ਼ਨ ਪਾਰਟ ਹੈਗਾ, ਸਿੰਗਲ ਪੇਜ ਹੈ, ਇੱਕੋ ਹੀ। ਇਹ 'ਚ ਅਸੀਂ ਦੇਖਦੇ ਹਾਂ ਜੀ ਹਿਸਟਰੀ ਕੀ ਹੈ ਇਸ ਬੁੱਕ ਦੀ। The history of civil procedure begins with the year 1859। ਜਿਵੇਂ ਅਸੀਂ ਕੱਲ ਪੜ੍ਹਿਆ ਸੀਗਾ ਵੀ ਜਿਹੜਾ ਸਾਡਾ IPC ਹੈ, ਇੰਡੀਅਨ ਪੀਨਲ ਕੋਡ ਹੈ, ਉਹ ਕਿਹੜੇ ਸਾਲ 'ਚ ਬਣਿਆ ਸੀਗਾ, 1860 ਦੇ ਵਿੱਚ। ਮਤਲਬ ਕਿ ਇਹ ਵੀ ਲਗਭਗ ਉਸੇ ਪੀਰੀਅਡ ਦੇ ਵਿੱਚ ਸਟਾਰਟ ਹੋਇਆ ਪ੍ਰੋਸੀਡਿੰਗ ਇਹਦੀਆਂ। 1859 ਦੇ ਵਿੱਚ ਸਟਾਰਟ ਹੋਇਆ ਇਹ ਜਿਹੜਾ ਕੋਡ ਹੈ ਬਣਨਾ। When the first uniform code of civil procedure was enacted। ਪਹਿਲੀ ਵਾਰੀ 1859 ਦੇ ਵਿੱਚ ਜਿਹੜਾ CPC ਬਣੀ। ਕਾਹਦੇ ਵਾਸਤੇ ਬਣੀ? ਕੰਟਰੀ ਦੇ ਵਿੱਚ ਅਲੱਗ-ਅਲੱਗ ਕੋਰਟਾਂ ਸੀਗੀਆਂ, ਜਗ੍ਹਾ ਜਗ੍ਹਾ ਤੇ ਕੋਰਟਾਂ ਸੀਗੀਆਂ। ਹਰ ਕੋਰਟ ਦੇ ਵਿੱਚ, ਹਰ ਸਟੇਟ ਦੇ ਵਿੱਚ, ਹਰ ਏਰੀਆ ਦੇ ਵਿੱਚ ਜਿਹੜਾ ਪ੍ਰੋਸੀਜਰ ਸੀਗਾ ਉਹ ਵੱਖਰਾ ਵੱਖਰਾ ਕੋਰਟਾਂ ਵੱਲੋਂ ਅਡਾਪਟ ਕੀਤਾ ਜਾਂਦਾ ਸੀਗਾ। ਉਸ ਪ੍ਰੋਸੀਜਰ ਨੂੰ ਯੂਨੀਫਾਰਮ ਕਰਨ ਦੇ ਲਈ ਵੀ ਪੂਰੇ ਇੰਡੀਆ ਦੇ ਵਿੱਚ ਇੱਕੋ ਹੀ ਪ੍ਰੋਸੀਜਰ ਅਡਾਪਟ ਕੀਤਾ ਜਾਵੇ, ਤਾਂ ਜਿਹੜਾ ਇਹ ਇਨੈਕਟਮੈਂਟ ਕੀਤੀ ਗਈ। ਤਾਂ ਜਿਹੜਾ ਇਹ ਐਕਟ ਹੈ ਈਅਰ 1859 ਦੇ ਵਿੱਚ, when the first uniform code of civil procedure was enacted, ਇਹ ਜਿਹੜਾ ਕਾਨੂੰਨ ਬਣਿਆ 1859 ਦੇ ਵਿੱਚ। Before that there was no uniformity in the law of civil procedure applicable in the whole of the country। ਪੂਰੇ ਕੰਟਰੀ ਦੇ ਵਿੱਚ ਇਸ ਤੋਂ ਪਹਿਲਾਂ ਕੋਈ ਯੂਨੀਫਾਰਮ ਲਾ ਨਹੀਂ ਸੀਗਾ। ਵੱਖ-ਵੱਖ ਕਾਨੂੰਨ, ਵੱਖ-ਵੱਖ ਲਾਅ, ਵੱਖ-ਵੱਖ ਪ੍ਰੋਸੀਜਰ ਸੀਗਾ ਜਿਹੜਾ ਅਲੱਗ-ਅਲੱਗ ਕੋਰਟਾਂ ਵੱਲੋਂ ਅਲੱਗ-ਅਲੱਗ ਏਰੀਆ ਦੇ ਵਿੱਚ ਅਡਾਪਟ ਕੀਤਾ ਜਾਂਦਾ ਸੀਗਾ। ਫਿਰ ਕੀ ਹੋਇਆ? ਐਫਰਟ ਕੀਤੇ ਗਏ। ਕੀ ਐਫਰਟ ਕੀਤੇ ਗਏ? ਯੂਨੀਫਾਰਮ ਪ੍ਰੋਸੀਜਰ ਮੇਡ ਵੈਨ ਸਰ ਚਾਰਲਸ ਵੁੱਡ, ਜਦੋਂ ਚਾਰਲਸ ਵੁੱਡ ਸੀਗੇ, ਕੋਈ ਅੰਗਰੇਜ਼ ਅਫਸਰ ਸੀਗੇ, ਦ ਦੈਨ ਪ੍ਰੈਜ਼ੀਡੈਂਟ ਆਫ ਦਾ ਬੋਰਡ ਆਫ ਅਫੇਅਰਸ ਆਫ ਇੰਡੀਆ। ਇੰਡੀਆ ਦੇ ਜਿਹੜੇ ਅਫੇਅਰ ਸੀਗੇ, ਇੰਡੀਆ ਦੇ ਕੰਮਾਂ ਕਾਰਾਂ ਨੂੰ ਜਿਹੜੇ ਦੇਖਦੇ ਸੀਗੇ, ਉਹਦੇ ਜਿਹੜੇ ਪ੍ਰੈਜ਼ੀਡੈਂਟ ਸੀ ਚਾਰਲਸ ਵੁੱਡ ਸੀਗੇ, ਉਹਨਾਂ ਨੇ ਇੰਸਟਰਕਸ਼ਨ ਦਿੱਤੀਆਂ। ਸੈਕੰਡ ਲਾਅ ਕਮਿਸ਼ਨ ਬਣਾਇਆ ਗਿਆ। ਸੈਕੰਡ ਲਾਅ ਕਮਿਸ਼ਨ ਬਣਾਇਆ ਗਿਆ ਟੂ ਐਡਰੈਸ themselves for preparing a code of simple uniform procedure। ਉਹਨਾਂ ਵੱਲੋਂ ਸੈਕੰਡ ਲਾਅ ਕਮਿਸ਼ਨ ਬਣਾਇਆ ਗਿਆ ਵੀ ਇੱਕ ਸਿੰਪਲ, ਬਿਲਕੁਲ ਸਿੰਪਲ ਯੂਨੀਫਾਰਮ ਕੋਡ, ਮਤਲਬ ਇਕਸਾਰ ਹੋਵੇ, ਸਾਰੇ ਕੰਟਰੀ ਦੇ ਵਿੱਚ ਇਕਸਾਰ ਲਿਆਂਦਾ ਜਾਵੇ, ਸਾਰੇ ਕੰਟਰੀ ਦੇ ਵਿੱਚ ਇਕਸਾਰ ਜਿਹੜਾ ਹੈਗਾ ਪ੍ਰੋਸੀਜਰ ਕੋਰਟਾਂ ਵੱਲੋਂ ਅਡਾਪਟ ਕੀਤਾ ਜਾਵੇ। ਇਸ ਕਰਕੇ ਉਹਨਾਂ ਨੇ ਕੀ ਹੈ, ਇੱਕ ਸੈਕੰਡ ਲਾਅ ਕਮਿਸ਼ਨ ਬਿਠਾਇਆ ਗਿਆ। ਐਪਲੀਕੇਬਲ ਟੂ ਦ ਕੋਰਟਸ ਆਫ ਦ ਕੰਟਰੀ, ਦ ਕਮਿਸ਼ਨ ਪ੍ਰੀਪੇਅਰਡ 4 ਡਰਾਫਟ ਕੋਡ। ਉਸ ਕਮਿਸ਼ਨ ਨੇ 4 ਡਰਾਫਟ ਬਣਾਏ। ਠੀਕ ਹੈ ਜੀ, ਪ੍ਰੋਸੀਜਰ ਦੇ 4 ਡਰਾਫਟ ਬਣਾਏ which were intended to apply to ordinary civil courts of the lower province of the Bengal
ਬੰਗਾਲ ਦੇ ਏਰੀਏ ਦੇ ਵਿੱਚ, ਮਦਰਾਸ ਦੇ ਏਰੀਏ ਦੇ ਵਿੱਚ ਵੱਖਰਾ, ਬੰਬੇ ਨਾਰਥ ਵੈਸਟ ਪ੍ਰੋਵਿੰਸਸ ਜਿਹੜੇ ਏਰੀਏ ਸੀ ਉਹ ਵੱਖਰੇ ਵੱਖਰੇ ਜਿਹੜੇ 4 ਕੋਡ ਬਣਾਏ ਗਏ। ਫਿਰ ਉਸ ਤੋਂ ਬਾਅਦ ਕੀ ਹੋਇਆ, ਆਫਟਰਵਰਡਸ 4 ਬਿਲਸ ਬੇਸਡ ਔਨ ਥੀਸ ਡਰਾਫਟਸ ਵਰ ਇਕੱਠੇ ਕੀਤੇ ਗਏ, ਮੈਲਗਮੇਟਡ ਐਂਡ ਇਨੈਕਟਡ ਐਜ਼ ਅ ਕੋਡ ਆਫ ਸਿਵਲ ਪ੍ਰੋਸੀਜਰ 1859। ਉਹਨਾਂ ਚਾਰੇ ਬਿੱਲਾਂ ਨੂੰ ਇਕੱਠੇ ਕਰਕੇ ਇੱਕ ਕੋਡ ਬਣਾਇਆ ਗਿਆ 1859। However, the Code of Civil Procedure 1859 was not applicable to the Supreme Courts। ਜਿਹੜਾ ਇਹ ਐਕਟ ਬਣਾਇਆ ਗਿਆ ਸੀਗਾ, ਕਾਨੂੰਨ ਬਣਾਇਆ ਗਿਆ ਸੀਗਾ, ਇਹ ਜਿਹੜੀਆਂ ਸੁਪਰੀਮ ਕੋਰਟਾਂ ਸੀਗੀਆਂ, ਪ੍ਰੈਜ਼ੀਡੈਂਸੀ ਟਾਊਨਸ ਦੀਆਂ, ਪ੍ਰੈਜ਼ੀਡੈਂਸੀ ਟਾਊਨਸ ਕਿਹੜੇ ਨੇ, ਬੰਬੇ, ਮਦਰਾਸ, ਕੈਲਕਟਾ, ਐਂਡ ਪ੍ਰੈਜ਼ੀਡੈਂਸੀ ਸਮਾਲ ਕਾਜ਼ਸ ਕੋਰਟ। ਇੱਕ ਸਮਾਲ ਕਾਜ਼ਸ ਕੋਰਟਸ ਹੁੰਦੀਆਂ ਨੇ, ਸਮਾਲ ਕਾਜ਼ਸ ਕੋਰਟ ਆਪਾਂ ਜਾ ਕੇ ਅੱਗੇ ਡਿਟੇਲ ਚ ਪੜਾਂਗੇ ਕਿਹੜੀਆਂ ਛੋਟੀਆਂ ਕੋਰਟਾਂ ਜਿਹੜੀਆਂ ਹੁੰਦੀਆਂ ਜਿਹਨਾਂ ਨੂੰ ਕੋਈ ਪਾਰਟਿਕੂਲਰ ਮੁਕੱਦਮੇ ਦਿੱਤੇ ਨੇ, ਛੋਟੇ ਛੋਟੇ ਮੁਕੱਦਮੇ ਦਿੱਤੇ ਜਾਂਦੇ ਨੇ, ਉਹਨਾਂ ਨੇ ਵੱਡੇ ਮੁਕੱਦਮਿਆਂ ਨੂੰ ਡੀਲ ਪ੍ਰੋਪਰ ਨਹੀਂ ਕਰਨਾ ਹੁੰਦਾ, ਉਹਨਾਂ ਨੂੰ ਵੱਡੀਆਂ ਕੋਰਟਾਂ ਜਿਹੜੀਆਂ ਹੁੰਦੀਆਂ ਨੇ ਮੁਕੱਦਮੇ ਨੂੰ ਡੀਲ ਕਰਕੇ ਉਹਦੀ ਫਰਦਰ ਐਗਜ਼ੀਕਿਊਸ਼ਨ ਦੇ ਲਈ ਛੋਟੀਆਂ ਸਮਾਲ ਕਾਜ਼ਸ ਕੋਰਟਸ ਹੁੰਦੇ ਜਾਂਦੀਆਂ ਨੇ। ਠੀਕ ਹੈ। ਆਫਟਰ ਦਾ ਪਾਸਿੰਗ ਆਫ ਦਾ ਕੋਡ ਇਟ ਵਾਸ ਸਬਜੈਕਟ ਟੂ ਅ ਸੀਰੀਜ਼ ਆਫ ਅਮੈਂਡਮੈਂਟਸ। ਬਹੁਤ ਸਾਰੀਆਂ ਅਮੈਂਡਮੈਂਟਾਂ ਦੀ ਲੋੜ ਪਈ ਜਦੋਂ ਇਹ ਕੋਡ ਬਣਿਆ। ਇਹ ਸੁਪਰੀਮ ਕੋਰਟਾਂ ਨੂੰ ਐਪਲੀਕੇਬਲ ਨਹੀਂ ਹੋਇਆ, ਸੁਪਰੀਮ ਕੋਰਟਾਂ ਦੇ ਵਿੱਚ ਸਮਾਲ ਕਾਜ਼ ਕੋਰਟਸ ਵੀ ਐਪਲੀਕੇਬਲ ਨਹੀਂ ਹੋਇਆ। ਫਿਰ ਅਮੈਂਡਮੈਂਟ ਦੀ ਜ਼ਰੂਰਤ ਪਈ। ਇਨ ਦਾ ਮੇਨ ਟਾਈਮ ਇਟ ਵਾਸ ਐਕਸਟੈਂਡਡ ਸਬਜੈਕਟ ਟੂ ਸਮ ਮੋਡੀਫਿਕੇਸ਼ਨਸ ਹੋਲ ਆਫ ਦਾ ਬ੍ਰਿਟਿਸ਼ ਇੰਡੀਆ। ਫਿਰ ਇਹਦੇ ਵਿੱਚ ਬਹੁਤ ਸਾਰੀਆਂ ਮੋਡੀਫਿਕੇਸ਼ਨਸ ਕਰਕੇ ਬ੍ਰਿਟਿਸ਼ ਇੰਡੀਆ, ਜਦੋਂ ਅੰਗਰੇਜ਼ਾਂ ਦਾ ਰਾਜ ਸੀਗਾ ਉਦੋਂ ਇੰਡੀਆ ਨੂੰ ਬ੍ਰਿਟਿਸ਼ ਇੰਡੀਆ ਕਿਹਾ ਜਾਂਦਾ ਸੀਗਾ। ਫਿਰ ਪੂਰੇ ਬ੍ਰਿਟਿਸ਼ ਇੰਡੀਆ ਦੇ ਵਿੱਚ ਅਮੈਂਡਮੈਂਟ ਤੋਂ ਬਾਅਦ ਜਿਹੜਾ ਇਹ 1859 ਵਾਲਾ ਕੋਡ ਸੀਗਾ ਇਹ ਲਾਗੂ ਕੀਤਾ ਗਿਆ। ਦੈਨ ਦਾ ਕੋਡ 1859 ਵਾਸ ਸੂਨ ਫਾਊਂਡ ਟੂ ਬੀ ਲੈਕਿੰਗ। ਬਹੁਤ ਸਾਰੀਆਂ ਕਮਜ਼ੋਰੀਆਂ, ਬਹੁਤ ਕਮੀਆਂ ਇਹ 'ਚ ਨਜ਼ਰ ਆਈਆਂ। ਜਦੋਂ ਪੂਰੇ ਇੰਡੀਆ ਦੇ ਵਿੱਚ ਲਾਗੂ ਕੀਤਾ ਗਿਆ ਤਾਂ ਬਹੁਤ ਸਾਰੀਆਂ ਕੋਰਟਾਂ ਦੇ ਵਿੱਚ ਪ੍ਰੋਬਲਮਾਂ ਕ੍ਰੀਏਟ ਹੋਈਆਂ, ਲੈਕਿੰਗ, ਕਮੀਆਂ ਨਜ਼ਰ ਆਈਆਂ। ਡੂਰਿੰਗ 1863-64 a comprehensive bill was prepared by Harrington to replace it। ਇਸ 1859 ਦੇ ਕੋਡ ਨੂੰ, ਐਕਟ ਨੂੰ ਰਿਪਲੇਸ ਕਰਨ ਦੀ ਖਾਤਰ ਉਸ ਵੇਲੇ ਮਿਸਟਰ ਹੈਰਿੰਗਟਨ ਹੁੰਦੇ ਸੀਗੇ, ਉਹਨਾਂ ਨੇ ਇੱਕ ਬਿੱਲ ਤਿਆਰ ਕਰਵਾਇਆ, ਬਿੱਲ ਤਿਆਰ ਕੀਤਾ, ਡਿਟੇਲਡ ਬਿੱਲ ਤਿਆਰ ਕੀਤਾ। ਬਟ ਫॉर some reasons the enactment of the bill was deferred। ਇਹ ਡੈਫਰ ਕਰਤਾ ਗਿਆ, ਅੱਗੇ ਪਾ ਦਿੱਤਾ ਗਿਆ ਸੀ। ਜਿਹੜੀ ਕਾਰਵਾਈ ਸੀਗੀ ਇਹ ਜਿਹੜੀ ਬਿੱਲ ਦੀ ਕਾਰਵਾਈ ਸੀ ਅੱਗੇ ਪਾ ਦਿੱਤੀ ਗਈ ਕਿਸੇ ਕਾਰਨ। ਐਂਡ ਇਨ ਦਾ ਮੀਨ ਟਾਈਮ ਐਕਟਸ ਡੀਲਿੰਗ ਵਿਦ ਦਾ ਪਾਰਟਿਕੂਲਰ ਬ੍ਰਾਂਚਸ ਆਫ ਦਾ ਲਾਅ ਵਰ ਇਨੈਕਟਡ। ਕੀ ਹੋਇਆ, ਪਾਰਟਿਕੂਲਰ ਬ੍ਰਾਂਚ ਨੂੰ ਲੈ ਕੇ ਨਵੇਂ ਨਵੇਂ ਕਾਨੂੰਨ ਬਣਾਏ ਗਏ, ਜਿਵੇਂ ਰੈਵਨਿਊ ਦਾ ਕਾਨੂੰਨ ਵੱਖਰਾ ਬਣਾਇਆ ਗਿਆ, ਹੋਰ ਐਕਸਾਈਜ਼ ਦਾ ਵੱਖਰਾ ਬਣਾਇਆ ਗਿਆ। ਠੀਕ ਹੈ। ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਜਿਵੇਂ ਆਪਣੇ ਪੰਚਾਇਤ ਦਾ ਕਾਨੂੰਨ ਵੱਖਰਾ ਬਣਾਇਆ ਗਿਆ। ਏਦਾਂ ਅਲੱਗ-ਅਲੱਗ ਵਿਸ਼ਿਆਂ ਨੂੰ ਲੈ ਕੇ ਵੱਖਰੇ ਵੱਖਰੇ ਕਾਨੂੰਨ ਬਣਾਏ ਗਏ। ਇਸ ਗੱਲ ਨੂੰ ਯੂਨੀਫਾਰਮ ਕੋਡ ਦੀ ਜਿਹੜੀ ਗੱਲ ਸੀਗੀ ਉਹਨੂੰ ਇੱਕ ਪਾਸੇ ਛੱਡਦੇ ਹੋਏ ਨਹੀਂ ਸੀ ਲਾਗੂ ਹੋ ਰਿਹਾ। ਕੋਈ ਕਾਰਨ ਸੀਗੇ, ਅਲੱਗ-ਅਲੱਗ ਵਿਸ਼ੇ ਸੀ, ਅਲੱਗ-ਅਲੱਗ ਸਬਜੈਕਟ ਸੀਗੇ, ਸਾਰਿਆਂ ਨੂੰ ਕਵਰ ਅਪ ਨਹੀਂ ਸੀ ਕੀਤਾ ਜਾ ਰਿਹਾ, ਪ੍ਰੋਬਲਮਾਂ ਆ ਰਹੀਆਂ ਸੀਗੀਆਂ। ਐਂਡ ਥੀਸ ਨੈਸੈਸਿਟੀਜ਼ ਕੋਰਸਪੋਂਡਿੰਗ ਚੇਂਜਸ ਇਨ ਦਾ ਕੋਡ ਆਫ ਸਿਵਲ ਪ੍ਰੋਸੀਜਰ। ਫਿਰ ਇੱਥੇ ਕੀ ਹੋਇਆ, ਜਦੋਂ ਅਲੱਗ-ਅਲੱਗ ਵਿਸ਼ਿਆਂ ਤੇ ਅਲੱਗ-ਅਲੱਗ ਕਾਨੂੰਨ ਬਣੇ ਤਾਂ ਲੋੜ ਮਹਿਸੂਸ ਹੋਈ ਵੀ ਜਿਹੜਾ 1859 ਦਾ ਸਾਡਾ CPC ਬਣੀ ਹੈ ਇਹਦੇ ਵਿੱਚ ਵੀ ਅਮੈਂਡਮੈਂਟਸ ਬਹੁਤ ਸਾਰੀਆਂ ਹੋਣੀਆਂ ਚਾਹੀਦੀਆਂ ਨੇ। ਉਹਨੂੰ ਯੂਨੀਫਾਰਮ ਕਰਨ ਦੀ ਖਾਤਰ, ਉਹਨੂੰ ਕਵਰ ਕਰਨ ਦੀ ਖਾਤਰ ਇਹਦੇ 'ਚ ਬਹੁਤ ਜ਼ਿਆਦਾ ਲੋੜ ਹੈਗੀ ਹੈ ਅਮੈਂਡਮੈਂਟਸ ਕਰਨ ਦੀ। ਦੈਨ ਫਿਰ ਕੀ ਹੋਇਆ, ਲੇਟਰ ਡਾਕਟਰ ਵਿਟਲੇ ਸਟੋਕਸ, ਦਾ ਦੈਨ ਸੈਕਟਰੀ ਆਫ ਦਾ ਗਵਰਨਮੈਂਟ ਆਫ ਇੰਡੀਆ, ਲੈਜਿਸਲੇਟਿਵ ਡਿਪਾਰਟਮੈਂਟ, ਜਿਹੜਾ ਵਿਧਾਨ ਸਭਾ ਦੇ ਡਿਪਾਰਟਮੈਂਟ ਦਾ ਸੈਕਟਰੀ ਸੀਗਾ ਉਸ ਵੇਲੇ, ਡਾਕਟਰ ਵਿਟਲੇ ਸਟੋਕਸ ਰੀਅਰੇਂਜਡ, ਉਹਨੇ ਫਿਰ ਦੁਬਾਰਾ ਅਰੇਂਜਮੈਂਟ ਕੀਤੇ। ਕਾਹਦੇ ਲਈ, ਦਾ ਸੈਟ ਡਰਾਫਟ ਬਿਲ ਪ੍ਰੀਪੇਅਰਡ ਮਿਸਟਰ ਹੈਰਿੰਗਟਨ। ਮਿਸਟਰ ਹੈਰਿੰਗਟਨ ਨੂੰ ਫਿਰ ਕਿਹਾ ਵੀ ਤੁਸੀਂ ਜਿਹੜਾ ਪਹਿਲਾਂ ਉਸ ਵੇਲੇ ਪੈਂਡਿੰਗ ਹੋ ਗਿਆ ਸੀ, ਡੈਫਰ ਕਰ ਦਿੱਤਾ ਗਿਆ ਸੀਗਾ, ਉਹਨੂੰ ਦੁਬਾਰਾ ਫਿਰ ਤਿਆਰ ਕਰੋ ਸਿਸਟਮੈਟਿਕ ਮੈਨਰ ਦੇ ਰਾਹੀਂ, ਐਜ਼ ਪਰ ਦਾ ਪ੍ਰੋਵੀਜ਼ਨਸ ਆਫ ਦਾ ਕੋਡ ਆਫ 1859। ਜਿਹੜੇ 1859 ਦੀਆਂ ਪ੍ਰੋਵੀਜ਼ਨ ਨੇ ਉਹਨੂੰ ਵੀ ਬੰਦੇ ਨਜ਼ਰ ਰੱਖਦੇ ਹੋਏ ਤੁਸੀਂ ਨਵਾਂ ਡਰਾਫਟ ਤਿਆਰ ਕਰੋ, ਨਵਾਂ ਬਿੱਲ ਬਣਾਓ, ਨਵਾਂ ਐਕਟ ਬਣਾਈਏ। ਹੀ ਇੰਟਰੋਡਿਊਸਡ ਏ ਨੰਬਰ ਆਫ ਨਿਊ ਪ੍ਰੋਵੀਜ਼ਨਸ। ਜਿਹੜਾ 1859 ਦਾ ਐਕਟ ਬਣਾਇਆ ਗਿਆ ਸੀਗਾ ਉਹਦੇ ਵਿੱਚ ਬਹੁਤ ਸਾਰੀਆਂ ਹੋਰ ਨਵੀਆਂ ਜਿਹੜੀਆਂ ਹੈਗੀਆਂ ਪ੍ਰੋਵੀਜ਼ਨਸ ਉਹ ਇੰਟਰੋਡਿਊਸ ਕੀਤੀਆਂ ਗਈਆਂ, ਬੇਸਡ ਔਨ ਦਾ ਆਰਡਰਸ ਆਫ ਦਾ ਰੂਲਸ ਮੇਡ ਅੰਡਰ ਦਾ ਜੁਡੀਕੇਚਰ ਐਕਟਸ ਇਨ ਇੰਗਲੈਂਡ। ਇੰਗਲੈਂਡ ਦੇ ਰੂਲ ਨੂੰ ਦੇਖਿਆ ਗਿਆ, ਇੰਗਲੈਂਡ ਦੇ ਕਾਨੂੰਨ ਨੂੰ ਦੇਖਿਆ ਗਿਆ। ਐਂਡ ਆਲਸੋ ਬੋਰੋਡ ਸਮ ਪ੍ਰੋਵੀਜ਼ਨਸ, ਬਹੁਤ ਸਾਰੀਆਂ ਪ੍ਰੋਵੀਜ਼ਨ ਸੀ ਜਿਹੜੀਆਂ ਉਹ ਨਿਊਯਾਰਕ ਸਿਵਲ ਕੋਡ, ਨਿਊਯਾਰਕ ਦਾ ਜਿਹੜਾ ਸਿਵਲ ਕੋਡ ਸੀਗਾ ਉਹਨੂੰ ਵੀ ਦੇਖਿਆ ਗਿਆ, ਉਹਨੂੰ ਵੀ ਵਾਚਿਆ ਗਿਆ। ਠੀਕ ਹੈ ਜੀ। ਉਹਦੇ ਤੇ ਵੀ ਕੁਝ ਲਿਆ ਗਿਆ ਇਹਨਾਂ ਵਿੱਚੋਂ। ਸਰ ਆਰਥਰ ਹੌਬ ਹਾਊਸ, ਦਾ ਦੈਨ ਲਾਅ ਮੈਂਬਰ, ਉਸ ਵੇਲੇ ਜਿਹੜੇ ਸਰ ਆਰਥਰ
ਹੌਬ ਹਾਊਸ ਸੀਗੇ ਦਾ ਲਾ ਮੈਂਬਰ ਸੀਗੇ ਮੇਡ ਸਬਸਟੈਂਸ਼ੀਅਲ ਕੰਟਰੀਬਿਊਸ਼ਨ, ਉਹਨਾਂ ਨੇ ਬਹੁਤ ਸਾਰਾ ਯੋਗਦਾਨ ਪਤਾ ਕੀਤਾ ਟੂ ਦਾ ਡਰਾਫਟ ਦਾ ਬਿੱਲ, ਨਵਾਂ ਬਿੱਲ ਬਣਾਉਣ ਦੀ ਖਾਤਰ ਵਿਦ ਸਰਟਨ ਮੋਡੀਫਿਕੇਸ਼ਨਸ, ਬਹੁਤ ਸਾਰੀਆਂ ਜਿਹੜੀਆਂ ਸੀਗੀਆਂ ਚੇਂਜਸ ਲਿਆਂਦੀਆਂ ਗਈਆਂ। ਦਾ ਬਿੱਲ ਵਾਜ਼ ਐਨੈਕਟਡ ਐਜ਼ ਕੋਡ ਆਫ ਸਿਵਲ ਪ੍ਰੋਸੀਜਰ 1877, ਜਿਹੜਾ ਉਹ ਬਿੱਲ ਸੀਗਾ ਫਿਰ ਉਸ ਨੂੰ ਕੀ ਕਿਹਾ ਗਿਆ, ਦਾ ਬਿੱਲ ਵਾਜ਼ ਐਨੈਕਟਡ, ਕਾਨੂੰਨ ਬਣਾਇਆ ਗਿਆ ਸਿਵਲ ਪ੍ਰੋਸੀਜਰ ਕੋਡ 1877 ਦੇ ਵਿੱਚ ਦੁਬਾਰਾ ਨਵਾਂ ਤਿਆਰ ਹੋਇਆ। ਠੀਕ ਹੈ ਜੀ। ਫਿਰ ਕੀ ਹੋਇਆ ਦੇਖੋ ਕਿੱਥੋਂ ਚੱਲਿਆ ਹੋਇਆ 1859 ਤੋਂ 1877 ਆ ਗਿਆ, ਪਰ ਅਜੇ ਕਮੀਆਂ ਦੂਰ ਨਹੀਂ ਹੋਈਆਂ ਜੀ। ਸਾਰੇ ਕਿੰਨੇ ਨੰਬਰ ਪੇਜ ਤੇ ਇਹਦਾ ਭਾਰ ਇਹ ਤਾਂ ਪਹਿਲੇ ਹੀ ਪੇਜ ਹੈ ਜੀ, ਜਿਹੜਾ ਆਪਣਾ ਇੰਟਰੋਡਕਸ਼ਨ, ਜਿਹੜਾ ਆਪਣਾ ਇਹ ਹੈਗਾ ਇੰਡੈਕਸ ਹੈ। ਇੰਡੈਕਸ ਨਹੀਂ ਇੰਡੈਕਸ ਖਤਮ ਹੁੰਦੇ ਸਾਰੀ ਇੰਟਰੋਡਕਸ਼ਨ ਸ਼ੁਰੂ ਹੋ ਜਾਂਦੀ ਹੈ। ਚਲੋ ਕੋਈ ਗੱਲ ਨਹੀਂ, ਤੁਸੀਂ ਸੁਣ ਲਓ, ਮੈਂ ਇਹਦੇ ਵਿੱਚ ਪਾ ਦਾਂਗਾ। ਤੁਹਾਡੀ ਬੁੱਕ ਸ਼ਾਇਦ ਕਿਸੇ 'ਚ ਨਾ ਹੋਵੇ, ਕਿਸੇ 'ਚ ਹੋਵੇ, ਕਿਸੇ 'ਚ ਨਾ ਹੋਵੇ। ਦੇਖੋ ਇਹ ਸਿਲੇਬਸ 'ਚ ਨਹੀਂ ਆਉਂਦਾ, ਇਹ ਮੈਂ ਤੁਹਾਨੂੰ ਜਸਟ ਜਾਣਕਾਰੀ ਦੇ ਰਿਹਾ, ਇਹਦਾ ਕੋਈ ਸਿਲੇਬਸ ਨਹੀਂ ਹੈਗਾ, ਇਹ ਤਾਂ ਬੁੱਕ ਦੀ ਜਾਣਕਾਰੀ ਦੇ ਰਿਹਾ ਤੁਹਾਨੂੰ, ਤਾਂ ਕਿ ਤੁਹਾਨੂੰ ਬੁੱਕ ਸਮਝਣ 'ਚ ਦਿੱਕਤ ਨਾ ਆਵੇ, ਕਿ ਫਰਦਰ ਆਪਾਂ ਨੂੰ ਪੜ੍ਹਨ ਦੇ ਵਿੱਚ ਇੰਟਰਸਟ ਪੈਦਾ ਹੋਵੇ। ਠੀਕ ਹੈ, ਇਹਦੇ 'ਚ ਪੇਪਰ 'ਚ ਕੁਝ ਨਹੀਂ ਆਉਣਾ ਹੈਗਾ, ਇਹ ਤਾਂ ਤੁਹਾਨੂੰ ਇੱਕ ਜਾਣਕਾਰੀ ਹੈ, ਨੌਲੇਜ ਹੈ, ਬੇਸਿਕ। ਸਾਨੂੰ ਸਾਡੇ ਕੰਟਰੀ ਦੇ ਵਿੱਚ ਇਹ ਲਾਅ ਕਿਉਂ ਬਣਿਆ, ਕਿਵੇਂ ਬਣਿਆ, ਕਿਸ ਤਰ੍ਹਾਂ ਬਣਿਆ, ਸਾਨੂੰ ਨੌਲੇਜ ਹੋਏਗੀ ਤਾਂ ਸਾਨੂੰ ਪੜ੍ਹਨ ਦੇ ਵਿੱਚ ਦਿੱਕਤ ਨਹੀਂ ਆਏਗੀ, ਸਾਨੂੰ ਜਲਦੀ ਸਮਝਣ ਦੇ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੁੰਦੀ। ਫਿਰ ਕੀ ਹੋਇਆ ਜਦੋਂ 1877 ਚ ਬਿੱਲ ਬਣ ਗਿਆ ਸਾਡਾ, ਠੀਕ ਹੈ ਜੀ, ਨਵਾਂ ਕੋਡ ਬਣ ਗਿਆ। 1859 ਤੋਂ ਬਾਅਦ ਅਮੈਂਡਮੈਂਟਸ ਹੋਈਆਂ ਬਹੁਤ ਸਾਰੀਆਂ, ਹੁੰਦੇ ਆ ਕੇ ਦੁਬਾਰਾ ਨਵਾਂ ਬਿੱਲ ਬਣਿਆ। 1877 ਚ ਆ ਕੇ ਫਿਰ ਕੀ ਹੋਇਆ, ਦਾ ਬਿੱਲ ਵਾਜ਼ ਐਨੈਕਟਡ ਐਜ਼ ਦਾ ਕੋਡ ਆਫ ਸਿਵਲ ਪ੍ਰੋਸੀਜਰ 1877, ਨਵਾਂ ਬਿੱਲ ਤਿਆਰ ਹੋ ਗਿਆ, ਨਵਾਂ ਐਕਟ ਤਿਆਰ ਹੋ ਗਿਆ 1877 ਦੇ ਵਿੱਚ। ਆਫਟਰਵਰਡਸ ਇਟ ਵਾਜ਼ ਰੀਅਲਾਈਜ਼ਡ, ਫਿਰ ਮਹਿਸੂਸ ਕੀਤਾ ਗਿਆ, ਕੀ ਮਹਿਸੂਸ ਕੀਤਾ ਗਿਆ, ਕੋਡ ਰਿਕੁਆਇਰਡ ਸੈਵਰਲ ਅਮੈਂਡਮੈਂਟਸ, ਜਿਹੜਾ 1877 ਚ ਬਣਿਆ ਕਾਨੂੰਨ, ਇਹਦੇ ਵਿੱਚ ਵੀ ਫਿਰ ਮਹਿਸੂਸ ਹੋਇਆ ਵੀ ਹੋਰ ਵੀ ਬਹੁਤ ਸਾਰੀਆਂ ਸੋਧਾਂ ਦੀ ਲੋੜ ਹੈ। ਠੀਕ ਹੈ, as many as 130 sections of the code were amended in 1879। ਤਾਂ ਕੀ ਹੋਇਆ, ਜਦੋਂ ਲਿਖਿਆ ਪਤਾ ਲੱਗਿਆ ਵੀ ਇਹਦੇ ਵਿੱਚ ਬਹੁਤ ਸਾਰੀਆਂ ਸੋਧਾਂ ਦੀ ਜ਼ਰੂਰਤ ਹੈ, ਤਾਂ 1879 ਦੇ ਵਿੱਚ ਆ ਕੇ 130 ਦੇ ਕਰੀਬ ਸੋਧਾਂ ਹੋਈਆਂ। 130 ਜਿਹੜੇ ਸੈਕਸ਼ਨ ਸੀਗੇ ਉਹ ਚ ਅਮੈਂਡਮੈਂਟਸ ਕੀਤੀ ਗਈ 1879 ਚ ਆ ਕੇ। when further amendments were proposed in 1882, ਫਿਰ 1982 ਦੇ 1882 ਚ ਆ ਕੇ ਫਿਰ ਕੁਝ ਅਮੈਂਡਮੈਂਟਸ ਦੀ ਪ੍ਰਪੋਜ਼ਲ ਹੋਈ। it was then decided that code should be completely recast। ਫਿਰ ਇਹ ਫੈਸਲਾ ਹੋਇਆ ਕਿ ਜਿਹੜਾ ਇਹ ਕੋਡ ਹੈ ਇਹਨੂੰ ਦੁਬਾਰਾ ਨਵੇਂ ਸਿਰੇ ਤੋਂ ਕਾਸਟ ਕੀਤਾ ਜਾਵੇ, ਵੀ ਇਹ ਸੋਧਾਂ ਹੀ ਨਹੀਂ ਹੋ ਗਈਆਂ, ਵੀ ਇਹਦੀ ਜਿਹੜੀ ਆਪਦੀ ਮੂਲ ਜਿਹੜੀ ਵਿਵਸਥਾ ਸੀਗੀ ਉਹੀ ਖਤਮ ਹੋ ਗਈ ਇੰਨੀਆਂ ਸੋਧਾਂ ਹੋਣ ਦੇ ਨਾਲ। ਤੇ ਇਸ ਕਰਕੇ ਵੀ ਜਿਹੜਾ ਕਾਨੂੰਨ ਹੈ ਇਹ ਦੁਬਾਰਾ ਨਵੇਂ ਸਿਰੇ ਤੋਂ ਕੰਪਲੀਟਲੀ ਰੀਕਾਸਟ ਕੀਤਾ ਜਾਵੇ। ਹੈਂਸ ਦਾ ਕੋਡ ਆਫ ਸਿਵਲ ਪ੍ਰੋਸੀਜਰ 1882 ਵਾਜ਼ ਐਨੈਕਟਡ। ਫਿਰ ਕੀ ਹੋਇਆ, 1882 ਦੇ ਵਿੱਚ ਆ ਕੇ ਨਵਾਂ ਕੋਡ ਤਿਆਰ ਹੋਇਆ। ਠੀਕ ਹੈ ਜੀ, 1859 ਤੋਂ ਚੱਲਿਆ ਸੀਗਾ, 1882 ਚ ਆ ਕੇ ਫਿਰ ਨਵਾਂ ਕੋਡ ਤਿਆਰ ਹੋਇਆ। ਹਾਊਐਵਰ ਇਟ ਵਾਜ਼ ਡਿਸਕਵਰਡ, ਫਿਰ ਕੀ ਮਹਿਸੂਸ ਹੋਇਆ, that in respect of some matters of the provisions of the code were too rigid। ਇਹ ਕਿਹਾ ਵੀ ਬਹੁਤ ਸਾਰੇ ਜਿਹੜੇ ਪ੍ਰੋਵੀਜ਼ਨਾਂ ਸੀਗੀਆਂ, ਕੋਈ ਕਾਨੂੰਨ ਸੀ, ਕੋਈ ਸੈਕਸ਼ਨ ਸੀਗੇ ਐਸੇ ਸੀ, ਉਹ ਬਹੁਤ ਰਿਜਿਡ ਸੀ, ਸਖਤ ਸੀਗੇ, to the sufficiently meet to varying needs of the different areas। ਅਲੱਗ-ਅਲੱਗ ਏਰੀਆ, ਕਿਸੇ ਦਾ ਏਰੀਆ ਦੇ ਵਿੱਚ ਉਹ ਲਾਗੂ ਹੁੰਦਾ ਸੀਗਾ ਤਾਂ ਫਿਰ ਉਹੀ ਕਾਨੂੰਨ ਦੂਜੇ ਏਰੀਆ 'ਚ ਜਾ ਕੇ ਲਾਗੂ ਕਰਨ ਦੀ ਪ੍ਰੋਬਲਮ ਆਉਂਦੀ ਸੀਗੀ। ਬਹੁਤ ਵੱਡਾ ਕੰਟਰੀ ਹੈ, ਠੀਕ ਹੈ, ਜਿਸਨੇ ਕਦੋਂ ਕੋਡ ਬਣਾਇਆ ਉਹਨੇ ਆਪਣੇ ਪਾਰਟਿਕੂਲਰ ਏਰੀਆ ਜਿੱਥੇ ਉਹ ਰਹਿੰਦਾ ਸੀਗਾ ਉਸਨੇ ਉਹ ਏਰੀਆ ਦੇ ਕਾਨੂੰਨ ਦਾ ਦੇਖ ਲਿਆ, ਉੱਥੇ ਦੀਆਂ ਲੋੜਾਂ ਦੇਖ ਲਈਆਂ, ਉਹਦੇ ਮੁਤਾਬਕ ਤਿਆਰ ਕਰਤਾ। ਪਰ ਪਾਰਟਿਕੂਲਰ ਕਿਸੇ ਹੋਰ ਏਰੀਆ 'ਚ ਜਾ ਕੇ ਜਿਹੜਾ ਉਹ ਕਾਨੂੰਨ ਸੀਗਾ ਜਿਹੜਾ ਬਣਾਇਆ ਗਿਆ ਉਹ ਰਿਜਿਡ ਮਹਿਸੂਸ ਹੋਇਆ, ਸਖਤ ਮਹਿਸੂਸ ਹੋਇਆ, ਪ੍ਰੋਬਲਮ ਕ੍ਰੀਏਟ ਹੋਈ। ਮੋਰਓਵਰ देयर वाज सम ਕਨਫਲਿਕਟ। ਦੇਖੋ ਜੁਡੀਸ਼ੀਅਲ ਓਪੀਨੀਅਨ ਦੇ ਵੀ ਕੁਝ ਕਨਫਲਿਕਟ ਪੈਦਾ ਹੋਏ। ਜੁਡੀਸ਼ੀਅਲ ਓਪੀਨੀਅਨ ਸੀ ਜਿਹੜਾ ਉਹਦੇ ਵਿੱਚ ਵੀ ਆਪਸੀ ਮਤਭੇਦ ਪੈਦਾ ਹੋਏ ਕਾਨੂੰਨ ਨੂੰ ਲੈ ਕੇ। ਕੰਟਰੀ ਬਹੁਤ ਵੱਡਾ ਸੀ, ਕਿਸੇ ਪਾਰਟਿਕੂਲਰ ਏਰੀਆ ਦੇ ਵਿੱਚ ਜੁਡੀਸ਼ੀਅਲ ਕੁਝ ਹੋਰ ਕਹਿੰਦੀ ਸੀ, ਦੂਜੇ ਏਰੀਆ 'ਚ ਜੁਡੀਸ਼ੀਅਲ ਕੁਝ ਹੋਰ ਕਹਿੰਦੀ ਸੀਗੀ, ਜੱਜ ਕੁਝ ਹੋਰ ਕਹਿੰਦੇ ਸੀਗੇ। ਠੀਕ ਹੈ, ਔਨ ਦਾ ਇੰਟਰਪ੍ਰੀਟੇਸ਼ਨ of the certain provisions of the code, thus the revision work of this code were undertaken by a select committee। फिर एक कमेटी बनाई गई ਜਿਹਨੂੰ select committee ਕਿਹਾ ਗਿਆ, ਉਹਨੇ ਫਿਰ ਕੰਮ ਸ਼ੁਰੂ ਕੀਤਾ ਇਹਦੇ ਉੱਪਰ, ਫਿਰ ਰਿਵੀਜ਼ਨ ਕੀਤੀ ਗਈ,
फिर विचार वटांदरा किया गया, फिर कानून देखे गए किहड़े-किहड़े कित्थे कित्थे की जुडिशियल ओपीनियन दे जिहड़े हैगे ने कंफ्लिक्ट करदे ने, ठीक है। दोबारा फिर टाइम मतलब कि लगाया गया, वैल्यूएबल मटीरियल ऑन द सब्जेक्ट एंड प्रिपेयर्ड ए ड्राफ्ट बिल, फिर एक नवा ड्राफ्ट बिल बनाया गया, ਜਿਹੜਾ ड्राफ्ट बिल फिर बनया नवा, सारिया सुविधां ਨੂੰ देख के सारे ओपीनियंस ਨੂੰ ਲੈਂਦੇ ਹੋਏ द ड्राफ्ट बिल द कोड ऑफ सिविल प्रोसीजर वाज एग्जामिन्ड बाय स्पेशल कमेटी, एक स्पेशल कमेटी बिठाई गई, एक सिलेक्ट कमेटी सी, एक स्पेशल कमेटी सी। सिलेक्ट कमेटी ने तो दोबारा ड्राफ्ट बिल तैयार किया, स्पेशल कमेटी ने दोबारा सर अर्ली रिचर्ड्स ਜਿਹੜੇ ਉਹਦੇ ਹੈਗੇ ਸੀ ਹੈਡ ਸੀਗੇ, ਉਹ ਸਪੈਸ਼ਲ ਕਮੇਟੀ ਨੇ ਇਸ ਨੂੰ ਦੁਬਾਰਾ ਫਿਰ ਵਾਚਿਆ, ਐਗਜ਼ਾਮਿਨ ਕੀਤਾ ਐਂਡ ਵਾਸ ਇੰਟਰੋਡਿਊਸਡ ਇਨ ਦਾ ਲੈਜਿਸਲੇਚਰ। ਫਿਰ ਵਿਧਾਨ ਸਭਾ ਦੇ ਵਿੱਚ ਜਿਹੜਾ ਉਹ ਬਿੱਲ ਹੈ ਪੇਸ਼ ਕੀਤਾ ਗਿਆ, ਨਵਾਂ ਬਿੱਲ ਜਦੋਂ ਵਿਧਾਨ ਸਭਾ 'ਚ ਪੇਸ਼ ਕੀਤਾ ਗਿਆ ਤਾਂ ਐਕਟ ਉਹ ਕਾਨੂੰਨ ਬਣਿਆ 1908 ਦੇ ਵਿੱਚ ਆ ਕੇ, ਜਿਹੜਾ ਸਾਡੇ ਸਾਹਮਣੇ ਹੁਣ ਪਿਆ 1908 ਦੇ ਵਿੱਚ ਐਕਟ ਨੰਬਰ 5 ਆਫ 1908, ਇਹ ਨਵਾਂ ਕਾਨੂੰਨ ਸਾਡੇ ਸਾਹਮਣੇ ਬਣਿਆ, ਜਿਹੜਾ ਸਾਡੇ ਸਾਹਮਣੇ ਅੱਜ ਪਿਆ ਹੈਗਾ, ਜਿਹਨੂੰ ਅਸੀਂ ਪੜ੍ਹਨਾ ਹੈਗਾ। ਇਹਨੂੰ ਕੀ ਕਿਹਾ ਗਿਆ? ਦ ਕੋਡ ਆਫ ਸਿਵਲ ਪ੍ਰੋਸੀਜਰ ਬਿੱਲ ਹੈਵਿੰਗ ਬੀਨ ਪਾਸਡ, ਜਿਹੜਾ ਬਿੱਲ ਸੀਗਾ, ਬਿੱਲ ਜਦੋਂ ਪਾਸ ਕੀਤਾ ਗਿਆ, ਬਿੱਲ ਪਾਸ ਹੋਣ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਰਿਸੀਵਡ ਦਾ ਅਸੈਂਟ ਆਫ ਦਾ ਗਵਰਨਰ ਜਨਰਲ ਆਫ ਇੰਡੀਆ, ਗਵਰਨਰ ਜਨਰਲ ਆਫ ਇੰਡੀਆ ਦੀ ਜਿਹੜੀ ਇਸ ਨੂੰ ਅਸੈਂਟ ਮਿਲੀ, ਇਹ ਕਦੋਂ ਮਿਲੀ? 21 ਮਾਰਚ 1908 ਨੂੰ। ਇਹ ਡੇਟ ਨੋਟ ਕਰ ਲਓ ਜੀ, ਇਹਦੇ ਆਪਣੀ ਬੁੱਕ ਦੇ ਪਹਿਲੇ ਪੇਜ ਤੇ 21 ਮਾਰਚ 1908 ਨੂੰ, ਵੈਸੇ ਲਿਖੀ ਹੋਈ ਬੁੱਕਾਂ ਦੇ ਸਾਰਿਆਂ 'ਚ ਇਹਨੂੰ ਗਵਰਨਰ ਜਨਰਲ ਆਫ ਇੰਡੀਆ ਦੀ ਅਸੈਂਟ ਮਿਲੀ, ਕੰਸੈਂਟ ਜਿਹਨੂੰ ਕਰੀਏ ਅਸੈਂਟ ਮਿਲੀ। ਇਟ ਕੇਮ ਔਨ ਦਾ ਸਟੈਚੂ ਬੁੱਕ, ਫਿਰ ਇਹ ਕਾਨੂੰਨ ਦੀ ਕਿਤਾਬ ਬਣੀ ਐਜ਼ ਦਾ ਕੋਡ ਆਫ ਸਿਵਲ ਪ੍ਰੋਸੀਜਰ ਕੋਡ 1908, ਠੀਕ ਹੈ ਜੀ। ਐਦਾਂ ਇਹਦੀ ਹਿਸਟਰੀ ਹੈ ਵੀ ਇਹ ਕੋਡ ਕਿਵੇਂ ਬਣਿਆ, ਮਤਲਬ 1859 ਤੋਂ ਲੈ ਕੇ ਚੱਲਦਾ 40 ਸਾਲ, 40 ਤੇ 48 ਸਾਲਾਂ ਦੇ ਵਿੱਚ ਇਹ ਜਿਹੜਾ ਹੈਗਾ CPC ਤਿਆਰ ਹੋਈ, ਠੀਕ ਹੈ ਜੀ। ਹੁਣ ਇਹਦਾ ਅਸੀਂ ਪੜਾਂਗੇ ਚੈਪਟਰ ਨੰਬਰ 1, ਸੈਕਸ਼ਨ 1 ਕੱਢੋ ਜੀ, ਪ੍ਰੀਲਿਮਿਨਰੀ ਸੈਕਸ਼ਨ 1, ਸ਼ਾਰਟ ਟਾਈਟਲ, ਕਮੈਂਸਮੈਂਟ ਐਂਡ ਐਕਸਟੈਂਟ। ਸੈਕਸ਼ਨ 1 ਮਤਲਬ ਬੁੱਕ ਵਿਲ ਸਟਾਰਟ ਨਾਓ, ਇੱਥੋਂ ਅਸੀਂ ਬੁੱਕ ਸਟਾਰਟ ਹੋਏਗੀ। ਇਸ ਤੋਂ ਪਹਿਲਾਂ ਤਾਂ ਆਪਾਂ ਟਾਈਮ ਵੈਸੇ ਹੀ ਲਗਾਇਆ ਹੈਗਾ ਜਸਟ ਫॉर ਇੰਟਰੋਡਕਸ਼ਨ। ਹੁਣ ਇੱਥੋਂ ਜਿਹੜਾ ਤੁਹਾਡਾ ਸਿਲੇਬਸ ਸ਼ੁਰੂ ਹੁੰਦਾ ਹੈ। ਸੈਕਸ਼ਨ 1 ਨਿਕਾਲਿਆ ਜੀ ਸਾਰਿਆਂ ਨੇ? Section 1, short title, commencement and the extent. This act may be cited as the Code of Civil Procedure 1908। ਇਸ ਕਾਨੂੰਨ ਨੂੰ ਕੀ ਕਿਹਾ ਜਾਂਦਾ ਹੈ? ਸਿਵਲ ਪ੍ਰੋਸੀਜਰ ਕੋਡ, ਜਿਹਨੂੰ ਅਸੀਂ ਸ਼ਾਰਟ ਕਹਿੰਦੇ ਹਾਂ CPC 1908। It shall come into force। ਦੇਖੋ ਇੱਥੇ ਥੋੜਾ ਫਰਕ ਆ ਗਿਆ, ਇਹ ਬਣਿਆ ਕਦੋਂ? ਅਸੈਂਟ ਮਿਲੀ ਇਸ ਦੀ 1908 ਦੇ ਵਿੱਚ, ਪਰ ਜਿਹੜਾ ਇਹ came into force ਹੋਇਆ 1st day of January, 1 ਜਨਵਰੀ 1909 ਤੋਂ ਲਾਗੂ ਹੋਇਆ ਹੈ ਇੰਡੀਆ ਦੇ ਵਿੱਚ। 1st day of January 1909, 1 ਜਨਵਰੀ 1909 ਨੂੰ ਇਹ ਲਾਗੂ ਹੋਇਆ। ਇਟ ਐਕਸਟੈਂਡਸ ਟੂ ਹੋਲ ਆਫ ਇੰਡੀਆ। 1 ਜਨਵਰੀ 1909 ਦੇਖੋ 21 ਮਾਰਚ 1908 ਨੂੰ ਤਾਂ ਬਣਿਆ ਬਿੱਲ, 21 ਮਾਰਚ ਨੂੰ ਤਾਂ ਪ੍ਰੈਜ਼ੀਡੈਂਟ ਦੀ ਅਸੈਂਟ ਮਿਲੀ ਹੈ। ਕਿਸੇ ਹੋਰ ਬੁੱਕ ਤੋਂ ਦੇਖ ਲਓ, ਹੋ ਸਕਦਾ ਮੇਰੀ ਬੁੱਕ ਤੇ ਗਲਤ ਛਪ ਰਿਹਾ ਹੋਵੇ, ਤੁਹਾਡੀਆਂ ਹੋਰ ਬੁੱਕਸ ਦੇਖ ਲਓ ਜੀ। 1909 ਹੈ ਸਰ। ਹਾਂ 1909 ਹੀ ਹੈ ਕਿਉਂਕਿ 21 ਮਾਰਚ 1908 ਨੂੰ ਤਾਂ ਇਹਦੇ ਵਿੱਚ ਅਸੈਂਟ ਮਿਲੀ ਗਵਰਨਰ ਜਨਰਲ ਆਫ ਇੰਡੀਆ ਦੀ, ਠੀਕ ਹੈ। ਉਹ ਠੀਕ ਕਰ ਲਓ ਜੀ, ਠੀਕ ਕਰ ਲਓ, ਕੋਈ ਗੱਲ ਨਹੀਂ, ਪ੍ਰਿੰਟਿੰਗ 'ਚ ਗਲਤੀ ਹੋ ਜਾਂਦੀ ਹੈ, ਠੀਕ ਹੈ। ਫਿਰ ਕੀ ਹੈ ਇਹਦੀ, ਇਹ ਕਿੱਥੇ ਕਿੱਥੇ ਲਾਗੂ ਹੋਇਆ? ਹੋਲ ਆਫ ਇੰਡੀਆ, ਠੀਕ ਹੈ ਜੀ। ਇਟ ਸ਼ੈਲ ਕਮ ਇਨਟੂ ਫੋਰਸ 1 ਜਨਵਰੀ 1909, ਬਸ ਆਫ ਹਿਸ ਡੇਟ ਹੈਗੀ ਹੈ 21/1909, ਠੀਕ ਹੈ ਜੀ। ਐਕਸਟੈਂਡਸ ਟੂ ਹੋਲ ਆਫ ਇੰਡੀਆ, ਪੂਰੇ ਭਾਰਤ 'ਚ ਲਾਗੂ ਹੋਇਆ। ਆ ਜੰਮੂ ਕਸ਼ਮੀਰ ਤੇ ਨਾਗਾਲੈਂਡ ਉਸ ਵੇਲੇ ਸੀਗੇ, ਇਹਨਾਂ ਨੂੰ ਛੱਡ ਕੇ ਪ੍ਰੋਵਾਈਡਡ ਦੈਟ, ਕਹਿੰਦਾ ਨਾਲ ਇਹ ਵੀ ਕਹਿੰਦਾ ਵੀ ਜੇ ਗਵਰਨਰ ਜਿਹੜੇ ਹੈਗੇ ਸਟੇਟ ਦੇ ਜਿਹੜੇ ਗਵਰਨਰ ਹੈਗੇ, ਜੇ ਚਾਹੁੰਦੇ ਨੇ ਤਾਂ ਇਹ ਜਿਹੜੀਆਂ ਐਕਟ ਦੀਆਂ ਜਿਹੜੀਆਂ ਧਾਰਨਾਵਾਂ ਪ੍ਰੋਵੀਜ਼ਨਸ ਨੇ ਆਪਣੀ ਸਟੇਟ 'ਚ ਲਾਗੂ ਵੀ ਕਰ ਸਕਦੀਆਂ ਨੇ। ਜੰਮੂ ਕਸ਼ਮੀਰ ਨੂੰ ਵੀ ਕਿਹਾ ਗਿਆ ਤੇ ਨਾਗਾਲੈਂਡ ਐਂਡ ਟ੍ਰਾਈਬਲ ਏਰੀਆ ਸੀ ਜਿਹੜੇ ਨਾਗਾਲੈਂਡ ਦੇ, ਉਹਨਾਂ ਦੇ ਉੱਤੇ ਵੀ ਇਹ ਲਾਗੂ ਪ੍ਰੋਵਾਈਡਡ ਕਹਿਤਾ ਉਹਨੂੰ ਵੀ ਜੇ ਚਾਹੁੰਦੇ ਨੇ ਉਹ ਤਾਂ ਆਪਣੇ ਏਰੀਆ ਦੇ ਵਿੱਚ ਇਹਦੀਆਂ ਜਿਹੜੀਆਂ ਪ੍ਰੋਵੀਜ਼ਨ ਨੇ ਲਾਗੂ ਕਰ ਸਕਦੇ ਨੇ। ਸਰ ਹੁਣ ਤਾਂ
ਨਹੀਂ ਹੁਣ ਦੇਖੋ ਇਹ ਗਵਰਨਮੈਂਟ ਨੇ ਡਿਸਾਈਡ ਕਰਨਾ, ਆਪਾਂ ਨੂੰ ਹੁਣ ਅਜੇ ਕਲੀਅਰ ਨਹੀਂ ਹੈਗਾ ਵੀ ਕੀ ਇਹ ਸੈਕਸ਼ਨਸ ਦਾ ਕੀ ਸਿਸਟਮ ਬਣਾਇਆ ਗਵਰਨਮੈਂਟ ਨੇ। ਠੀਕ ਹੈ, ਆਪਾਂ ਆਪਣੇ ਵੱਲੋਂ ਕੁਝ ਨਹੀਂ ਕਹਿ ਸਕਦੇ ਅਜੇ ਫਿਲਹਾਲ। ਅਜੇ ਜਦੋਂ ਕਦੇ ਸੀਪੀਸੀ 'ਚ ਅਮੈਂਡਮੈਂਟ ਹੋਏਗੀ ਦੈਨ ਫਿਰ ਦੇਖਾਂਗੇ ਅਸੀਂ। ਠੀਕ ਹੈ ਜੀ, ਅੱਗੇ ਆ ਗਿਆ ਜੀ ਡੈਫੀਨੇਸ਼ਨ ਕਲਾਸ ਆ ਜਾਂਦੀ ਹੈ ਜੀ। ਡੈਫੀਨੇਸ਼ਨ ਕਲਾਸ ਸੈਕਸ਼ਨ 2। ਠੀਕ ਹੈ, ਇਹ ਜਿਹੜੀ ਸੈਕਸ਼ਨ 1 ਸੀ ਇਹਦੇ ਵਿੱਚ ਤਾਂ ਇਹੀ ਸੀਗਾ ਵੀ ਕਿੱਥੇ ਕਿੱਥੇ ਇਹ ਲਾਗੂ ਹੁੰਦਾ, ਕਿੱਥੇ ਕਿੱਥੇ ਨਹੀਂ ਹੁੰਦਾ। ਡੈਫੀਨੇਸ਼ਨ ਕਲਾਸ ਕੀ ਹੈ ਜੀ? ਪਹਿਲਾ ਕੋਡ, ਜਿਹੜਾ ਇਹ ਸੀਪੀਸੀ ਕੋਡ ਹੈ ਇਹਨੂੰ ਆਪਾਂ ਕੋਡ ਵੀ ਕਹਿ ਦਿੰਦੇ ਹਾਂ। ਜਿਹੜੇ ਰੂਲਸ ਵਗੈਰਾ ਇਹਦੇ 'ਚ ਲਿਖੇ ਨੇ ਇਸਨੇ ਵੀ ਜਿੰਨੇ ਆਰਡਰਸ ਨੇ ਰੂਲਸ ਨੇ ਉਹ ਵੀ ਸਾਰੇ ਇਹਦੇ ਵਿੱਚ ਇਨਕਲੂਡ ਹੁੰਦੇ ਆ। ਠੀਕ ਹੈ ਜੀ, ਦੇਖੋ ਨੰਬਰ 2 ਸਬ ਸੈਕਸ਼ਨ 2 ਡਿਕਰੀ, ਵੈਰੀ ਇੰਪੋਰਟੈਂਟ ਪਾਰਟ ਹੈ ਜੀ ਤੁਹਾਡੀ ਸਾਰੀ ਬੁੱਕ ਦੇ ਵਿੱਚ। ਜਿੰਨੇ ਵੀ ਆਰਡਰ ਹੁੰਦੇ ਆ, ਆਰਡਰ, ਜਜਮੈਂਟਸ, ਡਿਕਰੀਜ਼, ਜਜਮੈਂਟ, ਡਿਕਰੀ, ਡਿਕਰੀ ਹੋਲਡਰ, ਜਜਮੈਂਟ ਐਕਟਰ। ਠੀਕ ਹੈ, ਇਹ ਵਾਰ-ਵਾਰ ਆਪਾਂ ਨੂੰ ਯੂਜ਼ ਹੋਏਗਾ ਵਰਡ ਡਿਕਰੀ। ਡਿਕਰੀ ਕੀ ਹੁੰਦੀ ਹੈ ਜੀ? ਜਦੋਂ ਕੋਈ, ਆਪਾਂ ਸਿੰਪਲ ਗੱਲ ਕਰਦੇ ਹਾਂ, ਜਦੋਂ ਕੋਈ ਕੋਰਟ ਕਿਸੇ ਵਿਸ਼ੇ ਦੇ ਉੱਪਰ ਕੋਈ ਆਪਦਾ ਓਪੀਨੀਅਨ ਦਿੰਦੀ ਹੈ, ਆਪਦੀ ਕੋਈ ਜਜਮੈਂਟ ਦਿੰਦੀ ਹੈ। ਦੇਖੋ ਜਜਮੈਂਟ ਦਾ ਕਿਆ ਪ੍ਰੋਸੀਜਰ ਹੁੰਦਾ ਹੈ। ਜਜਮੈਂਟ ਦੇ ਵਿੱਚ ਫੁੱਲ ਪ੍ਰੋਸੀਜਰ ਜਿਹੜਾ ਹੈਗਾ ਉਹ ਡਿਫਾਈਨ ਕੀਤਾ ਜਾਂਦਾ ਕੋਰਟ ਵੱਲੋਂ। ਜਜਮੈਂਟ ਮੇ ਵੀ 100 ਪੇਜ ਦੀ ਹੋ ਸਕਦੀ ਹੈ, 200 ਪੇਜ ਦੀ ਹੋ ਸਕਦੀ ਹੈ, 300 ਪੇਜ ਦੀ ਹੋ ਸਕਦੀ ਹੈ, 20 ਪੇਜ, 10 ਪੇਜ ਦੀ ਵੀ ਹੋ ਸਕਦੀ ਹੈ। ਪਰ ਜਿਹੜੀ ਡਿਕਰੀ ਹੈ, ਡਿਕਰੀ ਇਨ ਦਾ ਸੈਂਸ ਮਤਲਬ ਬਿਲਕੁਲ ਸ਼ਾਰਟ ਦੇ ਵਿੱਚ ਜੱਜ ਨੇ ਕਿਹਾ ਕੀ ਹੈ, ਲਾਸਟ ਆਰਡਰ ਕੀ ਹੈ, ਜੱਜ ਦਾ ਕੋਰਟ ਦਾ ਆਰਡਰ ਕੀ ਹੈ, ਕਿਹੜੀਆਂ ਪਾਰਟੀਆਂ ਸੀਗੀਆਂ, ਕਦੋਂ ਇਹ ਦਾਵਾ ਦਾਇਰ ਹੋਇਆ, ਕਦੋਂ ਇਹ ਦਾਵਾ ਡਿਸਾਈਡ ਹੋਇਆ, ਇਹਦਾ ਨੰਬਰ ਕੀ ਸੀਗਾ। ਠੀਕ ਹੈ, ਦਾਵਾ ਕਿਸ ਖਾਤਰ ਫਾਈਲ ਕੀਤਾ ਗਿਆ ਸੀਗਾ, ਉਹ 'ਚ ਮੰਗਿਆ ਕੀ ਸੀਗਾ ਤੇ ਜੱਜ ਨੇ ਆਰਡਰ ਕੀ ਕੀਤਾ। ਠੀਕ ਹੈ, ਦੈਨ ਇਹਦੇ 'ਚ ਕਾਸਟ ਵਗੈਰਾ ਦਰਜ ਕੀਤੀ ਜਾਂਦੀ ਹੈ ਵੀ ਕਿਹੜੀ ਪਾਰਟੀ ਕਾਸਟ ਪੇ ਕਰੇਗੀ। ਮਤਲਬ ਇਹਦੇ ਸ਼ਾਰਟ ਦੇ ਵਿੱਚ ਜਿਹੜਾ ਹੈਗਾ ਪ੍ਰੈਸੀ ਟਾਈਪ ਦੇ ਵਿੱਚ ਜਿਹੜਾ ਆਰਡਰ ਹੈ ਉਹ ਡਿਗਰੀ 'ਚ ਦਰਜ ਕੀਤਾ ਜਾਂਦਾ ਹੈ। ਠੀਕ ਹੈ, ਜਿਹੜੀ ਡਿਗਰੀ ਹੁੰਦੀ ਹੈ, ਡਿਗਰੀਆਂ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਪ੍ਰੀਲਿਮਿਨਰੀ ਡਿਗਰੀ ਹੁੰਦੀ ਹੈ, ਇੱਕ ਫਾਈਨਲ ਡਿਗਰੀ ਹੁੰਦੀ ਹੈ। ਜਦੋਂ ਕੋਈ ਮੁਕੱਦਮਾ ਦਾਇਰ ਹੁੰਦਾ ਹੈ ਉਹਦੇ ਵਿੱਚ ਇੱਕ ਇਨ ਬਿਟਵੀਨ ਵੀ ਡਿਗਰੀ ਪਾਸ ਕੀਤੀ ਜਾਂਦੀ ਹੈ, ਜਿਹਨੂੰ ਪ੍ਰੀਲਿਮਿਨਰੀ ਡਿਗਰੀ ਕਹਿੰਦੇ ਨੇ ਅਸੀਂ, ਤੇ ਫਾਈਨਲ ਜਿਹੜੀ ਡਿਗਰੀ ਹੁੰਦੀ ਹੈ ਜਦੋਂ ਫਾਈਨਲ ਸਾਰਾ ਕੇਸ ਫਾਈਨਲ ਹੋ ਜਾਂਦਾ ਹੈ, ਜਦੋਂ ਉਦੋਂ ਡਿਗਰੀ ਪਾਸ ਕੀਤੀ ਜਾਂਦੀ ਹੈ ਉਹਨੂੰ ਅਸੀਂ ਫਾਈਨਲ ਡਿਗਰੀ ਕਹਿੰਦੇ ਨੇ। ਇਹਦੀ ਕਲੌਜ਼ A ਕੀ ਕਹਿੰਦੀ ਹੈ ਸੈਕਸ਼ਨ 2 ਦੀ? ਐਨੀ ਐਡਜੂਡੀਕੇਸ਼ਨ ਫਰੋਮ ਵਿਚ ਐਨ ਅਪੀਲ ਲਾਈਜ਼, ਅਪੀਲ ਫਰੋਮ ਐਨ ਆਰਡਰ। ਐਨੀ ਐਡਜੂਡੀਕੇਸ਼ਨ, ਕੋਈ ਵੀ ਫੈਸਲਾ ਜਦੋਂ ਅਪੀਲੇਬਲ ਹੁੰਦਾ ਹੈ, ਡਿਗਰੀ ਪਾਸ ਕੀਤੀ ਜਾਂਦੀ ਹੈ, ਡਿਗਰੀ ਦੇ ਅਗੇਂਸਟ ਅਪੀਲ ਪੈਂਦੀ ਹੈ ਫਰਦਰ, ਮਤਲਬ ਫਾਈਨਲ ਆਰਡਰ ਦੀ ਗੱਲ ਹੀ ਕੀਤੀ ਗਈ ਹੈ ਇਹਦੇ ਵਿੱਚ। ਜਦੋਂ ਫਾਈਨਲ ਆਰਡਰ ਪਾਸ ਕੀਤਾ ਜਾਂਦਾ ਕਿਸੇ ਵੀ ਐਡਜੂਡੀਕੇਸ਼ਨ ਦਾ, ਕਿਸੇ ਵੀ ਮਾਮਲੇ ਦਾ, ਕੋਈ ਵੀ ਕੇਸ ਚੱਲਦਾ ਹੈਗਾ। ਠੀਕ ਹੈ, ਤੇ ਦੈਨ ਵੀ ਹੈ ਐਨੀ ਆਰਡਰ ਡਿਸਮਿਸਲ ਫਾਰ ਦਾ ਡਿਫਾਲਟ। ਇਹ ਕਹਿੰਦਾ ਵੀ ਜਿੱਥੇ ਕੋਈ ਡਿਸਮਿਸ ਡਿਫਾਲਟ ਕੀਤਾ ਜਾਂਦਾ ਹੈ ਉਹਨੂੰ ਅਸੀਂ ਡਿਗਰੀ ਪਾਸ ਨਹੀਂ ਕਹਿੰਦੇ ਕਰਦੀ, ਉਹ ਡਿਗਰੀ ਨਹੀਂ ਹੁੰਦੀ। ਠੀਕ ਹੈ, ਏਦਾਂ ਇਨ ਬਿਟਵੀਨ ਕੋਈ ਆਰਡਰ ਪਾਸ ਕੀਤਾ ਜਾਂਦਾ ਕੋਰਟ ਦੇ ਵਿੱਚ, ਫਾਈਨਲ ਆਰਡਰ ਤੋਂ ਪਹਿਲਾਂ ਕੋਈ ਆਰਡਰ ਪਾਸ ਕੀਤਾ ਜਾਂਦਾ ਹੈ, ਉਹਦੀ ਵੀ ਕੋਈ ਡਿਗਰੀ ਨਹੀਂ ਹੁੰਦੀ। ਜੇ ਕੋਈ ਸੂਟ ਹੈ, ਕੋਈ ਪਾਰਟੀਆਂ ਹਾਜ਼ਰ ਨਹੀਂ ਹੋਈਆਂ, ਹਾਜ਼ਰ ਨਾ ਹੋਣ ਕਰਕੇ ਸੂਟ DID ਕਰ ਦਿੱਤਾ, ਜਿਹਨੂੰ ਅਸੀਂ ਸ਼ਾਰਟ ਤੁਸੀਂ ਵੀ ਕਰਦੇ ਹੋ ਕਰੋਗੇ ਕਿ ਫਿਊਚਰ ਜਾ ਕੇ ਤੁਸੀਂ ਜਦੋਂ ਕੋਰਟ ਲਗਾਣੀ ਹੈ, ਆਪਣੀ ਰੈਵਨਿਊ ਕੋਰਟ ਲਗਾਣੀ ਹੈ ਤਾਂ ਆਪਾਂ ਤੁਸੀਂ ਕਹਿੰਦੇ DID ਕਰਤਾ ਜੀ ਤੁਹਾਡਾ ਕੇਸ, DID ਹੋ ਗਿਆ। DID ਮਤਲਬ ਡਿਸਮਿਸ ਇਨ ਡਿਫਾਲਟ, ਵੀ ਤੁਸੀਂ ਪੇਸ਼ ਨਹੀਂ ਹੋਏ, ਵਾਰ-ਵਾਰ ਆਵਾਜ਼ਾਂ ਪੈ ਰਹੀਆਂ ਨੇ, ਇੱਕ ਪੇਸ਼ੀ ਦੇ ਗੈਰ ਹਾਜ਼ਰ ਹੋ, ਦੂਜੀ ਦੇ ਵੀ ਗੈਰ ਹਾਜ਼ਰ ਹੋ, ਤੀਜੀ ਦੇ ਵੀ ਗੈਰ ਹਾਜ਼ਰ ਹੋ ਗਏ, ਤਾਂ ਕਿ ਮਤਲਬ ਇੱਥੇ ਪ੍ਰਜ਼ੂਮ ਕਰ ਲਿਆ ਜਾਂਦਾ ਕੋਰਟ ਵੱਲੋਂ, ਜੇ ਕੋਰਟ ਕੋਈ ਵੀ ਹੋਵੇ, ਰੈਵਨਿਊ ਕੋਰਟ ਹੋਵੇ ਚਾਹੇ ਸਿਵਲ ਕੋਰਟ ਹੋਵੇ, ਵੀ ਜਿਹੜੀ ਪਾਰਟੀ ਹੈ ਜਿਹਨੇ ਸੂਟ ਫਾਈਲ ਕੀਤਾ ਸੀਗਾ ਉਹ ਆਪਣੇ ਕੇਸ ਦੀ ਪੈਰਵਾਈ ਨਹੀਂ ਕਰਨਾ ਚਾਹੁੰਦੀ, ਇਸ ਕਰਕੇ ਜਿਹੜਾ ਕੇਸ ਹੈ ਉਹ ਫਰਦਰ ਨਹੀਂ ਚੱਲਦਾ, ਉਸਨੂੰ ਬੰਦ ਕਰਤਾ ਜਾਂਦਾ ਹੈ। ਇਹਨੂੰ ਆਪਾਂ ਜਦੋਂ DID ਕਰਿਆ ਜਾਵੇ ਕੇਸ ਤਾਂ ਉਹਨੂੰ ਆਪਾਂ ਡਿਗਰੀ ਨਹੀਂ ਕਹਾਂਗੇ। ਠੀਕ ਹੈ, ਇਹ ਜਿਹੜੇ ਸੈਕਸ਼ਨ ਸਬ ਸੈਕਸ਼ਨ ਸੌਰੀ ਕਲੌਜ਼ A ਦੇ ਵੀ ਹੈਗਾ ਉਹ ਦੱਸਿਆ ਗਿਆ ਵੀ ਇਹ ਡਿਗਰੀ ਨਹੀਂ ਹੋਏਗੀ। ਬਟ ਸ਼ੈਲ ਨਾਟ ਇਨਕਲੂਡ ਐਨੀ ਐਡਜੂਡੀਕੇਸ਼ਨ ਔਰ ਆਰਡਰ ਡਿਸਮਿਸਲ ਫਾਰ ਡਿਫਾਲਟ। ਅੱਗੇ ਐਕਸਪਲੇਨੇਸ਼ਨ ਦਿੱਤੀ ਗਈ ਹੈ ਜੀ, ਆ ਡਿਗਰੀ ਇਜ਼ ਪ੍ਰੀਲਿਮਿਨਰੀ। ਪ੍ਰੀਲਿਮਿਨਰੀ ਡਿਗਰੀ ਹੁੰਦੀ ਹੈ ਜਦੋਂ ਇਹ ਪ੍ਰੋਸੀਡਿੰਗ ਚੱਲ ਰਹੀਆਂ ਹੁੰਦੀਆਂ ਨੇ, ਇਨ ਬਿਟਵੀਨ ਕੋਈ ਡਿਗਰੀ ਪਾਸ ਹੋਏ, ਕਿਸੇ ਪਾਰਟੀਕੂਲਰ ਕੋਈ ਵਿਸ਼ਾ ਸੀਗਾ ਉਹਦੇ ਵਿੱਚ,
उस विषय ਨੂੰ ਲੈ ਕੇ ਇੱਕ ਡਿਗਰੀ ਪਾਸ ਹੋ ਗਈ ਇਨ ਬਿਟਵੀਨ, ਠੀਕ ਹੈ, ਉਹਨੂੰ ਅਸੀਂ ਪ੍ਰੀਲਿਮਿਨਰੀ ਡਿਗਰੀ ਕਹਿੰਦੇ ਆ। ਜਦੋਂ ਅੱਗੇ ਮੁਕੱਦਮਾ ਜੇ ਫਰਦਰ ਹੋਰ ਚੱਲਣਾ ਹੈ, ਦੈਨ ਫਾਈਨਲ ਡਿਗਰੀ ਜਦੋਂ ਮੁਕੱਦਮਾ ਲਾਸਟ ਖਤਮ ਹੋ ਗਿਆ, ਇਟ ਮੇ ਬੀ ਪਾਰਟਲੀ ਪ੍ਰੀਲਿਮਿਨਰੀ ਐਂਡ ਪਾਰਟਲੀ ਫਾਈਨਲ। ਫਿਰ ਡਿਗਰੀ ਹੋਲਡਰ ਕੌਣ ਕਹਿੰਦਾ ਜੀ? ਸਬਸੈਕਸ਼ਨ 3 ਡਿਗਰੀ ਹੋਲਡਰ ਕੀ ਹੈ? ਆਪਾਂ ਰੋਜ਼ ਹੀ ਪੜ੍ਹਦੇ, ਤੁਹਾਡੇ ਕੋਲ ਰੋਜ਼ ਹੀ ਜਜਮੈਂਟਸ ਆਉਂਦੀਆਂ ਨੇ, ਸੌਰੀ ਤੁਹਾਡੇ ਕੋਲ ਹਰ ਡੇਲੀ ਵਾਰੰਟ ਕਬਜ਼ੇ ਆਉਂਦੇ ਨੇ, ਠੀਕ ਹੈ, ਉਹਦੇ ਪਰ ਲਿਖਿਆ ਹੋਇਆ ਹੁੰਦਾ ਡਿਗਰੀ ਹੋਲਡਰ, ਜਿਹਨੂੰ ਸ਼ਾਰਟ 'ਚ ਲਿਖਿਆ ਹੁੰਦਾ DH। ਤੁਹਾਡੇ ਕੋਲ ਵਾਰੰਟ ਆਉਂਦੇ ਆ ਜੀ, ਧਿਆਨ ਨਾਲ ਪੜ੍ਹਿਆ ਕਰੋ, ਥੋੜਾ ਜਿਹਾ ਦੇਖੋ ਉਸ ਨੂੰ। ਇੱਕ ਲਿਖਿਆ ਹੁੰਦਾ ਡਿਗਰੀ ਹੋਲਡਰ DH, ਇੱਕ ਹੁੰਦਾ ਲਿਖਿਆ ਹੁੰਦਾ JD, ਜਿਹਦੇ ਵੱਲੋਂ ਦਾਵਾ ਪਾਇਆ ਜਾਂਦਾ ਹੈ, ਉੱਥੇ ਲਿਖਿਆ ਜਾਂਦਾ DH। ਕਈ ਵਾਰੀ ਪੂਰੀ ਲਿਖਿਆ ਜਾਂਦਾ ਡਿਗਰੀ ਹੋਲਡਰ। ਦੂਜਾ ਜਿਹਦੇ ਅਗੇਂਸਟ ਦਾਵਾ ਪਾਇਆ ਜਾਂਦਾ ਹੈ ਉਹਨੂੰ ਲਿਖਿਆ ਜਾਂਦਾ ਜਜਮੈਂਟ ਡੈਪਟਰ, ਜਾਂ ਲਿਖਿਆ ਹੁੰਦਾ JD, ਠੀਕ ਹੈ। ਤੁਹਾਡੇ ਕੋਲ ਰੂਟੀਨ ਦੇ ਵਿੱਚ ਡੇਲੀ ਆਉਂਦੇ ਆ ਵਾਰੰਟ ਕਬਜ਼ੇ, ਵਾਰੰਟ ਆਕਸ਼ਨ ਦੇ, ਬੋਲੀ ਦੇ ਵਾਰੰਟ। ਉਹਨੂੰ ਆਪਾਂ ਦੇਖੋ, ਧਿਆਨ ਨਾਲ ਦੇਖੋਗੇ ਤੁਸੀਂ ਆਪੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਡਿਗਰੀ ਹੋਲਡਰ ਹੁੰਦਾ ਜਿਹਦੇ ਹੱਕ 'ਚ ਡਿਗਰੀ ਪਾਸ ਹੋਈ ਹੁੰਦੀ ਹੈ, ਠੀਕ ਹੈ, ਜਾਂ ਜਿਹਨੇ ਕਬਜ਼ਾ ਲੈਣਾ ਹੁੰਦਾ, ਜਿਹਨੇ ਬੋਲੀ ਕਰਵਾਉਣੀ ਹੁੰਦੀ ਹੈ, ਜਿਹਨੇ ਪੈਸੇ ਲੈਣੇ ਹੁੰਦੇ ਆ ਕਿਸੇ ਬੰਦੇ ਤੋਂ, ਸਿਵਲ ਕੋਰਟਾਂ ਵੱਲੋਂ ਡਿਗਰੀ ਪਾਸ ਕਰ ਦਿੱਤੀ ਜਾਂਦੀ ਹੈ। ਕਿਹਦੇ ਖਿਲਾਫ ਪਾਸ ਕਰ ਦਿੱਤੀ ਜਾਂਦੀ ਹੈ? JD ਦੇ ਖਿਲਾਫ, ਜਜਮੈਂਟ ਡੈਪਟਰ ਦੇ ਖਿਲਾਫ, ਵੀ ਉਹਦੀ ਜ਼ਮੀਨ ਦਾ ਕਬਜ਼ਾ ਦਵਾਇਆ ਜਾਵੇ, ਉਹਦੀ ਜ਼ਮੀਨ ਅਟੈਚ ਕੀਤੀ ਜਾਵੇ, ਉਹ ਤੋਂ ਰਿਕਵਰੀ ਕੀਤੀ ਜਾਵੇ, ਠੀਕ ਹੈ। ਇਹ ਡਿਗਰੀ ਹੋਲਡਰ ਦੀ ਪਰਿਭਾਸ਼ਾ ਜੀ, whose favor a degree has been passed or an order capable of execution has been made, ਜਿਹਦੇ ਖਿਲਾਫ ਕੋਈ ਡਿਗਰੀ ਪਾਸ ਹੋਈ ਹੋਵੇ, ਚਾਹੇ ਰਿਕਵਰੀ ਦੀ ਹੋਵੇ, ਚਾਹੇ ਉਹਦੇ ਕੋਈ ਪ੍ਰਾਪਰਟੀ ਅਟੈਚ ਕਰਨੀ ਹੋਵੇ, ਐਗਜ਼ੀਕਿਊਸ਼ਨ ਕਰਨੀ ਹੋਵੇ। ਡਿਸਟ੍ਰਿਕਟ ਆਪ ਨੂੰ ਪਤਾ ਹੈ ਸਾਰਿਆਂ ਨੂੰ ਜੀ, ਜਿਹੜੀ ਡਿਸਟ੍ਰਿਕਟ ਕੋਰਟ ਹੈ, ਜਿਵੇਂ ਡਿਸਟ੍ਰਿਕਟ ਦੇ ਵਿੱਚ ਉਹਦੀ ਜੁਰਿਸਡਿਕਸ਼ਨ ਹੁੰਦੀ ਹੈ, ਠੀਕ ਹੈ, ਲੋਕਲ ਲਿਮਿਟਸ ਆਫ ਦਾ ਜੁਰਿਸਡਿਕਸ਼ਨ। ਡਿਸਟ੍ਰਿਕਟ ਕੋਰਟ ਪੂਰੇ ਡਿਸਟ੍ਰਿਕਟ 'ਚ ਉਹਦੀ ਜੁਰਿਸਡਿਕਸ਼ਨ ਹੁੰਦੀ ਹੈ। ਜਿਵੇਂ ਹਾਈ ਕੋਰਟ ਹੈ, ਜਿਹੜੀ ਸਟੇਟ ਦੀ ਹਾਈ ਕੋਰਟ ਹੈ, ਉਸ ਸਟੇਟ ਦੇ ਵਿੱਚ, ਜਿਵੇਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ ਚੰਡੀਗੜ੍ਹ, ਇਹਦੀ ਜਿਹੜੀ ਜੁਰਿਸਡਿਕਸ਼ਨ ਹੈ ਪੂਰੀ ਸਟੇਟ ਹੈ, ਸਟੇਟ ਆਫ ਪੰਜਾਬ, ਪੂਰੀ ਹਰਿਆਣਾ ਐਂਡ ਚੰਡੀਗੜ੍ਹ, ਠੀਕ ਹੈ ਜੀ। ਅੱਗੇ ਆ ਗਿਆ ਜੀ ਫੋਰਨ ਕੋਰਟ, ਸਬਸੈਕਸ਼ਨ 5 ਫੋਰਨ ਕੋਰਟ। ਫੋਰਨ ਕੋਰਟ ਕਿਹੜੀਆਂ ਹੁੰਦੀਆਂ ਨੇ ਜੀ? ਜਿਹੜੀਆਂ ਕੋਰਟਾਂ ਕਿਸੇ ਹੋਰ ਕੰਟਰੀ 'ਚ ਹੋਣ, ਇੰਡੀਆ ਨੂੰ ਛੱਡ ਕੇ, ਜਿਹੜੇ ਕੋਰਟਸ ਕਿਸੇ ਹੋਰ ਕੰਟਰੀ ਦੀਆਂ ਕੋਰਟਾਂ ਹੁੰਦੀਆਂ ਨੇ, ਉਹਨੂੰ ਅਸੀਂ ਫੋਰਨ ਕੋਰਟ ਕਹਿੰਦੇ ਆ। ਮੀਨਸ ਏ ਕੋਰਟ ਸਿਚੁਏਟਡ ਆਊਟਸਾਈਡ ਇੰਡੀਆ ਐਂਡ ਨਾਟ established or continued by the authority of the central government। ਉਹ ਸਾਡੇ ਸੈਂਟਰਲ ਗਵਰਨਮੈਂਟ ਦੀ ਅਥਾਰਟੀ ਦੇ ਅੰਡਰ ਕੰਮ ਨਹੀਂ ਕਰਦੀਆਂ। ਉਹ ਜਿਹੜਾ ਫੋਰਨ ਕੋਰਟ ਹੁੰਦੇ ਨੇ, ਉਸ ਕੰਟਰੀ ਜਿਹੜੀ ਕੋਰਟ 'ਚ ਉਹ ਬੈਠੀਆਂ ਹੁੰਦੀਆਂ ਨੇ, ਸੈਚੂਏਟ ਹੁੰਦੀਆਂ ਨੇ, ਐਸਟੈਬਲਿਸ਼ ਹੁੰਦੀਆਂ ਨੇ, ਉਸ ਕੰਟਰੀ ਦੇ ਮੁਤਾਬਕ ਉਹਨਾਂ ਕੰਟਰੀ ਵੱਲੋਂ ਹੀ ਐਸਟੈਬਲਿਸ਼ ਕੀਤੀਆਂ ਜਾਂਦੀਆਂ ਨੇ, ਉਹਨੂੰ ਫੋਰਨ ਕੋਰਟ ਕਹਿੰਦੇ ਆ। ਹੁਣ ਅਗਰ ਫੋਰਨ ਜੱਜਮੈਂਟ, ਜਿਹੜੀ ਫੋਰਨ ਕੋਰਟ ਵੱਲੋਂ ਕੋਈ ਜੱਜਮੈਂਟ ਦਿੱਤੀ ਜਾਂਦੀ ਹੈ, ਜਿਵੇਂ ਤੁਸੀਂ ਦੇਖਦੇ ਹੋ ਤੁਹਾਡੇ ਕੋਲ ਕਈ ਵਾਰੀ ਆਉਂਦੀਆਂ ਨੇ ਜਾਂ ਆਉਣਗੀਆਂ, ਜਦੋਂ ਤੁਸੀਂ ਐਜ਼ ਏ ਆਫੀਸਰ ਕੰਮ ਕਰਨਾ ਹੈ, ਤੁਹਾਡੇ ਕੋਲ ਫੋਰਨ ਕੋਰਟ ਦੀਆਂ ਜੱਜਮੈਂਟਸ ਆਉਂਦੀਆਂ ਹੋਣਗੀਆਂ, ਤੁਸੀਂ ਦੇਖੋਗੇ ਜ਼ਿਆਦਾਤਰ ਤੁਹਾਡੇ ਕੋਲ ਆਉਣਗੀਆਂ ਮੈਰਿਜ ਕੇਸਾਂ ਦੇ ਵਿੱਚ, ਡਾਈਵੋਰਸ ਡਿਗਰੀ ਆਫ ਦਾ ਡਾਈਵੋਰਸ, ਠੀਕ ਹੈ। ਉਸ ਕੰਟਰੀ 'ਚ ਜਾ ਕੇ ਕਈ ਲੋਕ ਚਲੇ ਜਾਂਦੇ ਆ, ਉਸ ਤੋਂ ਬਾਅਦ ਫਿਰ ਉਹਨਾਂ ਦਾ ਡਾਈਵੋਰਸ ਹੋ ਜਾਂਦਾ, ਨਹੀਂ ਬਣਦੀ ਕਿਸੇ ਕਾਰਨ, ਜਾਂ ਮੇਬੀ ਕਾਰਨ ਕੋਈ ਵੀ ਹੋ ਸਕਦਾ ਹੈਗਾ, ਰੀਜ਼ਨ ਕੋਈ ਵੀ ਹੋ ਸਕਦਾ, ਕਿਉਂ ਡਿਗਰੀ ਹੋ, ਕਿਉਂ ਡਾਈਵੋਰਸ ਕਰਦੇ ਨੇ, ਠੀਕ ਹੈ। ਉਸ ਤੋਂ ਆ ਕੇ ਦੁਬਾਰਾ ਤੁਹਾਡੇ ਕੋਲ ਦੁਬਾਰਾ ਫਿਰ ਆ ਕੇ ਇੱਥੇ ਕੋਈ ਮੈਰਿਜ ਹੁੰਦੀ ਹੈ ਇੰਡੀਆ ਦੇ ਵਿੱਚ, ਤਾਂ ਉਹ ਕੋਰਟਾਂ ਵੱਲੋਂ ਉੱਥੋਂ ਜੱਜਮੈਂਟਸ ਲੈ ਕੇ ਆਉਂਦੇ ਨੇ, ਡਿਗਰੀ ਡਾਈਵੋਰਸ ਦੀ ਡਿਗਰੀ ਲੈ ਕੇ ਆਉਂਦੀਆਂ ਨੇ, ਉਹ ਡਾਈਵੋਰਸ ਦੀ ਡਿਗਰੀ ਲੈ ਕੇ ਉਹ ਤੁਹਾਨੂੰ ਦਿਖਾਉਂਦੇ ਆ, ਤੁਹਾਡੇ ਪੇਸ਼ ਵੀ ਹੁੰਦੀਆਂ ਨੇ ਡਿਗਰੀਜ਼, ਤੁਸੀਂ ਉਹਨੂੰ ਦੇਖਦੇ ਹੋਏ, ਠੀਕ ਹੈ। ਫਰਦਰ ਜਿਹੜੀ ਮੈਰਿਜ ਹੈ ਉਹਨੂੰ ਰਜਿਸਟਰ ਕਰਨਾ ਹੁੰਦਾ ਹੈਗਾ, ਪਰ ਉਹਦੀ ਤਸੱਲੀ ਕਰਨੀ ਹੁੰਦੀ ਹੈ ਵਾਕਈ ਇਹ ਜਿਹੜੀ ਕੋਰਟ ਜੱਜਮੈਂਟ ਹੈ, ਇਹ ਕੋਰਟ ਦੀ, ਫੋਰਨ ਕੋਰਟ ਦੀ ਸਹੀ ਹੈ ਜਾਂ ਗਲਤ ਹੈ, ਠੀਕ ਹੈ। ਉਹਦੇ ਤੇ ਕੋਈ ਸਟਿੱਕਰਸ ਵਗੈਰਾ ਕੋਰਟਾਂ ਦੇ ਲੱਗੇ ਹੋਏ ਹੁੰਦੇ ਨੇ। ਬਸ ਜੇਕਰ ਸਾਨੂੰ ਕੋਈ ਡਾਊਟ ਹੋਵੇ ਤਾਂ ਅਸੀਂ ਆਪਣੇ ਜਿਹੜੀ ਫੋਰਨ ਅਫੇਅਰਸ ਦੀ ਜਿਹੜੀ ਮਿਨਿਸਟਰੀ ਹੈ ਉਹਨੂੰ ਵੀ ਸੈੱਟ ਕਰ ਸਕਦੇ ਹਾਂ, ਜਾਂ ਉਸ ਪਾਰਟੀਕੂਲਰ ਜਿਹੜਾ ਏਰੀਆ ਹੈਗਾ, ਉਸ ਕੋਰਟ ਕੰਟਰੀ ਦੇ ਜਿਹੜੀ ਸਾਡਾ ਐਂਬੈਸਡਰਸ ਹੁੰਦੇ ਆ, ਅਸੀਂ ਉਹਨਾਂ ਰਾਹੀਂ ਵੀ ਉਹਨੂੰ ਪ੍ਰੂਵ ਕਰਵਾ ਸਕਦੇ ਹੁੰਦੇ ਹਾਂ ਵੀ ਇਹ ਜੱਜਮੈਂਟ ਜਿਹੜੀ ਡਿਗਰੀ ਹੈ, ਜਿਹੜੀ ਫੋਰਨ ਕੋਰਟ ਵੱਲੋਂ ਦਿੱਤੀ ਗਈ ਹੈ, ਇਹ ਠੀਕ ਹੈ, ਕਨਫਰਮ ਕੀਤਾ ਜਾਵੇ ਇਸ ਨੂੰ, ਦੈਨ ਅਸੀਂ ਮੈਰਿਜ ਰਜਿਸਟਰ ਕੀਤੀ ਜਾਣੀ ਹੁੰਦੀ ਹੈ। ਪਰ ਅਸੀਂ ਪਾਰਟੀ ਛੱਡ ਦਿੰਦੇ ਹਾਂ ਵੀ ਜਿਹੜੀ ਪਾਰਟੀ ਕਰਵਾ ਰਹੀ ਹੈ ਮੈਰਿਜ, ਇਹ ਉਹ ਆਪ ਦੇਖੇ, ਠੀਕ ਹੈ। ਜਿਹੜੀ ਪਾਰਟੀ ਮੈਰਿਜ ਕਰਵਾ ਰਹੀ ਹੈ, ਇਹ ਉਹਦੇ ਤੇ ਵੀ ਉਹਦੀ ਵੀ ਜ਼ਿੰਮੇਵਾਰੀ ਬਣਦੀ ਹੈ ਵੀ ਮੈਂ ਜਿਹੜੇ ਬੰਦੇ ਨਾਲ ਜਾਂ ਜਿਹੜੀ ਲੜਕੀ ਨਾਲ ਮੈਰਿਜ ਹੋ ਰਹੀ ਹੈ, ਉਹਦੇ ਕੋਲ ਜਿਹੜੀ ਡਿਗਰੀ ਹੈ ਕੋਰਟ ਦੀ, ਕਿ ਉਹ ਜੈਨੂਅਨ ਹੈ, ਗਲਤ ਹੈ, ਇਹ ਉਹਦੀ ਰਿਸਪੌਂਸਿਬਿਲਿਟੀ ਵੀ ਬਣ ਜਾਂਦੀ ਕੰਸਰਨ ਪਾਰਟੀ ਦੀ ਦੇਖਣਾ। ਇਸ ਕਰਕੇ
ਅਸੀਂ ਫਿਰ ਜ਼ਿਆਦਾ ਧਿਆਨ ਇਸ ਵਿਸ਼ੇ ਤੇ ਨਹੀਂ ਦਿੰਦੇ। ਨੈਕਸਟ ਆ ਗਿਆ ਜੀ ਗਵਰਨਮੈਂਟ ਪਲੀਡਰ। ਗਵਰਨਮੈਂਟ ਪਲੀਡਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਗਵਰਨਮੈਂਟ ਪਲੀਡਰ ਕੌਣ ਹੈ? ਸਰਕਾਰੀ ਵਕੀਲ। ਠੀਕ ਹੈ ਜੀ, ਸਰਕਾਰੀ ਵਕੀਲ ਜਿਹੜੇ ਸਟੇਟ ਗਵਰਨਮੈਂਟ ਵੱਲੋਂ ਕੀ ਮੁਕੱਦਮੇ ਹੁੰਦੇ ਨੇ ਜਿਹੜੇ ਸਿਵਲ ਕੋਰਟਾਂ 'ਚ ਚੱਲਦੇ ਨੇ, ਉਹ 'ਚ ਸਰਕਾਰ ਪਾਰਟੀ ਹੁੰਦੀ ਹੈ, ਤਹਿਸੀਲਦਾਰ ਪਾਰਟੀ ਹੁੰਦੇ ਨੇ, ਡਿਸਟ੍ਰਿਕਟ ਕਲੈਕਟਰ ਪਾਰਟੀ ਹੁੰਦਾ ਹੈ, ਠੀਕ ਹੈ ਜੀ, ਸੈਕਟਰੀ ਰੈਵਨਿਊ ਪਾਰਟੀ ਹੁੰਦੇ ਨੇ, ਐਫਸੀਆਰ ਪਾਰਟੀ ਹੁੰਦੇ ਨੇ। है जी सेक्शन 7 सब सेक्शन 7 रेगुलर चल रही है। सब सेक्शन 7 गवर्नमेंट प्लीडर इंक्लूड्स एनी ऑफिसर अपॉइंटेड बाय द स्टेट गवर्नमेंट। स्टेट गवर्नमेंट वालों सरकारी वकील जिन्हों ਆਪਾਂ कोर्टा च जाके अपने जवाब दावे बैठक वगैरह करवाने आ, ठीक है जी, अटॉर्नीज, डिस्ट्रिक्ट अटॉर्नी, एडिशनल डिस्ट्रिक्ट अटॉर्नी, ठीक है जी, परफॉर्म ऑल और एनी ऑफ द फंक्शंस एक्सप्रेस्ड imposed by this court। government pleader also may pleader acting under the directions of the government pleader। ਜਿਹੜੇ ਗਵਰਨਮੈਂਟ ਦੇ ਮੁਕੱਦਮਿਆਂ ਨੂੰ ਲੜਦੇ ਆ ਜੀ, ਸਰਕਾਰੀ ਜਿਹੜੇ ਅਦਾਰੇ ਹੁੰਦੇ ਨੇ, ਸਰਕਾਰੀ ਅਦਾਰਿਆਂ ਦੇ ਜਿਹੜੇ ਮੁਕੱਦਮੇ ਹੁੰਦੇ ਆ, ਉਹਨਾਂ ਨੂੰ ਸਰਕਾਰ ਦੀ ਤਰਫ ਤੋਂ ਜਿਹੜੇ ਸਰਕਾਰੀ ਵਕੀਲ ਲੜਦੇ ਆ, ਉਹਨੂੰ ਆਪਾਂ ਗਵਰਨਮੈਂਟ ਪਲੀਡਰ ਕਹਿੰਦੇ ਆ। ਦੈਨ ਆ ਗਿਆ ਜੀ ਸੈਕਸ਼ਨ 7 ਸਬ ਸੈਕਸ਼ਨ 7A ਹਾਈ ਕੋਰਟ। ਹਾਈ ਕੋਰਟ इन रिलेशन जी कुछ डिपार्टमेंट्स ने अपने लॉयर हायर कीते ਹੁੰਦੇ ਉਹਨਾਂ ਨੂੰ ਗਵਰਨਮੈਂਟ ਪਲੈਟਰ ਕਹਾਂਗੇ, ਜਿਹੜੇ ਗਵਰਨਮੈਂਟ ਡਿਪਾਰਟਮੈਂਟ ਨੇ ਆਪਣੇ ਨਹੀਂ, ਉਹ ਪਤਾ ਕੀ ਹੈ, ਜਿਹੜੇ ਸੈਮੀ ਗਵਰਨਮੈਂਟ ਅਦਾਰੇ ਹੁੰਦੇ ਨਾ, ਜਿਵੇਂ ਇੰਪਰੂਵਮੈਂਟ ਟਰਸਟ ਹੋਇਆ, ਮਾਰਕੀਟ ਕਮੇਟੀ ਹੋਈ, ਮਿਊਨਿਸਪਲ ਕਮੇਟੀ, ਨਗਰ ਨਿਗਮ, ਠੀਕ ਹੈ, ਇਹ ਸੈਮੀ ਗਵਰਨਮੈਂਟ ਅਦਾਰੇ ਹੁੰਦੇ ਆ। ਇਹਨਾਂ ਨੂੰ ਗਵਰਨਮੈਂਟ ਪਲੀਡਰ ਨਹੀਂ ਮਿਲਦੇ, ਇਹਨਾਂ ਨੂੰ ਆਪਣੇ ਵਕੀਲ ਅੰਗੇਜ ਕਰਨੇ ਹੁੰਦੇ ਇਹਨਾਂ ਨੂੰ ਡਿਪਾਰਟਮੈਂਟ ਤੌਰ ਤੇ, ਪਰਮਾਨੈਂਟ ਤੌਰ ਤੇ ਆਪਣੇ ਜਿਹੜੇ ਕੇਸ ਲੜਨ ਦੀ ਖਾਤਰ ਇਹ ਮੰਥਲੀ ਬੇਸਿਸ ਤੇ ਜਾਂ ਕੇਸ ਬੇਸਿਸ ਤੇ, ਪਾਰਟਿਕੂਲਰ ਕੇਸ ਬੇਸਿਸ ਤੇ ਇੱਕ ਕੇਸ ਦੇ ਕਿੰਨੇ ਪੈਸੇ ਦਿੱਤੇ ਜਾਣੇ ਆ, ਇਹ ਆਪਦੇ ਵੱਲੋਂ ਲੜਾਉਂਦੇ ਆ। ਇਹਨੂੰ ਗਵਰਨਮੈਂਟ ਪਲੀਡਰ ਨਹੀਂ ਸੀ ਕਹਿ ਸਕਦੇ, ਠੀਕ ਹੈ ਜੀ। ਇਹਦੇ ਵਿੱਚ ਦੇਖੋ, ਇਹਦੇ ਵਿੱਚ ਸੁਣੋ ਇੱਕ ਮਿੰਟ, ਜਿਵੇਂ ਹੁਣ ਦੇਖੋ ਈਓ ਹੁੰਦਾ, ਈਓ ਇਹ ਮੈਂਡੇਟਰੀ ਹੈ, ਜਿਹੜੀ ਈਓ ਦੀ ਪੋਸਟ ਹੈ ਉਹ ਲੀਗਲ ਦੀ ਪੋਸਟ ਹੈ डिपार्टमेंट वास्ते। LLB जरूरी होंगे ਉਹਦੇ ਵਿੱਚ, क्योंकि ਉਹਨੇ ਮੁਕੱਦਮੇ ਆਪ ਲੜਨੇ ਹੁੰਦੇ ਆ, ਪਰ ਉਹਨਾਂ ਕੋਲ ਇੰਨਾ ਸਮਾਂ ਨਹੀਂ ਹੁੰਦਾ ਆਫਿਸਰਸ ਕੋਲ ਵੀ ਕੋਰਟਾਂ ਜਾ ਕੇ ਆਪ ਮੁਕੱਦਮੇ ਲੜਨ। ਇਸ ਕਰਕੇ ਉਹ ਪਾਰਟਿਕੂਲਰ ਕੇਸਾਂ ਦੇ ਵਿੱਚ ਆਪਣੇ ਜਿਹੜੇ ਆਪਣੇ ਡਿਪਾਰਟਮੈਂਟ ਦੇ ਲਈ ਵਕੀਲ ਅੰਗੇਜ ਕਰ ਲੈਂਦੇ ਨੇ, ਡਿਸਟ੍ਰਿਕਟ ਪੱਧਰ ਤੇ ਅਲੱਗ ਕਰ ਲੈਂਦੇ ਨੇ, ਹਾਈ ਕੋਰਟ ਪੱਧਰ ਤੇ ਅਲੱਗ ਕਰ ਲੈਂਦੇ ਨੇ, ਠੀਕ ਹੈ ਜੀ। ਐਕਚੁਅਲੀ ਤਾਂ ਕੇਸ ਉਹਨਾਂ ਨੇ ਆਪ ਲੜਨੇ ਹੁੰਦੇ ਆ, ਕਿਉਂਕਿ ਉਹਨਾਂ ਨੂੰ ਉਹਨਾਂ ਦੀ ਸਰਵਿਸ ਲਈ ਮੈਂਡੇਟਰੀ ਹੁੰਦਾ ਹੈ ਵੀ ਜਿਹੜਾ ਐਗਜ਼ੈਕਟਿਵ ਆਫਿਸਰ ਹੁੰਦਾ ਹੈ ਉਹ ਲਾ ਗ੍ਰੈਜੂਏਟ ਹੋਣਾ ਚਾਹੀਦਾ ਹੈ, ਠੀਕ ਹੈ ਜੀ। ਦੈਨ ਆ ਗਈ ਹਾਈ ਕੋਰਟ। ਹਾਈ ਕੋਰਟ ਇਨ ਰਿਲੇਸ਼ਨ ਟੂ ਦਾ ਅੰਡੇਮਾਨ ਐਂਡ ਨਿਕੋਬਾਰ ਆਈਲੈਂਡ ਮੀਨਸ ਦਾ ਹਾਈ ਕੋਰਟ ਆਫ ਇਨ ਕਲਕੱਤਾ। ਇੱਥੇ ਚਲੋ ਇਹਨਾਂ ਨੇ ਅੰਡੇਮਾਨ ਨਿਕੋਬਾਰ ਨੂੰ ਕਹਿੰਦਾ ਵੀ ਹਾਈ ਕੋਰਟ ਕਲਕੱਤਾ ਦੀ ਤੋਂ ਲਾਗੂ ਹੋਏਗੀ। ਹਾਈ ਕੋਰਟ ਆਪਾਂ ਨੂੰ ਸਾਰਿਆਂ ਨੂੰ ਪਤਾ ਜਿਹੜੀ ਸਟੇਟ ਦੀ ਕੋਈ ਹਾਈ ਕੋਰਟ ਹੁੰਦੀ ਹੈ ਉਹਨੂੰ ਅਸੀਂ ਹਾਈ ਕੋਰਟ ਕਹਿੰਦੇ ਹਾਂ। ਹਰ ਕੰਟਰੀ, ਹਰ ਪੂਰੇ ਕੰਟਰੀ ਦੇ ਵਿੱਚ ਜਿਹੜੇ ਹਾਈ ਕੋਰਟਸ ਨੇ, ਕਈ ਵਾਰੀ ਦੋ ਸਟੇਟਾਂ ਦੀਆਂ, ਤਿੰਨ ਸਟੇਟਾਂ ਦੀ ਇੱਕ ਹਾਈ ਕੋਰਟ ਹੈ ਜਾਂ ਕਿਸੇ ਪਾਰਟੀਕੂਲਰ ਸਟੇਟ ਦੀ ਵੱਖਰੀ ਹਾਈ ਕੋਰਟ ਵੀ ਹੋ ਸਕਦੀ ਹੈ, ਠੀਕ ਹੈ। ਇੰਡੀਆ ਇਹ ਦੱਸਣ ਦੀ ਕੋਈ ਗੱਲ ਹੈ ਨਹੀਂ ਗੀ, ਐਕਸੈਪਟ ਇਨ ਸੈਕਸ਼ਨਸ। ਆ ਜਿਹੜੇ ਸੈਕਸ਼ਨ ਨੇ 1, 29, 43, 44, 44, 78, 79, 82, 83 ਐਂਡ 87A ਮੀਨਸ ਦਾ ਟੈਰੀਟਰੀ ਆਫ ਇੰਡੀਆ। ਇਹ ਸੈਕਸ਼ਨ ਨੂੰ ਛੱਡ ਕੇ ਕਹਿੰਦਾ ਇਹ ਟੈਰੀਟਰੀ ਆਫ ਇੰਡੀਆ ਐਕਸਕਲੂਡਿੰਗ ਸਟੇਟ ਆਫ ਜੰਮੂ ਐਂਡ ਕਸ਼ਮੀਰ ਨੂੰ ਛੱਡ ਕੇ ਬਾਕੀ ਸਾਰਾ ਇੰਡੀਆ ਜਿਹੜਾ ਹੈਗਾ ਇੰਡੀਆ ਕਹਾਂਦਾ ਹੈ। ਜੱਜ ਕੌਣ ਹੈ ਜੀ? ਸੈਕਸ਼ਨ ਸਬ ਸੈਕਸ਼ਨ 8 जज प्रेजाइडिंग ऑफिसर ऑफ ए सिविल कोर्ट, ठीक है जी। प्रेजाइडिंग ऑफिसर ऑफ ए सिविल कोर्ट ਨੂੰ ਅਸੀਂ ਜੱਜ ਕਹਿੰਦੇ ਆ। ਫਿਰ ਸਬ ਸੈਕਸ਼ਨ 9 ਜਜਮੈਂਟ। ਜਜਮੈਂਟ ਆਪਾਂ ਪਹਿਲਾਂ ਹੀ ਪੜ੍ਹ ਕੇ ਹਟੇ ਸੀ, ਮੈਂ ਜਵਾਨੀ ਦੱਸਿਆ ਸੀ ਤੁਹਾਨੂੰ। ਜਜਮੈਂਟ ਕੀ ਹੁੰਦੀ ਹੈ? ਮੀਨਸ ਸਟੇਟਮੈਂਟ ਗਿਵਨ ਬਾय द जज ऑन द ग्राउंड्स ऑफ ए डिक्री और ऑर्डर। कोई डिग्री पास की जज ने ਜਾਂ ਕੋਈ ਆਰਡਰ ਪਾਸ ਕੀਤਾ, ਉਹ ਕਿਉਂ ਪਾਸ ਕੀਤਾ, ਉਹਦੇ ਗਰਾਊਂਡ ਕੀ ਸੀਗੀਆਂ, ਉਹਦੇ ਗਰਾਊਂਡਸ ਕੀ ਸੀਗੀਆਂ, ਆਪਾਂ ਜਜਮੈਂਟ 'ਚ ਦੇਖਦੇ ਹਾਂ ਵੀ ਜਿਹੜੀ ਪਲੈਂਟਿਵ ਪਾਰਟੀ ਸੀਗੀ ਉਹਨੇ ਇਹ ਕਿਹਾ, ਡਿਫੈਂਡੈਂਟ ਪਾਰਟੀ ਦੇ ਵਕੀਲ ਨੇ ਇਹ ਕਿਹਾ। ਦੈਨ ਫਿਰ ਇਸ਼ੂ ਕੀ ਫਰੇਮ ਹੋਇਆ, ਇਸ਼ੂ ਫਰੇਮ ਤੋਂ ਹੋਣ ਤੋਂ ਬਾਅਦ ਅਸੀਂ ਕੀ ਉਹਦਾ ਡਿਸੀਜਨ ਕੀਤਾ, ਕਿਹੜਾ ਇਸ਼ੂ ਕਿਹੜੀ ਪਾਰਟੀ ਦੇ ਹੱਕ 'ਚ ਹੋਇਆ, ਕਿਹੜਾ ਇਸ਼ੂ ਕਿਹੜੀ ਪਾਰਟੀ ਦੇ ਹੱਕ ਦੇ ਵਿੱਚ ਹੋਇਆ। ਮਤਲਬ ਪੂਰੇ ਜਿਹੜੇ ਰੀਜ਼ਨਸ ਦਿੱਤੇ ਜਾਂਦੇ ਆ। ਆਪਾਂ ਕਹਿੰਦੇ ਵੀ ਕੋਈ ਆਰਡਰ ਪਾਸ ਕਰਨ ਤੋਂ ਪਹਿਲਾਂ ਉਸ ਆਰਡਰ ਜਿਹੜਾ ਹੈਗਾ ਉਹ ਸਪੈਸੀਫਿਕ ਜਿਹੜਾ ਵਿਦ ਰੀਜ਼ਨਸ ਆਰਡਰ ਪਾਸ ਕੀਤਾ ਜਾਣਾ ਚਾਹੀਦਾ ਹੈ।
ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਪਤਾ ਹੋਣਾ ਵੀ ਇਹ ਤੁਸੀਂ ਆਰਡਰ ਕਿਉਂ ਪਾਸ ਕਰ ਰਹੇ ਹੋ, ਉਹ ਜੱਜਮੈਂਟ ਦੇ ਵਿੱਚ ਪੂਰੀ ਡਿਟੇਲ ਦਿੱਤੀ ਜਾਂਦੀ ਹੈ, ਇਸ ਕਰਕੇ ਉਹਨੂੰ ਜੱਜਮੈਂਟ ਕਿਹਾ ਜਾਂਦਾ। ਓਪੀਨੀਅਨ ਜੱਜ ਦਾ ਹੁੰਦਾ ਪੂਰਾ, ਵਿਦ ਸਟੇਟਮੈਂਟਸ ਆਫ ਦਾ ਪਾਰਟੀਜ਼ ਵੀ ਹੁੰਦੀਆਂ ਸਾਰੀਆਂ ਜਿਹੜੀਆਂ ਜੱਜ ਨੇ ਲਈਆਂ ਹੁੰਦੀਆਂ ਨੇ ਸਟੇਟਮੈਂਟ। ਫਿਰ ਆ ਗਿਆ ਜੀ ਸਬਸੈਕਸ਼ਨ 10 ਜੱਜਮੈਂਟ ਡੈਪਟਰ, ਜਿਹਨੂੰ ਅਸੀਂ ਜੇਡੀ ਕਹਿ ਦਿੰਦੇ ਹਾਂ। ਜੇਡੀ ਡਿਗਰੀ ਹੋਲਡਰ, ਜਿਹਦੇ ਖਿਲਾਫ ਡਿਗਰੀ ਪਾਸ ਹੋਈ ਹੁੰਦੀ ਹੈ, ਉਹਨੂੰ ਅਸੀਂ ਜੇਡੀ ਕਹਿੰਦੇ ਹਾਂ। ਮੀਨਸ ਐਨੀ ਪਰਸਨ ਅਗੇਂਸਟ whom a degree has been passed or an order capable of execution has been passed। ਰਿਕਵਰੀ ਕੇਸ ਹੁੰਦੇ ਨੇ, ਠੀਕ ਹੈ, ਰਿਕਵਰੀ ਕੇਸ ਹੁੰਦੇ ਨੇ। ਇੱਕ ਪਾਰਟੀ ਨੇ ਕਿਸੇ ਤੋਂ ਰਿਕਵਰੀ ਲੈਣੀ ਹੈ, ਦੂਜੀ ਪਾਰਟੀ ਨੇ ਦੇਣੀ ਹੈ। ਜਿਹੜੀ ਪਾਰਟੀ ਨੇ ਪੈਸੇ ਲੈਣੇ ਨੇ ਉਹ ਕੋਰਟ ਜਾਂਦਾ ਹੈ, ਕੋਰਟ ਜੋ ਡਿਗਰੀ ਲੈ ਲੈਂਦਾ ਹੈ। ਫਿਰ ਡਿਗਰੀ ਦੀ ਜਿਹੜੀ ਐਗਜੀਕਿਊਸ਼ਨ ਹੈ, ਐਗਜੀਕਿਊਸ਼ਨ ਹੋਣ ਦੇ ਲਈ ਸਾਡੇ ਕੋਲ ਪਾਸ ਆ ਜਾਂਦੀ ਹੈ। ਹਸਬੈਂਡ ਵਾਈਫ ਦਾ ਕੋਈ ਡਿਸਪਿਊਟ ਹੈ, ਠੀਕ ਹੈ, ਮੈਟਰੀਮੋਨੀਅਲ ਦਾ ਕੋਈ ਡਿਸਪਿਊਟ ਹੈ, ਕਿਸੇ ਕੋਰਟ ਨੇ ਖਰਚਾ ਬੰਨ ਦਿੱਤਾ ਕਿਸੇ ਪਾਰਟੀਕੂਲਰ ਪਾਰਟੀਆਂ ਦੇ ਲਈ, ਤੇ ਉਹ ਪੇਮੈਂਟ ਅਦਾ ਨਹੀਂ ਕਰਦਾ, ਦੈਨ ਪਾਰਟੀ ਕੋਰਟ ਡਿਗਰੀ ਪਾਸ ਕਰਦੀ ਹੈ। ਉਹਦੀ ਡਿਗਰੀ ਦੀ ਫਿਰ ਐਗਜੀਕਿਊਸ਼ਨ ਅਸੀਂ ਪਾਸ ਕਰਦੇ ਹਾਂ। ਕਿਵੇਂ ਕਰਦੇ ਹਾਂ? ਪ੍ਰੋਪਰਟੀ ਅਟੈਚ ਕਰਨੀ ਹੁੰਦੀ ਹੈ, ਜਿਹੜੀ ਦੀ ਪ੍ਰੋਪਰਟੀ ਅਟੈਚ ਕਰਨੀ ਹੁੰਦੀ ਹੈ। ਜਿਹੜੀ ਮੇ ਵੀ ਕੋਈ ਵੀ ਹੋ ਸਕਦਾ ਹੈ, ਠੀਕ ਹੈ। ਅਗੇਂਸਟ whom a degree has been passed, ਜਿਹਦੇ ਖਿਲਾਫ ਫਿਰ ਅਸੀਂ ਐਗਜੀਕਿਊਸ਼ਨ ਕਰਦੇ ਹਾਂ। ਦੈਨ ਲੀਗਲ ਰਿਪਰੈਜ਼ੈਂਟੇਟਿਵ। ਲੀਗਲ ਰਿਪਰੈਜ਼ੈਂਟੇਟਿਵ ਕੌਣ ਹੁੰਦਾ ਹੈ? ਜਦੋਂ ਖੁਦ ਜਿਹਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਜਾਣਾ ਹੈ, ਉਹਦੀ ਡੈਥ ਹੋ ਜਾਂਦੀ ਹੈ, ਉਹਦੇ LRs, ਜਿਹਨੂੰ ਅਸੀਂ ਸਿੰਪਲ ਸ਼ਾਰਟ ਕਹਿੰਦੇ LR, ਲੀਗਲ ਰਿਪਰੈਜ਼ੈਂਟੇਟਿਵ ਫੁੱਲ ਫਾਰਮ ਹੈ। ਇਹਦਾ ਸ਼ਾਰਟ ਜਿਹੜਾ ਵਰਡ ਹੈਗਾ ਉਹ ਹੈਗਾ LR। ਕੋਈ ਵਿਅਕਤੀ ਦੀ ਡੈਥ ਹੋ ਗਈ, ਜਿਹੜੇ ਉਹਦੇ ਕਾਨੂੰਨੀ ਵਾਰਸ ਨੇ, ਆਪਾਂ ਰੋਜ਼ ਹੀ ਬਣਾ ਕੇ ਭੇਜਦੇ ਹਾਂ, ਸਾਨੂੰ ਕੋਰਟਾਂ ਵੱਖਰੀਆਂ ਕੋਰਟ ਸਾਨੂੰ ਡੇਲੀ ਪੁੱਛਦੇ ਨੇ ਇਹਦੀ ਕਾਨੂੰਨੀ ਵਾਰਸਾਂ ਦੀ ਰਿਪੋਰਟ ਕਰੋ। ਕਾਨੂੰਨੀ ਵਾਰਸਾਂ ਦੀ ਰਿਪੋਰਟ ਜੋ ਤੁਸੀਂ ਲਿਖਦੇ ਆ ਉਹਨੂੰ ਅਸੀਂ LR ਕਹਿੰਦੇ ਆ। ਮੀਨਸ ਏ ਪਰਸਨ who in law represents the state of a deceased person। ਜਦੋਂ ਕਿਸੇ ਦੀ ਪ੍ਰਾਪਰਟੀ ਦੀ ਜਾਇਦਾਦ ਦੇ ਸੰਬੰਧ ਵਿੱਚ ਬੰਦਾ ਮਰ ਗਿਆ ਹੋਵੇ, ਪਰਦਾਵਾ ਕੋਈ ਪਾਰਟੀ ਪਾ ਦਿੰਦੀ ਹੈ, ਤਾਂ ਉਹਦੇ ਕਾਨੂੰਨੀ ਵਾਰਸਾਂ ਨੂੰ ਜਿਹੜਾ ਪਾਰਟੀ ਬਣਾਇਆ ਜਾਂਦਾ ਹੈ। ਇਸ ਤਰ੍ਹਾਂ ਜੇ ਕੋਈ ਪਾਰਟੀ ਕਿਸੇ ਮਾਲਕ ਦੀ ਡੈਥ ਹੋ ਗਈ ਹੋਵੇ, ਉਹਦੇ ਵਾਰਸਾਂ ਨੇ ਕੋਈ ਦਾਅਵਾ ਪਾਣਾ ਹੋਵੇ, ਉਸ ਪ੍ਰਾਪਰਟੀ ਦੇ ਕੋਈ ਨਜਾਇਜ਼ ਕਬਜ਼ਾ ਕਰਨਾ ਚਾਹੁੰਦਾ ਹੋਵੇ, ਜਾਂ ਕਿਸੇ ਗੱਲ ਨੂੰ ਲੈ ਕੇ ਕੋਈ ਕਬਜ਼ਾ ਨਾ ਛੱਡਦਾ ਹੋਵੇ, ਤਾਂ ਉਹਦੇ LRs ਵੱਲੋਂ ਜਿਹੜਾ ਦਾਅਵਾ ਪਾਇਆ ਜਾਂਦਾ ਹੈ, ਠੀਕ ਹੈ, ਉਹਨੂੰ ਅਸੀਂ ਲੀਗਲ ਰਿਪਰੈਜ਼ੈਂਟ ਕਹਿੰਦੇ ਆ ਪ੍ਰਾਪਰਟੀ ਦੀ ਖਾਤਰ, ਜਦੋਂ ਕਿਸੇ ਮਾਲਕ ਦੀ ਡੈਥ ਹੋ ਜਾਵੇ। ਨੈਕਸਟ ਆ ਗਿਆ ਜੀ ਸਬਸੈਕਸ਼ਨ 12 ਮੀਨ ਪ੍ਰੋਫਿਟਸ। ਦੇਖੋ ਇਹ ਤੁਸੀਂ ਰੋਜ਼ ਦੇਖਦੇ ਹੋ, ਜਿਹੜੇ ਖਾਸ ਕਰਕੇ ਜਿਹੜੇ ਕਾਨੂੰਗੋ ਸਾਹਿਬਾਨ ਦਫ਼ਤਰ ਦੇ ਚ ਲੱਗੇ ਹੁੰਦੇ ਨੇ, ਆਫਿਸ ਕਾਨੂੰਗੋ ਲੱਗੇ ਹੁੰਦੇ ਨੇ, ਠੀਕ ਹੈ, ਤੁਹਾਡੇ ਕੋਲੇ ਮਿਆਰ ਪੈਦਾਵਾਰ ਬਣਨ ਲਈ ਆਉਂਦੇ ਨੇ। ਮਿਆਰ ਪੈਦਾਵਾਰ ਕਿਵੇਂ ਤੁਸੀਂ ਬਣਾਉਂਦੇ ਹੋ, ਉਹਦਾ ਪ੍ਰੋਸੀਜਰ ਕੋਈ ਸੈਪਰੇਟ ਪ੍ਰੋਸੀਜਰ ਹੈਗਾ, ਜਿਹੜਾ ਉਹਦੇ ਵਿੱਚ ਕੀ ਹੈਗਾ, ਮੈਂ ਚਲੋ ਆਪਣੀ ਜਨਰਲ ਜਾਣਕਾਰੀ ਲਈ ਦੱਸ ਦਿੰਦਾ। ਮਿਆਰ ਪੈਦਾਵਾਰ ਜਦੋਂ ਬਣਾਉਂਦੇ ਆ ਤਾਂ ਅਸੀਂ ਮਾਰਕੀਟ ਕਮੇਟੀ ਤੋਂ ਰੇਟ ਲੈਂਦੇ ਆ ਫਸਲ ਦੇ, ਠੀਕ ਹੈ, ਕਿਸ ਫਸਲ ਦਾ ਕਿਸ ਪਾਰਟੀਕੂਲਰ ਟਾਈਮ ਦੇ ਵਿੱਚ ਕੀ ਰੇਟ ਸੀਗੇ, ਕਣਕ ਦਾ ਕੀ ਰੇਟ ਸੀਗਾ, ਸਰੋਂ ਦਾ ਕੀ ਰੇਟ ਸੀ, ਛੋਲਿਆਂ ਦਾ ਕੀ ਰੇਟ ਸੀਗਾ, ਜੇ ਉੱਥੇ ਜੀਰੀ ਬੀਜੀ ਜਾਂਦੀ ਸੀ ਖੇਤ ਦੇ ਵਿੱਚ ਤਾਂ ਜੀਰੀ ਦਾ ਕੀ ਰੇਟ ਸੀਗਾ, ਤੇ ਫਿਰ ਇਹ ਤਾਂ ਹੋ ਗਏ ਰੇਟ। ਦੈਨ ਪੈਦਾਵਾਰ ਕਿੰਨੀ ਹੁੰਦੀ ਸੀ ਪਾਰਟੀਕੂਲਰ ਏਰੀਆ ਦੇ ਵਿੱਚ, ਕਿੰਨੇ ਮਣ ਜੀਰੀ ਹੁੰਦੀ ਸੀ, ਕਿੰਨੇ ਮਣ, ਠੀਕ ਹੈ, ਕਣਕ ਹੁੰਦੀ ਸੀ ਜਾਂ ਸਰੋਂ ਹੁੰਦੀ ਸੀਗੀ। ਉਹਦੇ ਲਈ ਅਸੀਂ ਜਿਹੜਾ ਡਿਪਾਰਟਮੈਂਟ ਆਫ ਐਗਰੀਕਲਚਰ ਹੈਗਾ, ਐਗਰੀਕਲਚਰ ਆਫਿਸਰ ਤੋਂ ਅਸੀਂ ਉਹਦੀ ਪੈਦਾਵਾਰ ਲੈਂਦੇ ਹਾਂ। ਇਹ ਦੋਨੋਂ ਜਦੋਂ ਸਾਡੇ ਕੋਲੇ ਆ ਜਾਂਦੇ ਨੇ, ਦੈਨ ਅਸੀਂ ਉਹਨਾਂ ਨੂੰ ਦੋਹਾਂ ਦੀ ਮੰਦੇ ਨਜ਼ਰ ਰੱਖਦੇ ਹੋਏ ਤੇ ਗਰਦੌਰੀ ਲੈ ਕੇ ਸਾਡੀ ਗਰਦੌਰੀ ਦੇ ਮੁਤਾਬਕ ਅਸੀਂ ਜਿਹੜਾ ਮਿਆਰ ਪੈਦਾਵਾਰ ਬਣਾਉਂਦੇ ਹਾਂ। ਹੁਣ ਗੱਲ ਚੱਲੀ ਸੀ ਮੀਨ ਪ੍ਰੋਫਿਟਸ ਤੋਂ। ਮੀਨ ਪ੍ਰੋਫਿਟਸ ਕੀ ਹੁੰਦੇ ਨੇ? ਮਿਆਰ ਪੈਦਾਵਾਰ ਬਣਾਉਣ ਦੀ ਲੋੜ ਕਦੋਂ ਪੈਂਦੀ ਹੈ? ਜਦੋਂ ਮਾਲਕ ਕੋਈ ਹੋਰ ਹੋਵੇ, ਪਰ ਉਹਦੀ ਜ਼ਮੀਨ ਦੇ ਉੱਪਰ ਕਬਜ਼ਾ ਕਿਸੇ ਹੋਰ ਦਾ ਹੋਵੇ, ਠੀਕ ਹੈ, ਮਾਲਕ ਕੋਈ ਜ਼ਮੀਨ ਦਾ ਹੋਰ ਹੋਵੇ, ਉਸਦੀ ਜ਼ਮੀਨ ਦੇ ਉੱਪਰ ਕਬਜ਼ਾ ਕਿਸੇ ਹੋਰ ਦਾ ਹੋਵੇ, ਤਾਂ ਉਹ ਜਿਹੜੇ ਪ੍ਰੋਫਿਟ ਖਾ ਰਿਹਾ ਹੁੰਦਾ ਹੈ ਉਸ ਪ੍ਰਾਪਰਟੀ ਤੋਂ, ਉਹਨੂੰ ਮੀਨ ਪ੍ਰੋਫਿਟ ਕਿਹਾ ਜਾਂਦਾ ਹੈ। ਜਿਹੜਾ ਮਾਲਕ ਹੈ, ਨਜਾਇਜ਼ ਕਬਜ਼ਾ ਹੈ, ਜ਼ਮੀਨ ਕਿਸੇ ਹੋਰ ਦੀ ਹੈ, ਕਿਸੇ ਹੋਰ ਦੀ ਜ਼ਮੀਨ ਤੋਂ ਜਿਹੜੀ ਪ੍ਰੋਡਕਸ਼ਨ ਹੈ, ਪ੍ਰੋਡਿਊਸ ਹੈ, ਖਾ ਰਿਹਾ ਹੈ, ਉਹ ਮੀਨ ਪ੍ਰੋਫਿਟ ਹੈਗੇ ਆ। ਉਹਦਾ ਪ੍ਰੋਪਰਟੀ ਮੀਨਸ ਦੋਜ਼ ਪ੍ਰੋਫਿਟਸ ਵਿਚ ਦਾ ਪਰਸਨ ਇਨ ਰੋਂਗਫੁਲ ਪੋਜੈਸ਼ਨ, ਨਜਾਇਜ਼ ਕਬਜ਼ੇ ਦੇ ਵਿੱਚ ਹੈਗਾ, of such property actually received or might with the ordinary diligence have received therefrom together with the interest on such profits, but shall not include profits due to improvement made by the person in wrongful possession
ਪਰ ਕਹਿੰਦਾ ਉਹਦੇ ਵਿੱਚ ਉਹ ਚੀਜ਼ ਇਨਕਲੂਡ ਨਹੀਂ ਹੁੰਦੀ ਜਿਹੜੀ ਉਸਨੇ ਜਿਹੜੇ ਖੇਤ ਨੂੰ ਉਹ ਵਾਹ ਰਿਹਾ ਹੈ ਜਾਂ ਜਿਹੜੇ ਖੇਤੋਂ ਖੇਤੀ ਕਰ ਰਿਹਾ ਹੈ ਉਸ ਖੇਤ ਨੂੰ ਇੰਪਰੂਵਮੈਂਟ ਕਰਨ ਦੇ ਵਿੱਚ ਉਹਦੇ 'ਚ ਬੋਰ ਲਵਾ ਲਿਆ, ਠੀਕ ਹੈ, ਉਹਦੀ ਲੈਵਲਿੰਗ ਕਰਾ ਲਈ, ਪੱਧਰ ਕਰਾ ਲਿਆ, ਕਰਾਹ ਲਵਾ ਲਿਆ, ਠੀਕ ਹੈ, ਤੇ ਬੇਟਾ ਤੇ ਬਰਾਬਰ ਜ਼ਮੀਨ ਕਰਤੀ। ਉਹ ਜਿਹੜੇ ਖਰਚੇ ਹੋਏ ਨੇ ਹੁੰਦੇ ਨੇ ਉਹਨਾਂ ਖਰਚਿਆਂ ਨੂੰ ਛੱਡ ਕੇ ਬਾਕੀ ਜਿਹੜਾ ਪ੍ਰੋਫਿਟ ਹੁੰਦਾ ਹੈ ਉਸ ਖੇਤੀ ਤੋਂ ਉਹਨੂੰ ਮੀਨ ਪ੍ਰੋਫਿਟ ਕਿਹਾ ਜਾਂਦਾ ਹੈ। ਇਹਦੇ ਵਿੱਚ ਜਿੱਦਾਂ ਟੋਟਲ ਪ੍ਰੋਫਿਟ ਜੋ ਹੋਇਆ ਉਹਦੇ ਵਿੱਚ ਉਹਦੇ ਖਰਚੇ ਕੱਢਣੇ ਨਹੀਂ ਬਸ ਜਿਹੜਾ ਮੇਨ ਪ੍ਰੋਫਿਟ ਤੁਸੀਂ ਕਹਿੰਦੇ ਹਾਂ ਖਰਚੇ ਤਾਂ ਨਿਕਲ ਗਏ, ਉਹੀ ਗੱਲ ਕੀਤੀ ਇੱਥੇ ਵੀ ਜਿਹੜੇ ਖਰਚੇ ਕੱਢ ਕੇ ਜਿਹੜਾ ਪ੍ਰੋਫਿਟ ਹੈ ਉਸ ਨੂੰ ਮੀਨ ਪ੍ਰੋਫਿਟ ਕਹਾਂਗੇ ਨਾ ਜੀ। ਜੇ ਹੁਣ ਆਪਾਂ ਕਿਸੇ ਨੂੰ ਠੇਕੇ ਦੀ ਜ਼ਮੀਨ ਦਿੰਦੇ ਆ, ਠੀਕ ਹੈ, ਠੇਕੇਦਾਰ ਵੀ ਤਾਂ ਆਪਣੇ ਖਰਚੇ ਕੱਢਦਾ ਹੈ, ਠੀਕ ਮਾਲਕ ਨੂੰ। ਇਹਦੇ ਸਭ ਇੱਕ ਦੱਸਿਆ ਹੋਣਾ ਚਾਹੀਦਾ ਇਹਦੀ ਪ੍ਰੋਨਾਂਸੀਏਸ਼ਨ ਮੇਨ ਪ੍ਰੋਫਿਟ ਹੋਊਗੀ ਜਿੱਦਾਂ MESN ਹਾਂ ਇਹਨੂੰ ਅਸੀਂ ਮੈਸਨੀ ਪ੍ਰੋਫਿਟ ਨਹੀਂ ਕਹਾਂਗੇ, ਇੱਥੇ ਜਿਹੜਾ ਐਸ ਹੈ ਇਟ ਇਜ਼ ਸਾਇਲੈਂਟ, ਇਹਨੂੰ ਅਸੀਂ ਮੀਨ ਪ੍ਰੋਫਿਟ ਬੋਲਾਂਗੇ। ਹੈ ਜੀ, ਮਿਆਰ ਪੈਦਾਵਾਰ ਬਣਾਉਂਦੇ ਆਪਾਂ। ਤਕਮੀਲਨ ਕਿਆ? ਤਖਮੀਨਾ, ਤਖਮੀਨਾ ਤਾਂ ਉਦੋਂ ਬਣਾਉਂਦੇ ਆਪਾਂ, ਤਖਮੀਨਾ ਵੀ ਕਿਹਾ ਜਾ ਸਕਦਾ। ਤਖਮੀਨਾ ਉਦੋਂ ਬਣਾਉਂਦੇ ਜਦੋਂ ਕਿਸੇ ਦਾ ਕਬਜ਼ਾ ਹੁੰਦਾ ਕਿਸੇ ਜ਼ਮੀਨ ਤੇ, ਅਸੀਂ ਕਬਜ਼ਾ ਕਾਰਵਾਈ ਕਰਦੇ ਹੋਏ ਉਸ ਪਾਰਟ ਨੂੰ ਕਬਜ਼ਾ ਦਿਵਾਉਣਾ ਹੁੰਦਾ ਹੈ, ਠੀਕ ਹੈ, ਤਾਂ ਵੀ ਇਹੀ ਦੇਖਿਆ ਜਾਣਾ ਵੀ ਖਰਚਾ ਕਿੰਨਾ ਹੋਇਆ, ਉਹਦੇ ਫਸਲ ਬੀਜਣ ਤੇ ਕਿੰਨਾ ਖਰਚਾ ਹੋਇਆ, ਉਹਨੂੰ ਕਿੰਨੇ ਪੈਸੇ ਅਸੀਂ ਦਿਵਾਉਣੇ ਆ, ਉਹਨੂੰ ਅਸੀਂ ਤਖਮੀਨਾ ਕਹਿ ਦਿੰਦੇ ਆ। ਇਹਨੂੰ ਤਾਂ ਆਪਾਂ ਨੇ ਇੱਕ ਪਾਰਟੀਕੂਲਰ ਵਰਡ ਚੱਲਿਆ ਰਿਹਾ, ਮਿਆਰ ਪੈਦਾਵਾਰ ਸ਼ੁਰੂ ਤੋਂ ਚੱਲਿਆ ਆ ਰਿਹਾ ਹੈ, ਮਿਆਰ ਪੈਦਾਵਾਰ, ਗੋਸ਼ਵਾਰਾ ਬਣਾਉਂਦੇ ਆ ਜੀ, ਗੋਸ਼ਵਾਰਾ ਮਿਆਰ ਪੈਦਾਵਾਰ। ਸਰ ਮੈਂ ਲੈਫਟ ਹੋ ਗਿਆ ਸੀ, ਮੈਨੂੰ ਸਮਝ ਨਹੀਂ ਲੱਗੀ ਯਾਰ, ਮੈਂ ਸੁਣਨੇ ਨਹੀਂ ਸਕਿਆ, ਸੌਰੀ ਦੁਬਾਰਾ ਸਰ ਦੱਸ ਦਿਓ ਕਿਹੜਾ ਇਹਦਾ ਮੀਨ ਪ੍ਰੋਫਿਟ ਦੀ ਗੱਲ ਹੈ? ਹੈਲੋ ਹਾਂਜੀ ਜੀ ਸਰ, ਮੇਨ ਪ੍ਰੋਫਿਟ ਦੀ ਇਹ ਅੰਤਰਕਾਲੀ ਲਾਭ ਦੀ ਗੱਲ ਨਹੀਂ ਜੀ, ਹੈ ਜੀ, ਅੰਤਰਕਾਲੀ ਲਾਭ ਦੀ ਗੱਲ ਨਹੀਂ। ਅੰਤਰਕਾਲੀ ਲਾਭ, ਅੰਤਰਕਾਲੀ ਲਾਭ ਮੈਂ ਤਾਂ ਨਹੀਂ ਕਦੇ ਵਰਡ ਸੁਣਿਆ ਕਿਤੇ, ਮੇਬੀ ਕਿਤੇ। ਦੇਖੋ ਪਤਾ ਕੀ ਹੈ, ਅੰਤਰਕਾਲੀ ਲਾਭ ਪੰਜਾਬੀ ਦੀ ਬੁੱਕ ਦੇ ਵਿੱਚ ਤਾਂ ਦੇਖੋ ਪਤਾ ਕੀ ਹੈ, ਦੇਖੋ ਇਹਦੇ ਵਿੱਚ ਮੀਨਿੰਗ ਸੈਂਸ ਪ੍ਰੋਪਰ ਨਹੀਂ ਹੁੰਦੀ। ਇਹ ਪੰਜਾਬੀ ਦੀ ਜਿਹੜੀ ਕੀਤੀ ਜਾਂਦੀ ਹੈ ਇਹ ਟ੍ਰਾਂਸਲੇਸ਼ਨ ਕੀਤੀ ਜਾਂਦੀ ਹੈ ਕੰਪਿਊਟਰ ਦੇ ਰਾਹੀਂ। ਅੱਛਾ ਜੀ, ਕੰਪਿਊਟਰ ਦੇ ਰਾਹੀਂ ਟ੍ਰਾਂਸਲੇਸ਼ਨ ਜਦੋਂ ਕਰਦੇ ਆ, ਹਰ ਵਰਡ ਦੇ ਜਿਹੜੇ ਮੀਨਿੰਗ ਹੁੰਦੇ ਨੇ, ਜਿਵੇਂ ਇੰਗਲਿਸ਼ ਦਾ ਵਰਡ ਹੈ, ਇੱਕ ਵਰਡ ਦੇ ਮੀਨਿੰਗ ਵੀ ਕਈ ਬਣ ਜਾਂਦੇ ਆ, ਠੀਕ ਹੈ। ਇਹ ਅੰਤਰਕਾਲੀ ਲਾਭ ਇੱਥੇ ਨਹੀਂ ਸੈੱਟ ਬੈਠਦਾ ਹੈਗਾ। ਮੀਨ ਪ੍ਰੋਫਿਟ ਤਾਂ ਮੈਂ ਤੁਹਾਨੂੰ ਸਿੰਪਲ ਜੀ ਦੁਬਾਰਾ ਫੇਰ ਦੱਸਦਾ ਨਾ, ਕਿਉਂਕਿ ਤੁਹਾਡੇ ਸ਼ਬਦ ਸਹੀ ਫਿੱਟ ਨਹੀਂ ਬੈਠਦੇ। ਨਹੀਂ ਇਹਦੀ ਤਾਂ ਦੇਖੋ ਇਹ ਜਿਹੜੀ ਐਪ ਹੈ, ਮੇਰੀ ਗੱਲ ਸੁਣੋ, ਆਪਣੇ ਕੋਲੇ ਜਿਹੜੀਆਂ ਹੁਣ ਐਪਸ ਆਉਂਦੀਆਂ ਨੇ, ਟ੍ਰਾਂਸਲੇਟਰ ਐਪਸ ਆਉਂਦੀਆਂ ਨੇ, ਇੰਗਲਿਸ਼ ਤੋਂ ਪੰਜਾਬੀ ਟ੍ਰਾਂਸਲੇਟ ਕਰਨ ਲਈ ਐਪਸ ਆਉਂਦੀਆਂ ਨੇ, ਇਹਦੇ ਵਿੱਚ ਕੁਝ ਨਹੀਂ ਹੁੰਦਾ। ਉਹਨਾਂ ਨੇ ਕੀ ਕਰਨਾ ਹੁੰਦਾ, ਇੰਗਲਿਸ਼ ਵਿੱਚ ਪਾਈ ਜਾਂ ਬੋਲੀ ਡਾਊਨਲੋਡ ਕੀਤੀ ਗਈ, ਉਹਦੀ ਐਪ ਜਿਹੜੀ ਹੈਗੀ ਆ ਉਹਦੀ ਪੰਜਾਬੀ ਬਣਾ ਕੇ ਤੁਹਾਡੇ ਮੂਹਰੇ ਪੇਸ਼ ਕਰ ਦਿੰਦੀ ਹੈ, ਤੁਸੀਂ ਉਹੀ ਟਾਈਪ ਕਰ ਦਿੱਤੀ, ਉਹਦਾ ਮੀਨਿੰਗ ਉਹਦੀ ਸੈਂਸ ਕੁਝ ਵੀ ਹੋ ਜਾਂਦੀ ਹੈ। ਉਹ ਇੱਥੇ ਮੈਂ ਤਾਂ ਇਹ ਪੰਜਾਬੀ ਦੀ ਜਿਹੜੀ ਬੁੱਕਸ ਹੈ ਮੇਰੀ ਤਾਂ ਸਮਝ ਨਹੀਂ ਆਉਂਦੀ, ਜੇ ਤੁਹਾਨੂੰ ਸਹੀ ਗੱਲ ਦੱਸਾਂ, ਮੇਰੇ ਪੱਲੇ ਕੁਝ ਨਹੀਂ ਪੈਂਦਾ ਹੈਗਾ ਉਹਦੇ ਵਿੱਚ, ਉਹਦਾ ਮੀਨਿੰਗ ਕੁਝ ਹੋਰ ਨਹੀਂ ਬਣੀ ਜਾਂਦਾ। ਉਹਨੂੰ ਜਿੱਦਾਂ ਲਿਖਿਆ ਨਾ, ਕੋਮਾ ਪਾ ਕੇ, ਇਨਵਰਟਡ ਕੋਮਾ ਪਾ ਕੇ ਜਿੱਦਾਂ ਲਿਖਿਆ ਉਦਾਂ ਲਿਖਦੇ, ਪੰਜਾਬੀ ਦੀ ਸੈਂਸ ਬਿਲਕੁਲ ਕਲੀਅਰ ਨਹੀਂ ਹੁੰਦੀ, ਉਹਦਾ ਫਾਇਦਾ ਨਹੀਂ ਕੋਈ, ਪੜ੍ਹਨ ਦਾ ਨੁਕਸਾਨ ਨਹੀਂ, ਉਹਦਾ ਨੁਕਸਾਨ ਹੈ। ਮੈਂ ਤਾਂ ਦੇਖੋ ਤੁਹਾਨੂੰ ਪ੍ਰੈਫਰ ਕਰਾਂਗਾ ਵੀ ਇੰਗਲਿਸ਼ ਦੀ ਬੁੱਕਸ ਪੜ੍ਹਿਆ ਕਰੋ ਜ਼ਿਆਦਾ। ਦੇਖੋ ਮੈਂ ਤੁਹਾਨੂੰ ਪੜ੍ਹਾਉਣਾ, ਮੈਂ ਤਾਂ ਇੰਗਲਿਸ਼ ਦੀ ਬੁੱਕਸ ਵੀ ਪੜ੍ਹਾਉਣਾ, ਇਹ 'ਚ ਸਮਝਣ 'ਚ ਕੋਈ ਦਿੱਕਤ ਨਹੀਂ ਆਉਂਦੀ। ਜੋ ਟ੍ਰਾਂਸਲੇਸ਼ਨ ਕਰਦੇ ਹਾਂ ਅਸੀਂ, ਜਿਹੜੀਆਂ ਸਾਡੀਆਂ ਐਪਸ ਨੇ, ਟ੍ਰਾਂਸਲੇਸ਼ਨ ਵਧੀਆ ਦੱਸ ਰਹੇ ਆ ਸਾਰਾ। ਅਸੀਂ ਤਾਂ ਇੰਗਲਿਸ਼ ਵਾਲੀਆਂ ਬੁੱਕਸ ਖੋਲੀਆਂ, ਉਹਦੇ ਵਿੱਚ ਪੰਜਾਬੀ 'ਚ ਤੁਸੀਂ ਬੜਾ ਸੋਹਣਾ ਦੱਸੀ ਜਾਂਦੇ, ਜੇ ਕੋਈ ਕਿਸੇ ਨੂੰ ਟਫ ਲੱਗਦਾ ਉਹ ਲਿਖ ਲੈ। ਪੰਜਾਬੀ ਦੀ ਦੇਖੋ, ਪੰਜਾਬੀ ਦੀ ਬੁੱਕ ਤਾਂ ਤੁਸੀਂ ਜੇ ਹੁਣ ਇਹਦੀ ਲੈਂਗੁਏਜ ਦੇਖੋਗੇ, ਇਸ ਬੁੱਕ ਦੀ ਲੈਂਗੁਏਜ ਇਹਦੇ ਵਿੱਚ ਹੈ ਪੰਜਾਬੀ ਲੈਂਗੁਏਜ, ਜਿਹੜੀ ਮੇਰੇ ਵੱਲੋਂ ਲਿਖੀ ਹੋਈ ਬੁੱਕ ਹੈ ਪੰਜਾਬੀ, ਇਹਦੀ ਹੈਗੀ ਆ ਓਨ ਲੈਂਗੁਏਜ, ਇਹ ਕਿਤੇ ਟ੍ਰਾਂਸਲੇਟਰ ਯੂਜ਼ ਨਹੀਂ ਹੋਇਆ ਇਹਦੇ ਵਿੱਚ। ਇਹ ਆਪਣੀ ਜਿਹੜੀ ਮਾਤ ਭਾਸ਼ਾ ਦੀ ਲੈਂਗੁਏਜ ਹੈਗੀ ਹੈ ਪੰਜਾਬੀ ਬੋਲੀ, ਜਿਹਨੂੰ ਅਸੀਂ ਕਹਿ ਦਈਏ ਵੀ ਇਹ ਤਾਂ ਮੇਰੀ ਹੈ। ਆਹ ਦੇਖੋ ਪਿੱਛੇ ਫੋਟੋ ਲੱਗੀ ਹੋਈ ਹੈ। ਇਹ ਬੁੱਕਸ ਤਾਂ ਤੁਸੀਂ ਏਦਾਂ ਕਰੋ ਨਾ, ਇਹ ਬੁੱਕਸ ਤੁਸੀਂ ਮੰਗਵਾ ਲਓ, ਐਮਾਜ਼ੋਨ ਤੋਂ ਮੰਗਵਾ ਲਓ ਸਾਰੇ ਜਣੇ, ਇਹ ਬੁੱਕ ਤਾਂ ਪੜ੍ਹੋ। ਇਹਦੇ ਵਿੱਚ ਤਾਂ 3-4 ਕਿਤਾਬਾਂ, 3-4 ਜਿਹੜੇ ਤੁਹਾਡੇ ਪੇਪਰ ਨੇ ਕਵਰ ਹੁੰਦੇ ਆ, ਪਰ ਇਹਦੇ ਵਿੱਚ ਜਿਹੜੀ ਲੈਂਗੁਏਜ ਹੈ ਵਰਤੀ ਗਈ, ਇਹ ਮੇਰੀ ਆਪਣੀ ਲੈਂਗੁਏਜ ਹੈ, ਨਾ ਕਿ ਕਿਸੇ ਹੋਰ ਦੀ ਲੈਂਗੁਏਜ ਹੈ। ਇਹਦੇ ਕਿਤੇ ਟ੍ਰਾਂਸਲੇਟਰ ਦਾ ਇੱਕ ਵਰਡ ਵੀ ਯੂਜ਼ ਨਹੀਂ ਹੁੰਦਾ। ਇਹ ਤੁਸੀਂ ਜੇ ਤੁਹਾਨੂੰ ਬੁੱਕ ਐਮਾਜ਼ੋਨ ਤੇ ਨਹੀਂ ਮਿਲਦੀ,
ਤੁਸੀਂ ਇਦਾਂ ਕਰੋ ਨਾ, ਮੇਰੇ ਸਟਾਫ ਨੂੰ, ਜੇ ਤੁਹਾਨੂੰ ਐਮਾਜ਼ੋਨ ਤੋਂ ਮਿਲਣ ਦੀ ਦਿੱਕਤ ਲੱਗਦੀ ਹੈ ਜਾਂ ਟਾਈਮ ਲੱਗਦਾ ਹੈਗਾ, ਤੁਸੀਂ ਮੇਰੇ ਸਟਾਫ ਨੂੰ ਤੁਸੀਂ ਉਹਦਾ ਜਿਹੜਾ ਹੈਗਾ ਆਪਣਾ ਐਡਰੈਸ ਭੇਜ ਦਿਓ ਤੇ ਤੁਹਾਨੂੰ ਅਸੀਂ ਪਬਲਿਸ਼ਰ ਨੂੰ ਕਹਿ ਦਾਂਗੇ, ਉਸੇ ਐਡਰੈਸ ਤੇ ਤੁਹਾਡੇ ਕੋਲ ਬੁੱਕ ਆ ਜਾਊਗੀ। ਜਿਹਨੂੰ ਚਾਹੀਦੀ ਹੈ ਨਾ ਉਸੇ ਐਡਰੈਸ ਤੇ ਬੁੱਕ ਆ ਸਕਦੀ ਹੈ, ਤੁਸੀਂ ਐਡਰੈਸ ਭੇਜ ਸਕਦੇ ਹੋ ਤੇ ਜਿਹੜਾ ਉਹ ਅਕਾਊਂਟ ਦੇ ਵਿੱਚ ਪੇਮੈਂਟ ਸਬਮਿਟ ਹੋ ਜਾਏਗੀ, ਕੋਈ ਵੱਡੀ ਗੱਲ ਨਹੀਂ ਹੈ। ਵੈਸੇ ਤਾਂ ਮੇਰੇ ਖਿਆਲ ਜਲੰਧਰ ਬੁੱਕ ਮਿਲਦੀ ਹੈ, ਸੂਰੀ ਵਾਲੇ ਹੈਗੇ ਆ ਸ਼ਾਇਦ, ਜਲੰਧਰ ਵੀ ਮਿਲਦੀ ਹੈ, ਪਟਿਆਲੇ ਮਿਲਦੀ ਹੈ, ਹੋਰ ਸ਼ਹਿਰਾਂ 'ਚ ਜ਼ਿਆਦਾ ਨਹੀਂ ਹੈਗੀ ਵੈਸੇ ਬੁੱਕ ਇਹ, ਜਾਂ ਚੰਡੀਗੜ੍ਹ ਮਿਲ ਸਕਦੀ ਹੈ ਹਾਈ ਕੋਰਟ ਦੇ ਵਿੱਚ। ਐਮਾਜ਼ੋਨ ਤੇ 2 ਦਿਨਾਂ 'ਚ ਆ ਜਾਂਦੀ ਹੈ ਸਰ। ਬਸ ਫਿਰ ਐਮਾਜ਼ੋਨ ਤੋਂ ਮੰਗਾ ਲਿਆ ਕਰੋ, ਐਮਾਜ਼ੋਨ ਤੋਂ ਇਹ ਬੁੱਕ ਤਾਂ ਪੜ੍ਹੋ ਤੇ ਇਹ ਤਾਂ ਜਨਰਲ ਤੁਹਾਡੇ ਹਰ ਰੋਜ਼ ਕੰਮ ਵਾਲੀ ਬੁੱਕ ਹੈਗੀ ਹੈ। ਜਦੋਂ ਤੁਸੀਂ ਐਜ਼ ਏ ਆਫੀਸਰ ਕੰਮ ਕਰਨਾ ਹੈ ਤਾਂ ਵੀ ਤੁਹਾਨੂੰ ਇਹ ਜਿਹੜੀ ਬੁੱਕ ਹੈ ਬਹੁਤ ਹੈਲਪਫੁਲ ਹੁੰਦੀ ਹੈ। ਠੀਕ ਹੈ ਜੀ, ਆਪਾਂ ਅੱਗੇ ਪੜ੍ਹੀਏ। ਮੈਂ ਦੁਬਾਰਾ ਮੀਨ ਪ੍ਰੋਫਿਟ ਬਾਰੇ ਫਿਰ ਇੱਕ ਵਾਰ ਦੱਸ ਦਿੰਦਾ। ਮੀਨ ਪ੍ਰੋਫਿਟ ਕੀ ਹੁੰਦਾ ਹੈ ਬੇਟੇ, ਬੰਦ ਕਰਨਾ। ਮੀਨ ਪ੍ਰੋਫਿਟ ਬਾਰੇ ਦੁਬਾਰਾ ਇੱਕ ਵਾਰ ਫਿਰ ਅਸੀਂ ਡਿਸਕਸ ਕਰ ਲਈਏ, ਮੀਨ ਪ੍ਰੋਫਿਟ ਕੀ ਹੁੰਦਾ ਹੈ। ਪਹਿਲਾਂ ਤਾਂ ਇਹਨੂੰ ਜਿਹੜੀ ਲੈਂਗੁਏਜ ਹੈ, ਪ੍ਰੋਨਾਂਸੀਏਸ਼ਨ ਹੈ ਇਹਦੀ ਮਸਨੀ ਪ੍ਰੋਫਿਟ ਨਹੀਂ ਬੋਲਣਾ, ਅਸੀਂ ਇਹਨੂੰ ਮੀਨ ਪ੍ਰੋਫਿਟ ਬੋਲਦੇ ਹਾਂ। ਮੀਨ ਪ੍ਰੋਫਿਟ ਕੀ ਹੁੰਦੇ ਨੇ? ਜਦੋਂ ਕੋਈ ਬੰਦਾ ਪ੍ਰੋਫਿਟ ਖੱਟ ਰਿਹਾ ਹੋਵੇ, ਕਿੱਥੋਂ ਖੱਟ ਰਿਹਾ ਹੋਵੇ? ਉਹਦੀ ਆਪਦੀ ਪ੍ਰੋਪਰਟੀ ਨਾ ਹੋਵੇ, ਪ੍ਰੋਪਰਟੀ ਕਿਸੇ ਹੋਰ ਦੀ ਹੋਵੇ, ਜਾਇਦਾਦ ਕਿਸੇ ਹੋਰ ਦੀ ਹੋਵੇ, ਜ਼ਮੀਨ ਕਿਸੇ ਹੋਰ ਦੀ ਹੋਵੇ, ਕਿਸੇ ਹੋਰ ਦੀ ਜ਼ਮੀਨ ਤੋਂ ਨਜਾਇਜ਼ ਕਬਜ਼ਾ ਕਰਕੇ ਉਹਦੇ ਤੋਂ ਪੈਦਾਵਾਰ ਲੈ ਰਿਹਾ ਹੋਵੇ, ਪ੍ਰੋਫਿਟ ਲੈ ਰਿਹਾ ਹੋਵੇ, ਉਹਨੂੰ ਅਸੀਂ ਮੀਨ ਪ੍ਰੋਫਿਟ ਕਹਿੰਦੇ ਹਾਂ। ਠੀਕ ਹੈ, ਹੁਣ ਕੀ ਹੁੰਦਾ ਕੀ ਹੈ, ਜਿਹੜੇ ਆਪਣੇ ਕੋਲ ਮੁਕੱਦਮੇ ਆਉਂਦੇ ਆ ਸਿਵਲ ਕੋਰਟਾਂ ਦੇ ਰਾਹੀਂ, ਤੁਹਾਡੇ ਕੋਲ ਮੈਰ ਪੈਦਾਵਾਰ ਬਣਨ ਲਈ ਆਉਂਦੇ ਨੇ, ਉਹ 'ਚ ਹੁੰਦਾ ਕੀ ਹੈ? ਉਹਦੇ ਵਿੱਚ ਕੀ ਹੁੰਦਾ, ਜਿਹੜਾ ਮਾਲਕ ਹੁੰਦਾ ਹੈ ਕਿਸੇ ਸਟੇਜ ਤੇ, ਕਿਸੇ ਸਟੇਜ ਜਿਹੜਾ ਟੈਨੈਂਟ ਹੁੰਦਾ ਉਹਨੂੰ ਕਿਰਾਇਆ ਦੇ ਰਿਹਾ ਹੁੰਦਾ, ਪਰ ਜਦੋਂ ਉਹ ਕਿਰਾਇਆ ਦੇਣਾ ਬੰਦ ਕਰ ਦਿੰਦਾ ਹੈ ਤਾਂ ਉਹ ਨਜਾਇਜ਼ ਕਾਬਜ਼ ਬਣ ਜਾਂਦਾ ਹੈ। ਜਿੰਨੇ ਸਮੇਂ ਦਾ ਕੋਈ ਬੰਦਾ ਕਿਸੇ ਮਾਲਕ ਨੂੰ ਕਿਰਾਇਆ ਨਹੀਂ ਦਿੰਦਾ ਜਾਂ ਠੇਕਾ ਨਹੀਂ ਦਿੰਦਾ, ਫਿਰ ਉਹ ਜਿਹੜਾ ਮਾਲਕ ਹੁੰਦਾ ਹੈ ਉਹ 19 ਸਾਲ ਦਾ ਆਪਣੇ ਪਟਵਾਰੀ ਹਲਕਾ ਤੋਂ ਰਿਕਾਰਡ ਲੈ ਕੇ, ਗਦੋਰੀਆਂ ਲੈ ਕੇ, ਠੀਕ ਹੈ, ਜਮਾਬੰਦੀਆਂ ਲੈ ਕੇ ਸਿਵਲ ਕੋਰਟ ਦੇ ਵਿੱਚ ਮੁਕੱਦਮਾ ਦਾਇਰ ਕਰ ਦਿੰਦਾ ਹੈ। ਠੀਕ ਹੈ ਜੀ, ਮੁਕੱਦਮਾ ਦਾਇਰ ਕਰਦਾ ਵੀ ਇਹ ਇੰਨੀ ਫਸਲ ਪੈਦਾ ਹੋਈ ਇੰਨੇ ਸਾਲਾਂ ਦੇ ਵਿੱਚ, ਇੰਨੀ ਮੇਰੀ ਜ਼ਮੀਨ ਸੀ, ਇੱਕ ਖੇਤ ਦੇ ਵਿੱਚ 1 ਕਿੱਲੇ 'ਚ ਇੰਨੀ ਫਸਲ ਹੁੰਦੀ ਸੀਗੀ, ਇੰਨਾ ਪ੍ਰੋਫਿਟ ਹੁੰਦਾ ਸੀਗਾ, ਇੰਨੇ ਲੱਖ ਰੁਪਇਆ ਬਣ ਗਿਆ, ਜਿਹੜਾ ਇਹ ਮੈਨੂੰ ਦਵਾਇਆ ਜਾਵੇ, ਕਿਹਦੇ ਤੋਂ? ਜਿਹਦੇ ਕੋਲ ਨਜਾਇਜ਼ ਕਬਜ਼ਾ ਹੈਗਾ। ਠੀਕ ਹੈ ਜੀ, ਇਹਨੂੰ ਅਸੀਂ ਮੀਨ ਪ੍ਰੋਫਿਟ ਕਹਿੰਦੇ ਆ। ਪਰ ਇਹਦੇ ਵਿੱਚ ਇਹ ਇੱਕ ਗੱਲ ਇਹ ਕਹੀ ਗਈ ਹੈ ਵੀ ਜਿਹੜੇ ਕੋਈ ਖਰਚਾ ਉਹਦਾ ਕਾਸ਼ਤਕਾਰ ਦਾ ਜਿਹੜਾ ਖਰਚਾ ਹੈਗਾ, ਉਸ ਜ਼ਮੀਨ ਦੇ ਸੁਧਾਰ ਦੇ ਲਈ ਕੋਈ ਖਰਚ ਹੋਇਆ ਹੋਵੇ, ਉਹ ਮੀਨ ਪ੍ਰੋਫਿਟ ਦੇ ਵਿੱਚ ਸ਼ਾਮਲ ਨਹੀਂ ਹੁੰਦਾ। ਦੈਨ ਆ ਗਿਆ ਜੀ ਸਬਸੈਕਸ਼ਨ 13, ਮੂਵੇਬਲ ਪ੍ਰੋਪਰਟੀ। ਮੂਵੇਬਲ ਪ੍ਰੋਪਰਟੀ ਇਨਕਲੂਡਸ ਗਰੋਇੰਗ ਕ੍ਰੌਪਸ, ਮਤਲਬ ਕਿ ਜਿਹੜੀ ਇਹਦੇ ਵਿੱਚ, ਬਾਕੀ ਤਾਂ ਆਪਾਂ ਨੂੰ ਪਤਾ ਹੀ ਹੈ, ਜਿਹੜੀ ਪ੍ਰੋਪਰਟੀ ਕੋਈ ਮੂਵ ਕਰ ਸਕਦੀ ਹੋਵੇ, ਜਿਹਨੂੰ ਚੱਕ ਕੇ ਇੱਧਰ ਉੱਧਰ ਲੈ ਕੇ ਜਾਇਆ ਜਾ ਸਕਦਾ ਹੋਵੇ, ਠੀਕ ਹੈ, ਉਹਨੂੰ ਅਸੀਂ ਮੂਵੇਬਲ ਪ੍ਰੋਪਰਟੀ ਕਹਿ ਦਿੰਦੇ ਹਾਂ। ਇਹਦੇ ਵਿੱਚ ਇਸਨੇ ਜਿਹੜੀ ਫਸਲ ਹੈ, ਫਸਲ ਨੂੰ ਕੱਟਿਆ ਜਾ ਸਕਦਾ ਹੈ, ਠੀਕ ਹੈ, ਇਸ ਕਰਕੇ ਇਹਨੇ ਜਿਹੜੀ ਫਸਲ ਹੈ, ਫਸਲ ਨੂੰ ਵੀ ਮੂਵੇਬਲ ਪ੍ਰੋਪਰਟੀ ਦੀ ਪਰਿਭਾਸ਼ਾ ਵਿੱਚ ਲਿਆ ਹੈ। ਦੈਨ ਹੈਗਾ ਆਰਡਰ, ਸਬਸੈਕਸ਼ਨ 14, ਆਰਡਰ। ਆਰਡਰ ਮੀਨਸ the formal expression of any decision of a court, civil court, which is not a decree. देखो पता की है, जो केस चलता है, केस चलते दौरान बहुत सारे ऑर्डर करने पैंदे हैं। ये नहीं हैगा भी मतलब कि ਜਿਹੜਾ ਫਾਈਨਲ ਆਰਡਰ ਨੂੰ ਹੀ ਆਰਡਰ ਕਿਹਾ ਜਾਂਦਾ ਹੈ। ਫਾਈਨਲ ਆਰਡਰ ਜਿਹੜਾ ਹੁੰਦਾ ਉਹਦਾ ਜਜਮੈਂਟ ਡਿਗਰੀ ਆ ਜਾਂਦੀ ਹੈ। ਇਨ ਬਿਟਵੀਨ ਜਦੋਂ ਮੁਕੱਦਮਾ ਚੱਲਦਾ ਹੈ, ਪੈਰਵਾਈ ਚੱਲਦੀ ਹੈ, ਤਾਂ ਕੋਰਟ ਵੱਲੋਂ ਜਿਵੇਂ ਕਿਸੇ ਪਾਰਟੀ ਨੂੰ एविडेंस पेश कर लिए ऑर्डर करना, जब कोई पार्टी गैर हाजिर होगी उन्होंने दोबारा, कोई पार्टी एक्स पार्टी होगी उन्होंने दोबारा ज्वाइन करना, उसकी एप्लीकेशन आ गई ਉਹਦੇ ਤੇ ऑर्डर करना, डिफरेंट ऑर्डर्स, देयर आर सो मेनी ऑर्डर्स which have to be passed by the civil court in between during judgment। ठीक है जी, ਇਹਨੂੰ ਅਸੀਂ ਆਰਡਰ ਕਰਨਾ ਜਦੋਂ ਵੀ ਕੋਈ ਕੋਰਟ ਆਪਦਾ ਫੈਸਲਾ ਦਿੰਦੀ ਹੈ in between ਕੇਸ ਦੇ ਦੌਰਾਨ, ਉਹਨੂੰ ਅਸੀਂ ਆਰਡਰ ਕਿਹਾ ਜਾਂਦਾ ਹੈ। formal expression of any decision of a civil court which is not a decree। देन अगर प्लीडर की है, अपन रोज ही पता है कि प्लीडर जो कोई केस की कोई दी पैरवी जाके करता है किसी होर दे बिहाफ ते, जिन्होंने सिर्फ वकील कहते हैं, एडवोकेट, वकील, ठीक है जी, अटॉर्नी ऑफ द हाई कोर्ट, वो असी प्लीडर होंगे हैं जी। दैन सैक्शन 16, प्रस्क्राइब बाय द रूल्स के मुताबिक कोई कार्रवाई जी होंगी है प्रस्क्राइब बाय द रूल्स कहा जाता है। पब्लिक ऑफिसर, सबसैक्शन 17,
ਪਬਲਿਕ ਆਫੀਸਰ ਦੇਖੋ ਇਹਨੇ ਸੀਪੀਸੀ ਦੇ ਪਰਿਭਾਸ਼ਾ ਨੂੰ ਦੇਖਦੇ ਹੋਏ ਇੱਥੇ ਪਬਲਿਕ ਆਫੀਸਰ ਦੀ ਜਿਹੜੀ ਹੈਗੀ ਹੈ ਡੈਫੀਨੇਸ਼ਨ ਦਿੱਤੇ ਤਾਂ ਕਿ ਕਿਸੇ ਜਿਹੜਾ ਆਫੀਸਰ ਨੂੰ ਕੰਮ ਕਰਨ 'ਚ ਕੋਈ ਦਿੱਕਤ ਨਾ ਆਵੇ। ਠੀਕ ਹੈ ਜੀ, ਇੱਥੇ ਨੇ ਡਿਫਾਈਨ ਕਰ ਦਿੱਤਾ ਵੀ ਪਬਲਿਕ ਆਫੀਸਰ ਕਿਹੜੇ ਕਿਹੜੇ ਹੁੰਦੇ ਨੇ। ਕਲੌਜ਼ ਏ ਦੇ ਵਿੱਚ ਕਿਹਾ ਹੈ ਐਵਰੀ ਜੱਜ, ਕਲੌਜ਼ ਬੀ ਦੇ ਵਿੱਚ ਕਿਹਾ ਆਲ ਇੰਡੀਆ ਸਰਵਿਸ, ਐਵਰੀ ਮੈਂਬਰ ਆਫ ਆਲ ਇੰਡੀਆ ਸਰਵਿਸ, ਕੋਈ ਵੀ ਮੈਂਬਰ ਹੋਵੇ ਉਹ ਵੀ ਪਬਲਿਕ ਆਫੀਸਰ ਹੁੰਦਾ ਹੈ। ਗੈਸਟਡ ਆਫੀਸਰ ਚਾਹੇ ਉਹ ਮਿਲਟਰੀ 'ਚ ਕੋਈ ਹੋਵੇ, ਇਨ ਦਾ ਮਿਲਟਰੀ, ਨਾਵਲ ਵਿੰਗ 'ਚ ਹੋਵੇ, 에ਅਰ ਫੋਰਸ 'ਚ ਹੋਵੇ, ਅੰਡਰ ਦਾ ਯੂਨੀਅਨ ਗਵਰਨਮੈਂਟ, ਜਦੋਂ ਸਟੇਟ ਗਵਰਨਮੈਂਟ ਦੇ ਸੈਂਟਰਲ ਗਵਰਨਮੈਂਟ ਦੇ ਅੰਡਰ ਕੋਈ ਕੰਮ ਕਰਦਾ ਹੋਵੇ ਕੋਈ ਵੀ ਆਫੀਸਰ, ਉਹਨੂੰ ਅਸੀਂ ਪਬਲਿਕ ਆਫੀਸਰ ਕਹਿੰਦੇ ਆ ਜੀ। ਦੈਨ ਆ ਗਿਆ ਅੱਗੇ ਐਵਰੀ ਆਫਿਸਰ ਆਫ ਏ ਕੋਰਟ ਆਫ ਜਸਟਿਸ, ਕੋਈ ਵੀ ਮੁਕੱਦਮਾ ਚੱਲ ਰਿਹਾ ਹੈ, ਕੋਈ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਕੋਈ ਵੀ ਰਿਪੋਰਟ ਕੀਤੀ ਜਾ ਰਹੀ ਹੈ, ਕੋਈ ਵੀ ਆਰਡਰ ਐਗਜ਼ੀਕਿਊਟ ਕੀਤਾ ਜਾ ਰਿਹਾ ਹੈ ਕਿਸੇ ਜੁਡੀਸ਼ੀਅਲ ਪ੍ਰੋਸੈਸ ਦੇ ਵਿੱਚ। ਠੀਕ ਹੈ, ਔਰ ਟੂ ਐਡਮਿਨਿਸਟਰ ਐਨੀ ਓਥ ਔਰ ਟੂ ਇੰਟਰਪ੍ਰੈਟ ਔਰ ਟੂ preserve order in the court, and every person especially authorized by a court of justice to perform any of such duties। ਜਦੋਂ ਕੋਰਟ ਵੱਲੋਂ ਕਿਸੇ ਆਫੀਸਰ ਨੂੰ ਕੋਈ ਡਿਊਟੀਆਂ ਦਿੱਤੀਆਂ ਜਾਂਦੀਆਂ ਨੇ ਉਹ ਸਾਰੇ ਪਬਲਿਕ ਆਫੀਸਰ ਦੀ ਪਰਿਭਾਸ਼ਾ 'ਚ ਆ ਜਾਂਦੇ ਆ ਜੀ। then E ਦੇ ਵਿੱਚ ਕਿਹਾ ਗਿਆ every person who holds any office by virtue of which he is empowered, ਜਦੋਂ ਉਹਨੂੰ ਕੋਈ ਪਾਵਰ ਦਿੱਤੀ ਗਈ ਹੈ ਆਪਦੇ ਆਫਿਸ 'ਚ place or keep any person to confinement, ਵੀ ਇਹ ਬੰਦੇ ਨੂੰ ਤੁਸੀਂ ਫੜ ਕੇ ਰੱਖਣਾ ਹੈ, ਜਿਵੇਂ ਕਿ ਜੇਲਰ, ਕੈਦੀ, ਜਿਹੜੇ ਜੇਲਰ ਹੁੰਦੇ ਜਾਂ ਕਿਸੇ ਬੰਦੇ ਨੂੰ ਫੜ ਕੇ ਰੱਖਣ ਦਾ ਕਿਸ ਨੂੰ ਪਾਵਰ ਦਿੱਤੀ ਗਈ ਉਹ ਪਬਲਿਕ ਸਰਵੈਂਟ ਕਹਾਂਦਾ ਹੈ ਜੀ। ਐਵਰੀ ਆਫੀਸਰ ਆਫ ਦਾ ਗਵਰਨਮੈਂਟ whose duty, ਕੀ ਡਿਊਟੀ ਹੈ ਜੀ? it is as such officer to prevent officers to give information of the offences, offences ਨੂੰ ਪ੍ਰੀਵੈਂਟ ਕਰਨ ਦੀ ਜਾਂ ਇਨਫੋਰਮੇਸ਼ਨ ਦੇਣ ਦੀ ਅੱਗੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ, ਜਿਵੇਂ ਕਿ ਪੁਲਿਸ ਤੇ ਡਿਪਾਰਟਮੈਂਟ ਦੀ ਗੱਲ ਕੀਤੀ ਜਾਂਦੀ ਹੈ। ਠੀਕ ਹੈ ਜੀ, ਜਾਂ ਬ੍ਰਿੰਗ ਅਫੈਂਡਰਸ ਟੂ ਦ ਜਸਟਿਸ, ਅਦਾਲਤ ਵਿੱਚ ਜਦੋਂ ਲੈ ਕੇ ਆਉਂਦੇ ਆ ਪੁਲਿਸ ਵੱਲੋਂ, ਪੁਲਿਸ ਡਿਪਾਰਟਮੈਂਟ ਲੈ ਕੇ ਆਉਂਦਾ ਹੈਗਾ ਕੋਰਟਾਂ ਦੇ ਵਿੱਚ ਅਫੈਂਡਰਸ ਨੂੰ ਪਕੜ ਕੇ, ਦੋਸ਼ੀਆਂ ਨੂੰ ਪਕੜ ਕੇ, ਉਹ ਆਪਣੀ ਜਿਹੜੀ ਡਿਊਟੀ ਹੈ ਐਜ਼ ਏ ਪਬਲਿਕ ਆਫੀਸਰ ਨਿਭਾ ਰਿਹਾ ਹੁੰਦਾ ਹੈ। ਐਵਰੀ ਆਫੀਸਰ whose duty, ਅੱਗੇ ਜੀ ਕਲੌਜ਼ ਹੈ ਜੀ, ਐਵਰੀ ਆਫੀਸਰ whose duty it is such officer to take, receive, keep or expend any property on behalf of the government। ਜਦੋਂ ਕੋਈ ਵਿਅਕਤੀ, ਕੋਈ ਆਫੀਸਰ ਗਵਰਨਮੈਂਟ ਦੇ ਬਿਹਾਫ ਤੇ ਕਿਸੇ ਪ੍ਰਾਪਰਟੀ ਨੂੰ, ਠੀਕ ਹੈ, ਸਾਂਭ ਸੰਭਾਲ ਕਰਦਾ ਹੈ, ਟੇਕ, ਰਿਸੀਵ, ਕੀਪ ਔਰ ਐਕਸਪੈਂਡ ਐਨੀ ਪ੍ਰਾਪਰਟੀ ਔਨ ਬਿਹਾਫ ਆਫ ਦ ਗਵਰਨਮੈਂਟ, ਮੇਕ ਐਨੀ ਸਰਵੇ, ਕੋਈ ਸਰਵੇ ਕੀਤਾ ਜਾ ਰਿਹਾ ਹੈ, ਅਸੈਸਮੈਂਟ ਕੀਤੀ ਜਾ ਰਹੀ ਹੈ, ਜਾਂ ਗਵਰਨਮੈਂਟ ਦੇ ਬਿਹਾਫ ਤੇ ਕੋਈ ਕੰਟਰੈਕਟ ਕਿਸੇ ਵੱਲੋਂ ਕੀਤਾ ਜਾ ਰਿਹਾ ਹੈ, ਕੋਈ ਐਗਜ਼ੀਕਿਊਸ਼ਨ ਕੀਤੀ ਜਾ ਰਹੀ ਹੈ। ਠੀਕ ਹੈ, ਮੇਕ, authenticate or keep any document relating to the pecuniary interest of the government, ਕਿਸੇ ਡਾਕੂਮੈਂਟ ਦੀ ਅਥੈਂਟੀਕੇਸ਼ਨ ਕੀਤੀ ਜਾ ਰਹੀ ਹੈ। ਇਹ ਸਾਰੇ ਜਿਹੜੇ ਪਾਵਰਸ ਹੈਗੀਆਂ ਨੇ, ਇਹ ਸਾਰੇ ਜਿਹੜੇ ਵਿਅਕਤੀ ਲਗਾਏ ਹੁੰਦੇ ਆ, ਇਹ ਸਾਰੇ ਗਵਰਨਮੈਂਟ ਮੁਲਾਜ਼ਮ ਨੇ, ਇਹਨੂੰ ਪਬਲਿਕ ਆਫੀਸਰ ਦੀ ਜਿਹੜੀ ਹੈਗੀ ਹੈ ਪਰਿਭਾਸ਼ਾ ਵਿੱਚ ਆਉਂਦੇ ਨੇ। ਦੈਨ ਆ ਗਿਆ ਜੀ ਸਬਸੈਕਸ਼ਨ 18 ਰੂਲਸ। रूल्स की है जी? रूल्स मीन्स रूल्स एंड फॉर्म्स कंटेन्ड इन फर्स्ट शेड्यूल और मेड अंडर सेक्शन 122 और सेक्शन 125। किसी भी ऑर्डर के तहत जिन्ने रूल बनाए जाते हैं, जिन्हें अपने ये 51 ऑर्डर्स ने, ऑर्डर के अधीन अगे रूल ने, किते घट किते वध, किते घट किते वध, जिहड़े रूल्स ने उन्होंने असीं रूल कहने हैं जी। ठीक है, फर्स्ट रूल ਦਿੱਤੇ ਗਏ ਨੇ ਇਹ ਸਾਰੇ। ਦੈਨ ਆ ਗਿਆ सबसेक्शन 19 शेयर इन ए कारपोरेशन। शेयर इन ए कारपोरेशन मीन्स shall be deemed to include stock, debenture or bonds। ਕਾਰਪੋਰੇਸ਼ਨਾਂ ਦੇ ਵਿੱਚ ਜਿਹੜੇ ਸ਼ੇਅਰ ਹੁੰਦੇ ਨੇ, ਸਟਾਕ ਮਾਰਕੀਟ ਹੁੰਦੀ ਹੈ, ਆਪਾਂ ਨੂੰ ਪਤਾ ਹੀ ਹੈ ਜੀ। ਡਿਬੈਂਚਰ ਹੁੰਦੇ ਨੇ, ਸਟਾਕ ਮਾਰਕੀਟ ਸ਼ੇਅਰ ਹੁੰਦੇ ਨੇ, ਉਹਨੂੰ ਅਸੀਂ ਸ਼ੇਅਰ ਇਨ ਏ ਕਾਰਪੋਰੇਸ਼ਨ ਕਹਿੰਦੇ ਆ। ਅੱਗੇ ਸਾਈਨਡ ਕਿਹਾ ਹੈ, ਸਾਈਨ ਕੀ ਹੁੰਦਾ? ਸਿਗਨੇਚਰ, ਜਿਹਨੂੰ ਆਪਾਂ ਸਾਈਨ ਕਹਿੰਦੇ ਆ। ਠੀਕ ਹੈ, ਆਪਾਂ ਕੋਈ ਵੀ ਸਾਈਨ ਕਰਦੇ ਆ ਉਹਨੂੰ ਆਪਾਂ ਸਿਗਨੇਚਰ ਕਹਿੰਦੇ ਆ, ਸਾਈਨ ਕਹਿੰਦੇ ਆ। ਪਰ ਜਦੋਂ ਕਿਤੇ ਬਹੁਤ ਜ਼ਿਆਦਾ ਸਾਈਨ ਕਰਨ ਦੀ ਲੋੜ ਪੈ ਜਾਂਦੀ ਹੈ, ਜਿਵੇਂ ਇਲੈਕਸ਼ਨ ਦੇ ਪ੍ਰੋਸੈਸ ਦੇ ਵਿੱਚ, ਤਾਂ ਜਿਹੜੀ ਆਪਣੀ ਸਟੈਂਪ ਹੈ, ਇੱਕ ਵਾਰੀ ਸਾਈਨਾਂ ਦੀ ਸਟੈਂਪ ਵੀ ਕਈ ਵਾਰੀ ਬਣਾਈ ਜਾਂਦੀ ਹੁੰਦੀ ਹੈ। ਠੀਕ ਹੈ, ਜਿਵੇਂ ਕਿ ਰਿਟਰਨਿੰਗ ਆਫੀਸਰ, ਐਸਡੀਐਮਸ ਹੁੰਦੇ ਆ, ਰਿਟਰਨਿੰਗ ਆਫੀਸਰ ਜਾਂ ਅਸਿਸਟੈਂਟ ਰਿਟਰਨਿੰਗ ਆਫੀਸਰ, ਤਹਿਸੀਲਦਾਰ ਹੁੰਦੇ ਆ, ਉਹਨਾਂ ਦੀ ਕਈ ਵਾਰੀ ਇੱਦਾਂ ਹੁੰਦੀ ਹੈ, ਬਹੁਤ ਜ਼ਿਆਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਟੈਂਪ ਸਾਈਨ ਕਰਨੇ ਹੁੰਦੇ ਨੇ, ਤਾਂ ਉਹ ਜਿਹੜੀ ਸਟੈਂਪ ਹੈ, ਸਟੈਂਪ ਬਣਾ ਕੇ ਸਾਈਨਾਂ ਦੀ ਸਟੈਂਪ ਬਣ ਜਾਂਦੀ ਹੈ, ਉਹਨੂੰ ਵੀ ਅਸੀਂ ਸਾਈਨ ਕਿਹਾ ਜਾਂਦਾ ਹੈ।
ਇਹਦੇ ਨਾਲ ਜਿਹੜਾ ਹੈਗਾ ਹੋਰ ਲਾ ਲਈ ਜੀ 10 ਮਿੰਟ ਖੋਲਿਓ। ਲਾਓ ਸਰ ਲਾਓ, ਥੋੜਾ ਟਾਈਮ ਹੋ ਗਿਆ। ਹਾਂ ਲਾ ਲਈ 10 ਮਿੰਟ ਹੋਰ। ਮੈਂ ਚਾਹੁੰਦਾ ਸੀ ਇਹ ਵਾਲਾ ਚੈਪਟਰ ਖਤਮ ਕਰ ਦਈਏ ਠੀਕ ਹੈ ਜੀ। ਡੈਫੀਨੇਸ਼ਨ ਕਲਾਸ ਦਾ, ਹੈ ਜੀ, ਕਿਉਂਕਿ ਸੰਡੇ ਅੱਜ ਤੱਕ ਕਿਸੇ ਨੇ ਜਾਣਾ ਵੀ ਨਹੀਂ ਹੋਏਗਾ। सबऑर्डिनेट कोड्स देखो ਸੈਕਸ਼ਨ 3 ਆ ਗਿਆ ਜੀ। ਸੈਕਸ਼ਨ 2 ਸੀ ਜਿਹੜੀ ਡੈਫੀਨੇਸ਼ਨ ਕਲਾਸ ਦੀ ਸੀਗੀ, ਠੀਕ ਹੈ। ਅੱਗੇ ਸੈਕਸ਼ਨ 3 ਆ ਗਿਆ, सबऑर्डिनेशन ਆਫ ਦਾ ਕੋਡਸ। सबऑर्डिनेशन ਆਫ ਦਾ ਕੋਡਸ ਕੀ ਹੁੰਦੀਆਂ ਨੇ? ਹਾਈ ਕੋਰਟ ਹੈ, ਜਿੰਨੇ ਡਿਸਟ੍ਰਿਕਟ ਕੋਰਟਸ ਨੇ, ਜੁਡੀਸ਼ੀਅਲ ਕੋਰਟਸ ਨੇ, ਉਹ ਸਾਰੀਆਂ ਉਹਦੀਆਂ सबऑर्डिनेट ਕੋਰਟਸ ਹੁੰਦੀਆਂ ਨੇ, ਠੀਕ ਹੈ। ਇਸ ਤਰ੍ਹਾਂ ਹੀ ਹਾਈ ਕੋਰਟ ਹੈ, ਹਾਈ ਕੋਰਟ ਦੇ ਜਿੰਨੀਆਂ ਥੱਲੇ ਕੋਰਟਾਂ ਹੁੰਦੀਆਂ ਨੇ, ਜੁਡੀਸ਼ੀਅਲ ਕੋਰਟ, ਥਰਡ ਕਲਾਸ, ਸੈਕੰਡ ਕਲਾਸ, ਫਸਟ ਕਲਾਸ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟਸ, ਠੀਕ ਹੈ, ਉਹ ਸਾਰੀਆਂ ਹਾਈ ਕੋਰਟ ਦੇ ਡਿਸਟ੍ਰਿਕਟ ਕੋਰਟ ਦੀਆਂ सबऑर्डिनेट ਕੋਰਟਸ ਹੁੰਦੀਆਂ ਨੇ। ਪਰ ਹਾਈ ਕੋਰਟ ਦੀਆਂ सबऑर्डिनेट ਕੋਰਟਸ ਸਾਰੀਆਂ ਆ ਜਾਂਦੀਆਂ ਨੇ, ਇਨਕਲੂਡਿੰਗ ਡਿਸਟ੍ਰਿਕਟ ਕੋਰਟ, ਠੀਕ ਹੈ ਜੀ। ਅੱਗੇ ਆ ਗਿਆ ਸੇਵਿੰਗਸ। ਸੇਵਿੰਗਸ ਕੀ ਹੈ? ਸੇਵਿੰਗ ਦਾ ਮਤਲਬ ਇੱਥੇ ਇਹ ਹੈਗਾ ਵੀ ਜਿਹੜਾ ਇਹ ਕਾਨੂੰਨ ਹੈ, ਇਹ CPC ਹੈਗੀ ਹੈ, ਇਹਦੇ ਤੋਂ ਕਿਹਨੂੰ ਸੇਵ ਕੀਤਾ ਗਿਆ? ਇਸ ਐਕਟ ਤੋਂ ਸੇਵ ਕਿਹਨੂੰ ਕੀਤਾ ਗਿਆ? ਮਤਲਬ ਸਿੰਪਲ ਜੀ ਗੱਲ, ਜਿਵੇਂ ਸਾਡੇ ਲੋਕਲ ਲਾਅ ਹੁੰਦੇ ਆ ਜਾਂ ਸਪੈਸ਼ਲ ਲਾਅ ਹੁੰਦੇ ਆ। ਸਪੈਸ਼ਲ ਲਾਅ ਇਨ ਦਾ ਸ਼ੇਪ ਜਿਵੇਂ ਸਾਡਾ ਲੈਂਡ ਰੈਵਨਿਊ ਐਕਟ ਹੈ, ਰਜਿਸਟ੍ਰੇਸ਼ਨ ਐਕਟ ਹੈ, ਠੀਕ ਹੈ ਜੀ, ਇਹ ਸਾਡੇ ਸਪੈਸ਼ਲ ਲਾਅਜ਼ ਹੈਗੇ ਆ। ਉਹਨਾਂ ਐਕਟਾਂ ਨੂੰ ਇਹਦੇ ਤੋਂ ਉਹ ਕੀਤਾ ਗਿਆ, ਅਲੱਗ ਰੱਖਿਆ ਗਿਆ ਵੀ ਜੋ ਉਹਦੀਆਂ ਪ੍ਰੋਵੀਜ਼ਨ ਹੈਗੀਆਂ ਨੇ ਉਹ ਇਹਦੇ ਮੁਤਾਬਕ ਨਹੀਂ ਚੱਲਣਗੇ, ਉਹ ਉਹਨਾਂ ਪ੍ਰੋਵੀਜ਼ਨਾਂ ਦੇ ਮੁਤਾਬਕ ਚੱਲਣਗੇ ਜਿਹਦੀਆਂ ਪ੍ਰੋਵੀਜ਼ਨਸ ਉਹਨਾਂ ਐਕਟਾਂ 'ਚ ਦਿੱਤੀਆਂ ਗਈਆਂ ਨੇ। ਜਾਂ ਲੋਕਲ ਲਾਅ, ਕਿਸੇ ਪਾਰਟਿਕੂਲਰ ਏਰੀਆ, ਜਿਵੇਂ ਕੋਈ ਸਟੇਟ ਆਫ ਹਰਿਆਣਾ, ਸਟੇਟ ਆਫ UP, ਸਟੇਟ ਆਫ ਪੰਜਾਬ, ਜਾਂ ਕਿਤੇ ਕੋਈ ਪਾਰਟਿਕੂਲਰ ਏਰੀਆ ਆਫ ਦਸ ਕੰਟਰੀ, ਜਿੱਥੇ ਉਸ ਏਰੀਆ ਦਾ ਕੋਈ ਪਾਰਟਿਕੂਲਰ ਲੋਕਲ ਲਾਅ ਬਣਿਆ ਹੋਇਆ ਹੈ, ਉਹ ਲੋਕਲ ਲਾਅ ਨੂੰ ਵੀ ਇਹ ਮਤਲਬ ਕੰਟਰਾਡਿਕਟ ਨਹੀਂ ਕਰਨਗੇ, ਪਰ ਉਹ ਵੀ ਕੰਟਰਾਡਿਕਟ ਨਹੀਂ ਕਰ ਸਕਦੇ। ਜਿਵੇਂ ਕਿ ਸਾਡੇ ਲੈਂਡ ਰੈਵਨਿਊ ਐਕਟ ਵਿੱਚ ਦੱਸਿਆ ਗਿਆ ਵੀ ਜਿਹੜੀਆਂ ਪ੍ਰੋਵੀਜ਼ਨਸ, ਜੇ ਕੋਈ ਪ੍ਰੋਵੀਜ਼ਨ ਇਦਾਂ ਦੀ ਹੈਗੀ ਹੈ ਵੀ ਉਹ ਐਕਟ ਦੇ ਵਿੱਚ ਨਹੀਂ ਹੈਗੀ, ਸਾਡਾ ਸਪੈਸ਼ਲ ਐਕਟ ਬਣਿਆ ਹੋਇਆ ਉਹਦੇ ਵਿੱਚ ਐਕਟ ਕੋਈ ਪ੍ਰੋਵੀਜ਼ਨ ਨਹੀਂ ਹੈਗੀ, ਦੈਨ CPC ਜਿਹੜੀ ਹੈਗੀ ਹੈ ਉਹ ਲਾਗੂ ਹੋ ਜਾਂਦੀ ਹੈ ਉੱਥੇ ਆਟੋਮੈਟਿਕਲੀ। ਤਾਂ ਅਸੀਂ CPC ਦੀਆਂ ਪ੍ਰੋਵੀਜ਼ਨਾਂ ਦੇਖਣੀਆਂ ਹੁੰਦੀਆਂ ਨੇ। ਜੇ ਸਾਡੇ ਐਕਟ ਦੇ ਵਿੱਚ ਕਿਸੇ ਪ੍ਰੋਵੀਜ਼ਨਸ ਦੀ ਕੋਈ ਘਾਟ ਮਹਿਸੂਸ ਹੁੰਦੀ ਹੈ, ਨਹੀਂ ਹੈਗੀ, ਕਿਸੇ ਪਾਰਟੀਕੂਲਰ ਪ੍ਰੋਸੀਜਰ ਨੂੰ ਜਦੋਂ ਅਸੀਂ ਅਡਾਪਟ ਕਰਦੇ ਹਾਂ, ਦੈਨ ਸਿਵਲ ਪ੍ਰੋਸੀਜਰ ਕੋਡ ਹੈ ਜਿਹੜਾ ਹੈਗਾ ਉਹ ਦੇਖਣਾ। ਉਹ ਸਾਡੇ ਅਸੀਂ ਜਦੋਂ ਲੈਂਡ ਰੈਵਨਿਊ ਐਕਟ ਪੜ੍ਹ ਰਹੇ ਸੀ, ਅਸੀਂ ਪੜ੍ਹਿਆ ਸੀਗਾ, ਤੁਸੀਂ ਤੁਹਾਡੇ ਯਾਦ ਹੋਏਗਾ, ਜਿੱਥੇ ਕੋਈ ਪ੍ਰੋਵੀਜ਼ਨ ਦੀ ਕੋਈ ਕਮੀ ਆ ਜਾਂਦੀ ਹੈ, ਦੈਨ ਜਿਹੜੀ ਹੈਗੀ ਆ ਅਸੀਂ ਕੰਸਲਟ ਕਰਦੇ ਹਾਂ CPC ਨੂੰ। ਇਹ ਸੈਕਸ਼ਨ 4 ਜਿਹੜੀ ਹੈਗੀ ਹੈ ਇਹ ਇਹੀ ਗੱਲ ਦੱਸਦੀ ਹੈ। ਜਿਵੇਂ ਇਹਦੇ 'ਚ ਲਿਖਿਆ ਹੈਗਾ not in this code shall be deemed to limit or otherwise affect any special or local law, nor enforce or any special jurisdiction of the powers concerned. Then subsection ਇਹਦੇ 'ਚ 2 ਹੈਗੀ ਹੈ, ਇਹ 'ਚ ਕਿਹਾ ਹੈਗਾ nothing in this code shall be deemed to limit or otherwise affect any remedy which landlord or landholder or landlord may have under any law for the time being force। ਇਹੀ ਕਹੇਗਾ ਵੀ ਜਿਵੇਂ ਸਾਡਾ ਐਗਰੀਕਲਚਰਿਸਟ ਹੈਗੇ ਨੇ, ਉੱਥੇ ਲੈਂਡ ਓਨਰ ਹੁੰਦੇ ਨੇ ਜਾਂ ਟੈਨੈਂਟਸ ਹੁੰਦੇ ਨੇ, ਉਹ ਜਿਹੜਾ ਟੈਨੈਂਸੀ ਐਕਟ ਵਗੈਰਾ ਸਾਡੇ ਹੈਗੇ ਨੇ, ਠੀਕ ਹੈ, ਉਹਦੇ ਵਿੱਚ ਜੋ ਰਾਈਟਸ ਦਿੱਤੇ ਗਏ ਨੇ ਲੈਂਡ ਓਨਰ ਨੂੰ ਜਾਂ ਟੈਨੈਂਟਸ ਨੂੰ, ਉਹਨਾਂ ਨੂੰ ਇਹ ਲਿਮਿਟ ਨਹੀਂ ਕਰਦੀ, ਮਤਲਬ ਕਿ ਉਹਦੇ ਤੇ ਕੋਈ ਬੰਦਿਸ਼ ਨਹੀਂ ਕ੍ਰੀਏਟ ਕਰਦੀ। ਦੈਨ ਹੈਗਾ ਸੈਕਸ਼ਨ 5 ਐਪਲੀਕੇਸ਼ਨ ਆਫ ਦਾ ਕੋਡ ਟੂ ਦਾ ਰੈਵਨਿਊ ਕੋਡਸ। ਉਹ ਜਿਹੜੀ ਆਪਾਂ ਗੱਲ ਕਰ ਰਹੇ ਸੀ ਉਹੀ ਦੁਬਾਰਾ ਇੱਥੇ ਫੇਰ ਆ ਜਾਂਦੀ ਹੈ, ਐਪਲੀਕੇਸ਼ਨ ਆਫ ਦਾ ਕੋਡ ਟੂ ਦਾ ਰੈਵਨਿਊ ਕੋਡਸ। ਵੀ ਰੈਵਨਿਊ ਕੋਡਾਂ ਦੇ ਉੱਪਰ ਇਹਦੀ ਐਪਲੀਕੇਸ਼ਨ ਕਿਵੇਂ ਹੁੰਦੀ ਹੈ? ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ ਐਪਲੀਕੇਸ਼ਨ ਰੈਵਨਿਊ ਕੋਡਾਂ 'ਚ ਕਦੋਂ ਹੁੰਦੀ ਹੈ? ਜਦੋਂ ਰੈਵਨਿਊ ਕੋਡ ਜਿਹੜਾ ਲਾਅ ਹੈਗਾ ਉਹ ਕਿਤੇ ਸਾਇਲੈਂਟ ਹੋਵੇ। ਰੈਵਨਿਊ ਦਾ ਜਿਹੜਾ ਲਾਅ ਹੈ, ਜਿਵੇਂ ਲੈਂਡ ਰਿਕਾਰਡ ਮੈਨੂਅਲ ਹੈ, ਟੈਨੈਂਸੀ ਐਕਟ ਹੈ, ਲੈਂਡ ਫਾਰਮਸ ਐਕਟ ਹੈ, ਠੀਕ ਹੈ, ਜਿੱਥੇ ਕਿਤੇ ਉਹ ਸਾਇਲੈਂਟ ਹੋਵੇ, ਕਿਸੇ ਪਾਰਟੀਕੂਲਰ ਵਿਸ਼ੇ ਤੇ ਸਾਇਲੈਂਟ ਹੋਵੇ, ਦੱਸਦਾ ਨਾ ਹੋਵੇ, ਤਾਂ ਦੈਨ ਅਸੀਂ ਜਿਹੜਾ CPC ਹੈ ਇਸ ਸੈਕਸ਼ਨ ਦੇ ਤਹਿਤ 5 ਦੇ ਤਹਿਤ ਦੇਖੋ ਪੜੋ, where any revenue court are governed by the provisions of this code in those matters procedure upon which any special enactment applicable to them is silent। ਜਿਹੜੇ ਵੀ ਐਕਟ ਬਣਾਇਆ ਗਿਆ ਹੈ ਉਸ ਪਾਰਟੀਕੂਲਰ ਵਿਸ਼ੇ ਤੇ ਰੈਵਨਿਊ ਕੋਡ ਦੀ ਖਾਤਰ ਉਹ ਸਾਇਲੈਂਟ ਹੋਵੇ। The state government may by notification in the official gazette declare that any portions of those provisions which are not expressly made applicable by this code
shall not apply to those codes। ਵੀ ਜਿਹੜੀਆਂ ਪ੍ਰੋਵੀਜ਼ਨਸ ਉਸ ਕੋਡ ਦੇ ਵਿੱਚ ਹੈਗੀਆਂ ਨੇ ਉਹ ਉਸ ਕੋਡ ਦੀਆਂ ਲਾਗੂ ਹੋਣਗੀਆਂ, ਜਿਹੜੀਆਂ ਉੱਥੇ ਨਹੀਂ ਲਾਗੂ ਹੈਗੀਆਂ ਪ੍ਰੋਵੀਜ਼ਨਸ ਨੇ ਨਹੀਂ ਹੈਗੀਆਂ ਦੈਨ ਸੀਪੀਸੀ ਦੀਆਂ ਜਿਹੜੀਆਂ ਪ੍ਰੋਵੀਜ਼ਨ ਨੇ ਉਹ ਲਾਗੂ ਹੋਣਗੀਆਂ। ਠੀਕ ਹੈ ਜੀ। ਨੈਕਸਟ ਹੈਗਾ ਸਬਸੈਕਸ਼ਨ 2 5 ਦਾ, ਸੈਕਸ਼ਨ 5 ਸਬਸੈਕਸ਼ਨ 2 ਰੈਵਨਿਊ ਕੋਡ। ਇਹਨੇ ਇੱਥੇ ਦੇਖੋ ਰੈਵਨਿਊ ਕੋਡ ਦੀ ਗੱਲ ਕੀਤੀ ਹੈ। ਰੈਵਨਿਊ ਕੋਡ ਕਿਹਦੀ? ਅਸਿਸਟੈਂਟ ਕਲੈਕਟਰ, ਫਸਟ ਗ੍ਰੇਡ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਕਲੈਕਟਰ, ਠੀਕ ਹੈ, ਕਮਿਸ਼ਨਰ, FCR, ਇਹ ਸਾਰੇ ਰੈਵਨਿਊ ਕੋਡ ਆ ਜਾਂਦੀਆਂ ਨੇ। ਠੀਕ ਹੈ ਜੀ। ਰੈਵਨਿਊ ਕੋਡ ਕੀ ਕਿਹਾ ਇਸਨੇ? ਇਨ ਸਬਸੈਕਸ਼ਨ 1 in subsection 1 means a court having jurisdiction under any local law to entertain suits or other proceedings relating to the rent, revenue, profits of land used for the agricultural purpose। ठीक है, but does not include civil court। देखो इतने ये नहीं कहता भी civil court include नहीं होती, but does not include civil court having original jurisdiction under this code to try such suits or proceedings as being suits or proceedings of a civil nature। ਜਿਹੜੇ ਰੈਵਨਿਊ ਕੋਰਟਾਂ ਦੇ ਮੁਕੱਦਮੇ ਨੇ ਰੈਂਟ ਦੇ, ਰੈਵਨਿਊ ਦੇ, ਪ੍ਰੋਫਿਟ ਦੇ, ਉਹ ਰੈਵਨਿਊ ਕੋਰਟਾਂ ਡੀਲ ਕਰਨਗੀਆਂ ਐਗਰੀਕਲਚਰ ਨੂੰ ਲੈ ਕੇ। ਉੱਥੇ ਜਿਹੜੀ ਸਿਵਲ ਕੋਰਟ ਹੈ ਉਹ ਉਹਦੇ ਵਿੱਚ ਜੁਰਿਸਡਿਕਸ਼ਨ ਸਿਵਲ ਕੋਰਟ ਦੀ ਨਹੀਂ ਹੁੰਦੀ। ਦੈਨ ਆ ਗਿਆ ਜੀ ਸੈਕਸ਼ਨ 6 ਪਿਕੂਨਰੀ ਜੁਰਿਸਡਿਕਸ਼ਨ। ਪਿਕੂਨਰੀ ਤੋਂ ਮਤਲਬ ਹੈ ਜੀ ਦੇਖੋ ਵੀ ਕਿਹੜੀ ਕੋਰਟ ਦਾ ਜਿਹੜਾ ਅਧਿਕਾਰ ਖੇਤਰ ਹੈ ਉਹ ਕਿਸ ਹੱਦ ਤੱਕ ਲਿਮਟਿਡ ਹੈ। ਆਪਾਂ ਪੜ੍ਹਿਆ ਸੀਗਾ ਮੇਰੇ ਖਿਆਲ ਹੈ ਟੈਨੈਂਸੀ ਐਕਟ 'ਚ ਪੜਾਂਗੇ, ਜਿਹਨਾਂ ਨੇ ਪਹਿਲਾਂ ਪੜ੍ਹਿਆ ਉਹਨੂੰ ਪਤਾ ਹੈਗਾ ਵੀ ਨਾਇਬ ਤਹਿਸੀਲਦਾਰ ਦੀ ਕੋਰਟ ਹੈ, ਤਹਿਸੀਲਦਾਰ ਦੀ ਕੋਰਟ ਹੈ, ਕਲੈਕਟਰ ਦੀ ਕੋਰਟ ਹੈ, ਵੀ ਕਿਸ ਅਮਾਊਂਟ ਤੱਕ ਜਿਹੜਾ ਮੁਕੱਦਮਾ ਹੈ ਉਹ ਸੁਣ ਸਕਦੀ ਹੈ। ਇਸ ਤਰ੍ਹਾਂ ਸਿਵਲ ਕੋਰਟ ਹੈ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ, ਸੈਕੰਡ ਕਲਾਸ, ਥਰਡ ਕਲਾਸ ਜਾਂ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ, ਉਹਨਾਂ ਦੀ ਪਿਕੂਨਰੀ ਜੁਰਿਸਡਿਕਸ਼ਨ ਕਿੰਨੀ ਹੈ, ਮਤਲਬ ਕਿੰਨੇ ਹਜ਼ਾਰ ਤੱਕ ਦਾ ਜਾਂ ਕਿੰਨੇ ਲੱਖ ਤੱਕ ਦਾ ਮੁਕੱਦਮਾ ਕਿਹੜੀ ਕੋਰਟ ਸੁਣ ਸਕਦੀ ਹੈ। ਠੀਕ ਹੈ, ਇਹ ਲਿਮਿਟੇਸ਼ਨ ਬਣਾਈਆਂ ਗਈਆਂ ਨੇ ਸਮੇਂ-ਸਮੇਂ ਤੇ ਕੋਰਟਾਂ ਵੱਲੋਂ ਲਾਅ ਦੇ ਵਿੱਚ। ਉਹਨੂੰ ਅਸੀਂ ਜਿਹੜੀ ਬਾਈਂਡਿੰਗ ਹੁੰਦੀ ਹੈ ਕਿਸੇ ਕੋਰਟ ਦੀ ਵੀ ਇਹ ਤੋਂ ਵੱਧ ਮੁਕੱਦਮਾ ਤੁਸੀਂ ਨਹੀਂ ਸੁਣਨਾ। ਮੰਨ ਲਓ ਕੋਈ ਕੋਰਟ ਹੈ ਉਹ 5 ਲੱਖ ਰੁਪਏ ਤੱਕ ਦਾ ਮੁਕੱਦਮਾ ਸੁਣ ਸਕਦੀ ਹੈ, ਮਤਲਬ ਕਿਸੇ ਪਾਰਟੀ ਨਾਲ ਡਿਸਪਿਊਟ ਹੈ ਆਪਸੀ। ਠੀਕ ਹੈ, ਉਹਦੀ ਜਿਹੜੀ ਵੈਲਿਊ ਹੈ ਪ੍ਰਾਪਰਟੀ ਦੀ ਉਹ 5 ਲੱਖ ਤੱਕ ਦੀ ਹੈਗੀ ਹੈ, ਵੈਲਿਊ ਦੇ ਅਕੋਰਡਿੰਗ ਹੀ ਕੋਰਟ ਫੀਸ ਲੱਗਦੀ ਹੈ। ਠੀਕ ਹੈ, ਤਾਂ ਜਿਹੜੀ ਕੋਰਟ ਦੀ ਪਿਕੂਨਰੀ ਜੁਰਿਸਡਿਕਸ਼ਨ ਕਿੰਨੀ ਹੈ, ਹਰ ਕੋਰਟ ਆਪਣੀ ਪਿਕੂਨਰੀ ਜੁਰਿਸਡਿਕਸ਼ਨ ਦੇ ਵਿੱਚ ਰਹਿ ਕੇ ਹੀ ਮੁਕੱਦਮਾ ਸੁਣ ਸਕਦੀ ਹੈ। ਜੇਕਰ ਮਾਮਲਾ ਵੱਡਾ ਹੈ ਤਾਂ ਵੱਡੀ ਕੋਰਟ ਚਲਾ ਜਾਂਦਾ ਹੈ। ਪਿਕੂਨਰੀ ਦੇ ਵਿੱਚ ਸਰ ਚੱਲ ਜਾਇਦਾਦ ਦੀ ਕੈਸ਼ ਵੀ ਲਈ ਜਾਊਗੀ ਕਿ ਅਚਲ ਜਾਇਦਾਦ ਜਿਹੜੀ ਉਹਦੀ ਵੀ ਵੈਲਿਊ ਕਰਕੇ ਫਿਰ ਉਹਦੀ ਵੀ ਇਹਦੀ ਜੁਰਿਸਡਿਕਸ਼ਨ ਤੈਅ ਹੋਊਗੀ। ਅਚਲ ਜਾਇਦਾਦ ਦੀ ਵੀ ਵੈਲਿਊ ਪੈਂਦੀ ਹੈ ਜਿਹੜੀ ਖਾਸ ਕੇਸ ਦੇ ਵਿੱਚ ਹੋ ਸਕਦੀ ਜਿੱਦਾਂ ਅਸੀਂ ਕੋਈ ਬਿਆਨਾ ਕਰ ਲਿਆ ਜਾਂ ਮਤਲਬ ਅਸੀਂ ਮੁੱਕਰ ਗਏ ਉਹ ਤੋਂ ਅਸੀਂ ਰਜਿਸਟਰੀ ਨਹੀਂ ਕੀਤੀ ਤਾਂ ਉੱਥੇ ਜਿਹੜੀ ਲੈਂਡ ਦੀ ਨਹੀਂ ਕੀਤੀ ਉੱਥੇ ਲੈਂਡ ਦੀ ਵੈਲਿਊ ਉਹਦੀ ਵੈਲਿਊ ਤੈਅ ਕਰਨੀ ਆ, ਉਹਦੀ ਲੈਂਡ ਦੀ ਵੈਲਿਊ। ਹਾਂਜੀ, ਜੇ ਅਦਰਵਾਈਜ਼ ਪਿਕੂਨਰੀ ਫਿਰ ਇਹਦੇ ਵਿੱਚ ਕੈਸ਼ ਦੇ ਸੰਬੰਧ ਵਿੱਚ ਆਊਗੀ। ਕੈਸ਼ ਦੇ ਸੰਬੰਧ 'ਚ ਨਹੀਂ ਹੁੰਦੀ ਇਹ। ਜਿਹੜਾ ਤੁਸੀਂ ਮੁਕੱਦਮਾ ਪਾਣਾ ਹੈ ਕਿਹੜਾ ਮੁਕੱਦਮਾ ਹੈ, ਕਿਸ ਨੇਚਰ ਦਾ ਮੁਕੱਦਮਾ ਹੈ, ਉਹਦੀ ਵੈਲਿਊ ਕੀ ਹੈ। ਤੁਹਾਨੂੰ ਵੈਲਿਊ ਦੇ ਅਕੋਰਡਿੰਗ ਫੀਸ ਵੀ ਜਮ੍ਹਾਂ ਕਰਾਉਣੀ ਹੁੰਦੀ ਹੈ ਸਿਵਲ ਕੋਰਟ ਦੇ ਵਿੱਚ। ਕੋਰਟ ਫੀ ਸੁਣੋ ਮੇਰੀ ਗੱਲ। ਕੋਰਟ ਫੀ ਐਕਟ ਤੁਸੀਂ ਨਹੀਂ ਸ਼ਾਇਦ ਪੜ੍ਹਿਆ ਹੋਏਗਾ। ਕੋਰਟ ਫੀ ਇੱਕ ਐਕਟ ਬਣਾਇਆ ਹੋਇਆ ਪ੍ਰੋਪਰ, ਕੋਰਟ ਫੀ ਐਕਟ। ਕਿਸੇ ਕੋਰਟ ਦੇ ਵਿੱਚ ਕੋਈ ਮੁਕੱਦਮਾ ਦਾਇਰ ਕੀਤਾ ਜਾਂਦਾ ਹੈ ਤਾਂ ਕੋਰਟ ਫੀਸ ਲਗਾਉਣੀ ਹੁੰਦੀ ਹੈ। ਕਿਸੇ ਕੇਸ ਦੇ ਵਿੱਚ 3% ਹੁੰਦੀ ਹੈ, ਕਿਸੇ ਕੇਸ ਦੇ ਵਿੱਚ 2% ਹੁੰਦੀ ਹੈ। ਉਹ ਜਿਹੜੀ ਮੁਕੱਦਮੇ ਦੀ ਵੈਲਿਊ ਹੈ, ਵੈਲਿਊ ਡਿਪੈਂਡਸ ਅਪਨ ਦਾ ਪ੍ਰਾਪਰਟੀ। ਠੀਕ ਹੈ, ਉਹ ਮੁਕੱਦਮੇ ਦੀ ਵੈਲਿਊ ਬਣਾਈ ਜਾਂਦੀ ਹੈ। ਵੈਲਿਊ ਬਣਾ ਕੇ ਜਿਵੇਂ ਹੁਣ ਤੁਸੀਂ ਕਿਸੇ ਨੂੰ ਕਹਿੰਦੇ ਹੋ ਮੈਂ ਤਾਂ ਇੱਧਰ ਕਰੋੜ ਰੁਪਏ ਲੈਣਾ ਜੀ, ਠੀਕ ਹੈ, ਕੈਸ਼ 'ਚ ਲੈਣਾ, ਮੰਨ ਲਓ ਇਹ ਗੱਲ ਕਰ ਲਈਏ, ਕੈਸ਼ ਦੇ ਵਿੱਚ ਕਰੋੜ ਰੁਪਏ ਲੈਣਾ ਹੈ, ਉਹਦੇ ਤੇ ਵੀ ਜਿਹੜੀ ਕੋਰਟ ਫੀਸ ਹੈ ਉਹ ਕਰੋੜ ਰੁਪਏ ਦੇ ਹਿਸਾਬ ਨਾਲ ਲੱਗੇਗੀ 3% ਸ਼ਾਇਦ। ਠੀਕ ਹੈ, ਉਹਨੂੰ ਆਪਾਂ ਪਿਕੂਨਰੀ ਜੁਰਿਸਡਿਕਸ਼ਨ ਕਹਿ ਦਿੰਦੇ ਆ। ਫਿਰ ਕੀ ਹੁੰਦਾ ਹੈ, ਦੂਸਰੀ ਪਾਰਟੀ ਦਾ ਵਕੀਲ ਕਹਿੰਦਾ ਜਾ ਕੇ ਵੀ ਤੁਹਾਡੀ ਤਾਂ ਜੀ ਇਹ ਕੋਰਟ ਦੀ ਤਾਂ ਇਹ ਸੁਣਨ ਦੀ ਪਾਵਰ ਹੀ ਨਹੀਂ ਹੈਗੀ, ਇਹਦੀ ਜਿਹੜੀ ਤੁਹਾਡੀ ਪਿਕੂਨਰੀ ਜਿਹੜੀ ਜੁਰਿਸਡਿਕਸ਼ਨ ਹੈ ਨਹੀਂ ਬਣਦੀ, ਤੁਸੀਂ ਤਾਂ ਇਸ ਲਿਮਟ ਤੱਕ ਮੁਕੱਦਮਾ ਸੁਣ ਸਕਦੇ ਹੋ। ਇਹਦਾ ਜਿਹੜੀ ਮੁਕੱਦਮੇ ਦੀ ਜਿਹੜੀ ਲਿਮਟ ਹੈ ਜ਼ਿਆਦਾ ਦੀ ਹੈ ਵੀ ਇਹ ਤਾਂ ਦੂਜੀ ਕੋਰਟ ਜਾਏਗਾ ਜੀ, ਤੁਸੀਂ ਸੁਣ ਨਹੀਂ ਸਕਦੇ ਜੀ।
ਇਦਾਂ ਦਾ ਆਪਣਾ ਆਪਣਾ ਵਿਊਜ਼ ਹਰ ਬੰਦੇ ਨੇ ਦੇਣਾ ਹੁੰਦਾ ਹੈ। ਅੱਗੇ ਗਲਤ ਹੈ ਜਾਂ ਸਹੀ ਕਹਿ ਰਿਹਾ ਕੋਈ, ਉਹ ਗੱਲ ਵੱਖਰੀ ਹੈ। ਠੀਕ ਹੈ ਉਹ ਕੋਰਟ ਤੈਅ ਕਰੂਗੀ ਕਿ ਸੁਣ ਸਕਦੇ ਜਾਂ ਨਹੀਂ ਸੁਣ ਸਕਦੇ। ਜੀ ਨਾ, ਜੀ ਹਾਂ। ਉਹਦੇ ਬਾਰੇ ਵਕੀਲ ਜਿਹੜੇ ਉਹ ਇਹ ਗੱਲ ਕਹਿ ਸਕਦੇ ਵੀ ਤੁਹਾਡੀ ਜੁਰਿਸਡਿਕਸ਼ਨ 'ਚ ਨਹੀਂ ਆਉਂਦਾ ਜਾਂ ਤਾਂ ਕਹਿੰਦੇ ਆ ਜੀ, ਹਾਂ ਵਕੀਲ ਕਹਿੰਦੇ ਆ, ਅੱਗੇ ਉਹਨਾਂ ਦਾ ਕਹਿਣਾ ਠੀਕ ਹੈ ਜਾਂ ਗਲਤ ਹੈ। ਜਿਹਨੇ ਦਾਇਰ ਮੁਕੱਦਮਾ ਕੀਤਾ ਉਹ ਵੀ ਗਲਤ ਹੋ ਸਕਦਾ ਹੈ, ਤਾਂ ਕਿੰਨੀ ਜੁਰਿਸਡਿਕਸ਼ਨ ਉਹਦੀ ਵੈਲਿਊ ਜ਼ਿਆਦਾ ਹੋ ਸਕਦੀ ਹੈ ਪ੍ਰਾਪਰਟੀ ਦੀ, ਤੇ ਉਹ ਗਲਤ ਵੀ ਕਹਿ ਸਕਦਾ ਹੈ। ਤੇ ਫੀਸ ਬਚਾਉਣ ਦੀ ਖਾਤਰ ਠੀਕ ਹੈ ਉਹਦੀ ਵੈਲਿਊਏਸ਼ਨ ਕਢਾਈ ਵੀ ਜਾ ਸਕਦੀ ਹੈ, ਤੇ ਇਹ ਕੋਰਟ ਨੇ ਤੈਅ ਕਰਨਾ। ਠੀਕ ਹੈ ਜੀ, ਕਲੀਅਰ ਹੈ। ਤਾਂ ਕਿੰਨੀ ਜੁਰਿਸਡਿਕਸ਼ਨ ਨਹੀਂ ਸਰ, ਇੱਕ ਥੋੜਾ ਇੱਕ ਪੁਆਇੰਟ ਬਸ ਹੁਣ ਕਲੀਅਰ ਕਰ ਦਿਓ ਕਿ ਜਿੱਦਾਂ ਪਾਰਟੀਸ਼ਨ ਦੇ ਕੇਸ ਆ, ਤਕਸੀਮ ਦੇ ਕੇਸ ਆ, ਉਹਦੇ ਵਿੱਚ ਤਾਂ ਨਹੀਂ ਵੈਲਿਊ ਦੇਈ ਜਾਊਗੀ। ਉਹ ਰੈਵਨਿਊ ਕੋਰਟ ਆ ਗਈ ਜੀ, ਉਹਦੇ ਵਿੱਚ ਨਹੀਂ ਆਉਂਦੀ ਹੈ। ਨਹੀਂ, ਰੈਵਨਿਊ ਕੋਰਟ ਨੇ ਤੈਅ ਕਰਤਾ, ਉਹ ਤੋਂ ਬਾਅਦ ਫੇਰ ਨਹੀਂ ਸੈਟੀਸਫਾਈਡ ਬੰਦਾ ਹੋਇਆ FCR ਤੱਕ, ਫੇਰ ਉਹ ਲੋਅਰ ਕੋਰਟ ਦੇ ਵਿੱਚ ਚੱਲ ਜਾਂਦਾ। ਉੱਥੇ ਫਿਰ ਫੀ ਉਹਦੀ ਵੈਲਿਊ ਦੇ ਕੇ ਪਾਰਟੀਸ਼ਨ ਕਰੂਗੀ ਕੋਰਟ ਜਾਂ ਨਹੀਂ ਸੁਣੂਗੀ ਜਾਂ ਨਹੀਂ, ਇਹ ਚੀਜ਼ ਮੈਂ ਅਰੇ ਸਿਵਲ ਕੋਰਟ ਨੇ ਤਾਂ ਸੁਣਨੀ ਨਹੀਂ ਮੁਕੱਦਮਾ ਰੈਵਨਿਊ ਨੇਚਰ ਦਾ, ਪਾਰਟੀਸ਼ਨ ਦਾ ਨਹੀਂ ਸੁਣਨਾ ਕੋਈ ਵੀ। ਨਹੀਂ ਸੁਣਨਾ। FCR ਤੋਂ ਬਾਅਦ ਸਿਵਲ ਕੋਰਟ 'ਚ ਬੰਦਾ ਨਹੀਂ ਨੋ ਨਹੀਂ ਜਾ ਸਕਦਾ, ਨਹੀਂ ਜਾ ਸਕਦਾ। ਓਕੇ ਸਰ, ਥੈਂਕ ਜੇ ਕੋਈ ਜਾਂਦਾ ਤਾਂ ਗਲਤ ਹੈ, ਜਾ ਹੀ ਨਹੀਂ ਸਕਦਾ। ਉਹ ਤਾਂ ਵੱਖਰੀ ਗੱਲ ਆ ਗਈ ਨਾ, ਐਗਰੀਕਲਚਰ ਦੇ ਜਿਹੜਾ ਉਹ ਤਾਂ ਆਪਾਂ ਨੂੰ ਪਤਾ ਹੈ, ਜਿਹੜੀ ਗੈਰ ਮੁਲਕਨ ਲੈਂਡ ਹੈਗੀ ਹੈ, ਗੈਰ ਮੁਲਕਨ ਲੈਂਡ ਤਾਂ ਰੈਵਨਿਊ ਕੋਰਟ ਨੇ ਨਹੀਂ ਸੁਣਨਾ। ਗੈਰ ਮੁਲਕਨ ਕੇਸ ਹੈ ਜਿਹੜਾ ਲੈਂਡ ਰੈਵਨਿਊ ਕੋਰਟ ਨੇ ਨਹੀਂ ਸੁਣਨਾ। ਰੈਵਨਿਊ ਕੋਰਟ ਨੇ ਐਗਰੀਕਲਚਰ ਦੇ ਜਿਹੜੇ ਕੇਸ ਸੁਣਨੇ ਹੁੰਦੇ ਆ, ਠੀਕ ਹੈ, ਜਿਹੜੇ ਗੈਰ ਮੁਲਕਨ ਦੇ ਕੇਸ ਹੁੰਦੇ ਆ ਉਹ ਸਿਵਲ ਕੋਰਟ ਨੇ ਸੁਣਨੇ ਹੁੰਦੇ ਆ। ਬੰਦੇ ਤਾਂ ਜਾਂਦੇ ਆ ਜਦੋਂ ਪਿੱਛੇ ਜੇ ਹੁਣ ਸ਼ਾਇਦ ਉਹ ਫੇਅਰ ਅਮੈਂਡਮੈਂਟ ਕਰ ਦਿੱਤੀ ਆ, ਮੋਡ ਆਫ ਪਾਰਟੀਸ਼ਨ ਨੂੰ ਲੈ ਕੇ ਹੀ ਸਿੱਧੇ ਹਾਈ ਕੋਰਟ ਦੇ ਵਿੱਚ ਜਾਂਦੇ ਆ। ਨਹੀਂ ਪਹਿਲਾਂ ਜਾਂਦੇ ਸੀਗੇ, ਪਰ ਹੁਣ ਨਹੀਂ ਜਾ ਸਕਦੇ, ਹੁਣ ਨਹੀਂ ਜਾ ਸਕਦੇ। ਇਹ ਮੈਂ ਪੁੱਛਣਾ ਚਾਹੁੰਦਾ ਵੀ ਜੇ ਕੋਈ ਵੀ ਕਿਸੇ ਚੀਜ਼ ਤੇ ਰਿਜੈਕਸ਼ਨ ਆ, ਉਹ ਸਿਵਲ ਕੋਰਟ 'ਚ ਜਾ ਹੀ ਨਹੀਂ ਸਕਦਾ। ਸਿਵਲ ਕੋਰਟ ਤੇ ਰੈਵਨਿਊ ਦੇ ਮੁਕੱਦਮਿਆਂ ਲਈ ਜਿਹੜੀ ਐਗਰੀਕਲਚਰ ਜਿੱਥੇ ਸਾਡਾ ਲੈਂਡ ਰੈਵਨਿਊ ਐਕਟ ਲਾਗੂ ਹੁੰਦਾ ਹੈ, ਉੱਥੇ ਸਿਵਲ ਕੋਰਟ ਦੀ ਜੁਰਿਸਡਿਕਸ਼ਨ ਨਹੀਂ ਹੁੰਦੀ। ਆਪਾਂ ਸੈਕਸ਼ਨ 158 ਪੜ੍ਹਿਆ ਹੋਏਗਾ, ਲੈਂਡ ਰੈਵਨਿਊ ਐਕਟ ਦਾ ਸੈਕਸ਼ਨ 158 ਪੜ੍ਹੋ ਧਿਆਨ ਦੇ ਨਾਲ। ਠੀਕ ਹੈ ਜੀ, ਵੀ ਕਿਹਨਾਂ ਕੇਸਾਂ ਦੇ ਵਿੱਚ ਸਿਵਲ ਜਿਹੜਾ ਹੈਗਾ ਸਿਵਲ ਦੀ ਜਿਹੜੀ ਜੁਰਿਸਡਿਕਸ਼ਨ ਹੈਗੀ ਹੈ ਉਹ ਬਾਹਰ ਕੀਤੀ ਗਈ ਹੈ। ਸੈਕਸ਼ਨ 158 ਆਫ ਦਾ ਲੈਂਡ ਰੈਵਨਿਊ ਐਕਟ, ਲਾਸਟ ਸੈਕਸ਼ਨ ਹੈ ਜੀ 158, ਲਾਸਟ ਸੈਕਸ਼ਨ ਆਫ ਦਾ। ਇਹਦੇ ਵਿੱਚੋਂ ਕੁਐਸਚਨ ਵੀ ਪੱਕਾ ਆਉਂਦਾ ਹੁੰਦਾ ਹੈ। ਠੀਕ ਹੈ ਸਰ, ਜੇ ਸੰਦਰਭ ਇਸ਼ੂ ਹੋ ਜਾਂਦੀ ਹੈ ਉਸ ਤੋਂ ਬਾਅਦ ਆਮ ਤੌਰ ਤੇ ਸਿਵਲ ਕੋਰਟ 'ਚ ਹੈ ਸੰਦਰਭ ਇਸ਼ੂ ਹੋ ਜਾਂਦੀ ਹੈ ਉਸ ਤੋਂ ਬਾਅਦ ਆਮ ਤੌਰ ਤੇ ਜਾਂਦੇ ਨੇ। ਨਹੀਂ, ਆਮ ਤੌਰ ਤੇ ਤਾਂ ਹੁਣ ਕੋਈ ਵੀ ਮੁਕੱਦਮਾ ਕੋਈ ਕਿਤੇ ਵੀ ਜਾ ਸਕਦਾ ਹੈਗਾ। ਅੱਗੇ ਕੋਰਟ ਨੇ ਦੇਖਣਾ ਵੀ ਮੁਕੱਦਮਾ ਫੜਨਾ ਕਿ ਨਹੀਂ ਫੜਨਾ, ਅੱਗੇ ਵਕੀਲ ਨੇ ਦੇਖਣਾ ਵੀ ਫੜਨਾ ਜਾਂ ਨਹੀਂ ਫੜਨਾ। ਹੁਣ ਇਹ ਗੱਲ ਪੱਕੀ ਹੋ ਗਈ ਹੈ ਵੀ ਦੂਸਰੇ ਵਕੀਲ ਨੂੰ ਇਹ ਗੱਲ ਦੱਸੀ ਜਾ ਸਕਦੀ ਵੀ ਤੁਸੀਂ ਇਹ ਪੁਆਇੰਟ ਉਠਾ ਦਿਓ ਵੀ ਤੁਹਾਡੀ ਜੁਰਿਸਡਿਕਸ਼ਨ 'ਚ ਨਹੀਂ ਆਉਂਦਾ ਪਾਰਟੀਸ਼ਨ ਦਾ ਕੋਈ ਐਗਰੀਕਲਚਰ ਦਾ। ਬਿਲਕੁਲ ਨਹੀਂ ਆਉਂਦਾ, ਬਿਲਕੁਲ ਨਹੀਂ ਆਉਂਦਾ। ਦੇਖੋ FCR is a high court in the cases of revenue court ਦੇ ਵਿੱਚ ਆਪਾਂ ਪੜ੍ਹਿਆ ਸੀਗਾ, ਤੁਸੀਂ ਲੈਂਡ ਰੈਵਨਿਊ ਐਕਟ ਦੇ ਵਿੱਚ ਹੀ ਪੜ੍ਹ ਕੇ ਗਏ ਹੋ ਵੀ FCR ਨੂੰ ਹਾਈ ਕੋਰਟ ਦੀਆਂ ਪਾਵਰਸ ਹੈਗੀਆਂ ਨੇ। ਠੀਕ ਹੈ, ਤੇ ਜਿਹੜੇ ਐਗਰੀਕਲਚਰ ਦੀ ਪਾਰਟੀਸ਼ਨ ਨੂੰ ਲੈ ਕੇ ਜਿਹੜੇ ਮੁਕੱਦਮੇ ਹੁੰਦੇ ਆ ਸਿਵਲ ਕੋਰਟਾਂ ਚੱਲਦੇ ਆ, ਉਹ ਗਲਤ ਚੱਲਦੇ ਨੇ। ਰੈਵਨਿਊ ਕੋਰਟ ਦਾ ਮੁਕੱਦਮਾ ਹੈਗਾ, ਰੈਵਨਿਊ ਕੋਰਟ ਹੀ ਡੀਲ ਕਰੇਗੀ। ਇੱਦਾਂ ਤਾਂ ਹੁਣ ਕੋਈ ਵੀ ਮੁਕੱਦਮਾ ਦਾਇਰ ਹੁੰਦਾ, ਹੁਣ ਡਿਸਮਿਸ ਕਿਉਂ ਹੁੰਦੇ ਆ ਮੁਕੱਦਮੇ, ਜਦੋਂ ਗਲਤ ਹੁੰਦੇ ਤਾਂ ਹੀ ਡਿਸਮਿਸ ਹੁੰਦੇ ਆ। ਨੈਕਸਟ ਆ ਗਿਆ ਜੀ ਸੈਕਸ਼ਨ, ਆਪਾਂ ਬਸ ਦੋ ਸੈਕਸ਼ਨ ਰਹਿ ਗਏ ਮੇਰੇ, 7 ਤੇ 8। ਸੈਕਸ਼ਨ 7 ਹੈ ਜੀ ਪ੍ਰੋਵਿੰਸ਼ੀਅਲ ਸਮਾਲ ਕਾਜ਼ ਕੋਰਟਸ। ਮੈਂ ਸਿੰਪਲ ਦੱਸਦਾ ਤੁਹਾਨੂੰ, ਸਮਾਲ ਕਾਜ਼ ਕੋਰਟਸ ਜਿਹੜੀਆਂ ਹੁੰਦੀਆਂ ਨੇ ਉਹ ਕੋਰਟਾਂ ਜਿਵੇਂ ਵੱਡੇ ਸਿਟੀ ਹੁੰਦੇ, ਮੈਟਰੀਪੋਲੀਟਨ ਸਿਟੀ, ਮਦਰਾਸ, ਬੰਬੇ, ਕਲਕੱਤਾ, ਠੀਕ ਹੈ, ਉਹਨਾਂ ਸਟੇਟਾਂ ਦੇ ਵਿੱਚ, ਉਹਨਾਂ ਸ਼ਹਿਰਾਂ ਦੇ ਵਿੱਚ ਛੋਟੀਆਂ ਕੋਰਟਾਂ ਐਸਟੈਬਲਿਸ਼ ਕੀਤੀਆਂ ਹੁੰਦੀਆਂ ਨੇ, ਜਿਹਨੂੰ ਸਮਾਲ ਕਾਜ਼ ਕੋਰਟਸ ਕਹਿੰਦੇ ਨੇ। ਉਹਨਾਂ ਦੇ ਪਾਰਟਿਕੂਲਰ ਦੱਸਿਆ ਜਾਂਦਾ, ਕੋਈ ਲਿਮਿਟੇਸ਼ਨ ਰੱਖੀ ਜਾਂਦੀ ਹੈ ਉਹਨਾਂ ਤੇ ਵੀ ਤੁਸੀਂ ਇਸ ਨੇਚਰ ਦੇ ਕੇਸ ਹੀ ਫੜਨੇ ਆ, ਤੁਸੀਂ ਹੋਰ ਕੇਸ ਨਹੀਂ ਸੁਣਨੇ ਹੈਗੇ। ਆਹ ਜਾਂ ਰੈਂਟ ਦਾ ਕੇਸ ਹੈ, ਠੀਕ ਹੈ ਜੀ, ਇਦਾਂ ਦੇ ਕੇਸ ਛੋਟੇ ਕੇਸ ਜਿਹੜੇ ਹੈਗੇ ਆ ਉਹ ਕੇਸ ਸੁਣਨੇ ਹੁੰਦੇ ਆ। ਪ੍ਰੋਵਿੰਸ਼ੀਅਲ ਸਮਾਲ ਕਾਜ਼ ਕੋਰਟਸ ਐਕਟ 1887 ਬਣਿਆ ਹੋਇਆ ਹੈਗਾ। ਠੀਕ ਹੈ, ਪ੍ਰੋਵਿੰਸ਼ੀਅਲ ਸਮਾਲ ਕਾਜ਼ ਕੋਰਟਸ ਐਕਟ 1887 ਬਣਿਆ। ਉੱਥੇ ਇਹ ਕਿਹਾ ਗਿਆ ਵੀ ਜਿੱਥੇ ਇਹ ਐਕਟ ਲਾਗੂ ਹੁੰਦਾ ਹੈ, a courts of small cause under this act of law code any part of India which the said act does not extend। ਫਿਰ ਉੱਥੇ ਜਿਹੜਾ ਇਹ ਵਾਲਾ ਐਕਟ ਹੈ, ਜਿਹੜਾ ਸਿਵਲ ਪ੍ਰੋਸੀਜਰ ਕੋਡ ਹੈ, ਉੱਥੇ ਇਹ ਉਹਨਾਂ ਦੇ ਉੱਪਰ ਐਪਲੀਕੇਬਲ ਨਹੀਂ ਹੁੰਦਾ। ਜਿੱਥੇ
ਸਮਾਲ ਕਾਜ਼ ਕੋਰਟਸ ਐਕਟ 1887 ਦੇ ਤਹਿਤ ਇਹਨਾਂ ਕੋਰਟਾਂ ਵੱਖਰੀਆਂ ਨਿਯੁਕਤ ਕੀਤੀਆਂ ਹੁੰਦੀਆਂ ਨੇ, ਉੱਥੇ ਇਹ ਐਕਟ ਲਾਗੂ ਨਹੀਂ ਹੁੰਦਾ। ਠੀਕ ਹੈ, ਕਿਹੜੀਆਂ ਕੋਰਟਾਂ ਹੁੰਦੀਆਂ ਨੇ, ਕਿਹੜੇ ਮੁਕੱਦਮੇ ਹੁੰਦੇ ਨੇ, ਜਿਵੇਂ ਸੋ ਮਚ ਆਫ ਦਾ ਬੋਡੀ ਆਫ ਦਾ ਕੋਰਟ ਐਜ਼ ਰਿਲੇਟਸ ਟੂ ਕਿਹੜੇ ਸੂਟਸ accepted from the cognizance of a small cause courts ਕਿਹੜੇ ਹੁੰਦੇ ਆ, ਐਗਜੀਕਿਊਸ਼ਨ, ਕਿਸੇ ਡਿਗਰੀ ਦੀ ਐਗਜੀਕਿਊਸ਼ਨ, ਡਿਗਰੀ ਪਾਸ ਕਰਦੀ ਕਿਸੇ ਕੋਰਟ ਨੇ, ਉਹਦੀ ਐਗਜੀਕਿਊਸ਼ਨ ਕਰਨੀ ਹੈ। ਸਿਰਫ ਤੁਹਾਡੇ ਕੋਲ ਐਗਜੀਕਿਊਸ਼ਨ ਦਾ ਪਾਵਰ ਨੇ ਜੀ, ਤੁਸੀਂ ਇਹ ਐਗਜੀਕਿਊਟ ਕਰਨੀ ਡਿਗਰੀ ਬਸ, ਬਾਕੀ ਕੰਮ ਅਸੀਂ ਜਿਹੜਾ ਹੈਗਾ ਅਸੀਂ ਮੇਨ ਕਰ ਦਿੱਤਾ, ਤੁਸੀਂ ਐਗਜੀਕਿਊਟ ਕਰਨਾ ਹੈ। ਦੈਨ ਐਗਜੀਕਿਊਸ਼ਨ ਆਫ ਡਿਗਰੀ ਅਗੇਂਸਟ ਇਮੂਵੇਬਲ ਪ੍ਰੋਪਰਟੀ, ਇਮੂਵੇਬਲ ਪ੍ਰੋਪਰਟੀ ਅਗੇਂਸਟ ਐਗਜੀਕਿਊਸ਼ਨ ਜਿਵੇਂ ਹੁੰਦੀਆਂ ਨੇ ਆਪਣੇ ਫਰੰਟ ਕਬਜ਼ੇ ਵਗੈਰਾ ਹੁੰਦੇ ਨੇ। ਠੀਕ ਹੈ, ਉਹਨਾਂ ਕੋਰਟਾਂ ਨੂੰ ਦਿੱਤੇ ਜਾਂਦੇ ਆ ਕਿਸੇ ਵੱਡੇ ਸ਼ਹਿਰਾਂ ਦੇ ਵਿੱਚ। ਦਾ ਫੋਲੋਇੰਗ ਸੈਕਸ਼ਨਸ ਦੈਟ ਇਜ਼ ਟੂ ਸੇ, ਅੱਗੇ ਕਲੌਜ਼ B ਹੈ, ਸੈਕਸ਼ਨ 9, ਸੈਕਸ਼ਨ 91, 92, 94, 95। ਠੀਕ ਹੈ, ਆਰਡਰਸ ਆਫ ਦਾ ਅਟੈਚਮੈਂਟ ਆਫ ਮੂਵੇਬਲ ਪ੍ਰੋਪਰਟੀ, ਉਹੀ ਇੰਜੈਕਸ਼ਨਸ, ਬੰਦੀਆਂ ਦੇ ਹੁਕਮ ਪਾਸ ਕਰਨੇ, ਅਪਾਇੰਟਮੈਂਟ ਰਿਸੀਵਰ ਨਿਯੁਕਤ ਕਰਨਾ, ਇਮੂਵੇਬਲ ਪ੍ਰੋਪਰਟੀ ਦੇ ਅਗੇਂਸਟ ਇੰਟਰਲੋਕਟਰੀ ਆਰਡਰਸ, ਕੋਈ ਇੰਟਰਮ ਆਰਡਰ ਪਾਸ ਕਰਨੇ। ਐਸੇ ਜਿਹੜੇ ਮੁਕੱਦਮੇ ਛੋਟੇ ਛੋਟੇ ਹੁੰਦੇ ਨੇ ਜੀ, ਇਹ ਸਮਾਲ ਕਾਜ਼ ਕੋਰਟਸ ਨੂੰ ਦਿੱਤੇ ਜਾਂਦੇ ਨੇ। ਉੱਥੇ ਜਿਹੜਾ ਹੈ CPC ਦੀ ਪ੍ਰੋਵੀਜ਼ਨ ਲਾਗੂ ਨਹੀਂ ਹੁੰਦੀ, ਉੱਥੇ ਉਹ ਜਿਹੜਾ ਐਕਟ ਦੇ ਤਹਿਤ ਜਿਹੜੀਆਂ ਪ੍ਰੋਵੀਜ਼ਨ ਹੁੰਦੀਆਂ ਨੇ ਉਹ ਲਾਗੂ ਹੁੰਦੀਆਂ ਨੇ। ਇੱਥੇ ਫਿਰ ਅਗਰ ਸੈਕਸ਼ਨ 8 ਪ੍ਰੈਜ਼ੀਡੈਂਸੀ ਸਮਾਲ ਕਾਜ਼ ਕੋਰਟਸ। ਪ੍ਰੈਜ਼ੀਡੈਂਸੀ ਸਮਾਲ ਕਾਜ਼ ਕੋਰਟਸ ਕਿਹੜੀਆਂ ਹੁੰਦੀਆਂ ਨੇ, ਪ੍ਰੈਜ਼ੀਡੈਂਸੀ ਸਮਾਲ ਕਾਜ਼ ਕੋਰਟਸ ਐਕਟ 1882 ਬਣਿਆ ਹੋਇਆ ਹੈ। ਪ੍ਰੈਜ਼ੀਡੈਂਸੀ ਸਮਾਲ ਕਾਜ਼ ਕੋਰਟਸ ਐਕਟ 1882 ਬਣਿਆ ਹੋਇਆ ਹੈਗਾ। ਇਸ ਜਿਹੜੀਆਂ ਐਕਟ ਦੀਆਂ ਪ੍ਰੋਵੀਜ਼ਨ ਹੁੰਦੀਆਂ ਨੇ, not extend to the provisions in the body of this code। this code ਕਿਹੜਾ, ਇਹ ਵਾਲਾ ਕੋਡ ਜਿਹੜਾ ਅਸੀਂ ਪੜ੍ਹ ਰਹੇ ਹਾਂ, the provisions in the body of this code shall not extend to any suit or proceeding in any court or small cause established in the towns of Calcutta, Madras, Bombay। ਜਿੱਥੇ ਉਹ ਕੋਡਾਂ ਹੈਗੀਆਂ ਨੇ ਉਹਨਾਂ ਦੇ ਉੱਪਰ ਵੀ ਇਹਦੀਆਂ ਜਿਹੜੀਆਂ ਪ੍ਰੋਵੀਜ਼ਨ ਹੈ ਲਾਗੂ ਨਹੀਂ ਹੁੰਦੀਆਂ। ਅੱਗੇ ਸ਼ਰਤ ਲਗਾਤੀ ਇਹਨਾਂ ਨੇ ਵੀ ਜੇ ਹਾਈ ਕੋਰਟ ਚਾਹੁੰਦੀ ਹੈ, provided that the high courts Madras, Bombay, as the case may be, may from time to time, by notification in the official gazette, direct that any such provisions not inconsistent with the express provisions of the Presidency Small Cause Courts 1882 or rules section 9। ਉਹ ਅੱਗੇ ਸ਼ਰਤ ਲਗਾਤੀ ਵੀ ਜੇ ਕੋਈ ਪ੍ਰੋਵੀਜ਼ਨ ਇਦਾਂ ਦੀਆਂ ਹੈਗੀਆਂ ਨੇ ਜਿਹੜੀਆਂ ਉਹਦੇ ਨਾਲ ਲਾਗੂ ਕੰਟਰਾਡਿਕਟ ਕਰਦੀਆਂ ਨੇ, ਠੀਕ ਹੈ, ਉਹ ਸਿਵਲ ਪ੍ਰੋਸੀਜਰ ਕੋਡ ਦੀਆਂ ਉਹਨਾਂ ਦੇ ਉੱਤੇ ਲਾਗੂ ਨਹੀਂ ਹੋਣੀ ਇਸ ਕੋਡ ਦੀ। ਇਹਦੇ ਨਾਲ ਜਿਹੜਾ ਆਪਣਾ ਇਹ ਹੈਗਾ ਜੀ ਜਸਟ ਜਿਹੜਾ ਪਹਿਲਾ ਪ੍ਰੀਲਿਮਿਨਰੀ ਜਿਹੜਾ ਸੈਕਸ਼ਨ ਹੈਗਾ ਇਹ ਖਤਮ ਹੋ ਜਾਂਦਾ ਹੈ ਆਪਣਾ। ਇਸ ਤੋਂ ਬਾਅਦ ਜਿਹੜਾ ਚੱਲੇਗਾ ਪਾਰਟ 1 ਚੱਲੇਗਾ, ਸੂਟਸ ਇਨ ਜਨਰਲ। ਇਹਦੇ ਨਾਲ ਜਿਹੜਾ ਅੱਜ ਦਾ ਆਪਣਾ ਲੈਕਚਰ ਹੈ ਮੈਂ ਇੱਥੇ ਖਤਮ ਕਰਨ ਲੱਗਿਆ। ਕਿਸੇ ਦਾ ਕੋਈ ਕੁਐਸਚਨ ਹੈ ਜੀ ਉਹ ਕਰ ਸਕਦਾ ਹੈ। ਫਰਦਰ ਅਸੀਂ ਪੜਾਂਗੇ ਸੈਕਸ਼ਨ 9 ਤੋਂ। ਹਾਂਜੀ, ਮੈਂ ਤਾਂ ਇੱਕੋ ਹੀ ਬੁੱਕ ਲਿਖੀ ਹੈ ਜੀ, ਆਹ ਕੱਲੀ ਆਹ ਬੁੱਕ ਇੱਕੋ ਲਿਖੀ ਹੈ। ਇਹਦੇ ਵਿੱਚ ਕਾਫੀ ਪੇਪਰ ਕਵਰ ਹੋ ਜਾਂਦੇ ਨੇ। ਪਹਿਲਾ ਪੇਪਰ ਵੀ ਕਵਰ ਹੁੰਦਾ, ਦੂਜਾ ਵੀ ਕਵਰ ਹੁੰਦਾ ਹੈ ਜੀ, ਤੀਜੇ ਦਾ ਵੀ ਕਾਫੀ ਕੁਛ ਆ ਜਾਂਦਾ, ਚੌਥੇ ਦਾ ਵੀ ਕਾਫੀ ਕੁਛ ਆ ਜਾਂਦਾ। ਇਹਦੇ ਵਿੱਚ ਜਿਹੜੇ ਇੰਪੋਰਟੈਂਟ ਜਿਹੜੇ ਵਿਸ਼ੇ ਹੈਗੇ ਨੇ ਮੈਂ ਉਹ ਕਵਰ ਕੀਤੇ ਹੋਏ ਨੇ ਇਹਦੇ ਵਿੱਚ। ਆਹ ਦੇਖੋ, ਜ਼ਮੀਨ ਦੀ ਮਿਣਤੀ ਅਤੇ ਮਾਲਕਾਨ ਬਾਰੇ ਜਾਣਕਾਰੀ, ਜ਼ਮੀਨ ਦਾ ਇੰਤਕਾਲ, ਨਿਸ਼ਾਨਦੇਹੀ ਅਤੇ ਮਾਲਕਾਨ ਬਾਰੇ ਜਾਣਕਾਰੀ ਹੈ ਜੀ। ਜਲੰਧਰ ਤੋਂ ਮਿਲ ਜਾਂਦੀ ਜੀ ਸੂਈ ਬੁੱਕ ਤੋਂ ਲੈ ਕੇ। ਤੁਸੀਂ ਬੁੱਕ ਦੇ ਜਿਹੜੇ ਰਾਈਟਰ ਦਾ ਆਥਰ ਮੇਰਾ ਨਾਮ ਲਿਖ ਕੇ ਭਰੋਗੇ, ਆਪਣੀ ਬੁੱਕ ਆ ਜਾਏਗੀ ਸਾਹਮਣੇ। ਮੇਰਾ ਨਾਮ ਭਰ ਦੋਗੇ ਨਾ, ਆਥਰ ਨੇਮ ਭਰ ਦਿਓ, ਠੀਕ ਹੈ। ਬੁੱਕ ਐਮਾਜ਼ੋਨ ਤੇ ਬੁੱਕ ਆ ਜਾਂਦੀ ਹੈ। ਹਾਂਜੀ, ਥੈਂਕ ਯੂ ਜੀ। ਕਲਾਸ ਇਜ਼ ਓਵਰ। ਥੈਂਕ ਯੂ ਵੈਰੀ ਮਚ।